ਜੀਵਨ ਦਾ ਮਤਲਬ ਇਹ ਹੈ ਕਿ ਹਰ ਦਿਨ ਆਪਾਂ ਸੰਸਾਰ 'ਚ ਵਿਚਰਦੇ ਹਾਂ ਨਾ। ਹਾਂਜੀ ਹਾਂਜੀ। ਕਿ ਆਪਾਂ ਇੱਕ ਦਿਨ ਘਰ ਦੀ ਸਫਾਈ ਨਾ ਕਰੀਏ, ਕਿੰਨਾ ਧੂਲ ਮਿੱਟੀ ਜਮ ਜਾਂਦੀ ਹੈ। ਬਿਲਕੁਲ। ਇਸੇ ਤਰ੍ਹਾਂ ਚਿੱਤ ਦੇ ਉੱਤੇ ਬਹੁਤ ਜ਼ਿਆਦਾ ਨਾ ਉਲਟੇ ਪੁਲਟੇ ਪਰਛਾਵੇਂ ਪੈ ਜਾਂਦੇ ਆ, ਤੇ ਉਹਨਾਂ ਨੂੰ ਨਾਲ ਹੀ ਸਾਫ਼ ਕਰੀ ਜਾਈਏ ਤੇ ਬੜਾ ਵਧੀਆ ਵਾ। ਹੁਣ ਕਈ ਵਾਰੀ ਚੀਜ਼ਾਂ ਹੁੰਦੀਆਂ ਦਿਖਦੀਆਂ ਕਿਸੇ ਹੋਰ ਰੂਪ 'ਚ, ਅਸਲ 'ਚ ਉਹਨਾਂ ਦਾ ਰੂਪ ਕੁਝ ਹੋਰ ਹੁੰਦਾ, ਤੇ ਇਸ ਕਰਕੇ ਹਾਊਸ ਕੀਪਿੰਗ ਬੜੀ ਜ਼ਰੂਰੀ ਆ। ਜਿਹੜੀ ਬੁੱਧੀ ਆ, ਬੁੱਧੀ ਦਾ ਹਮੇਸ਼ਾ ਹੀ ਬੈਟਰ ਵਰਜਨ ਅਵੇਲੇਬਲ ਹੁੰਦਾ ਹੈ। ਜਦੋਂ ਆਪਾਂ ਇਹ ਸੋਚਦੇ ਹਾਂ ਕਿ ਮੈਂ ਬੜਾ ਸਿਆਣਾ ਵਾਂ, ਮੈਂ ਬੜਾ ਚਲਾਕ ਹਾਂ ਔਰ ਮੇਰੇ ਕੋਲ ਕਾਫੀ ਕੁਛ ਆ ਗਿਆਨ, ਫਿਰ ਉਹ ਬੰਦਾ ਕੇਵਲ ਆਪਣੀਆਂ ਪੁਰਾਣੀਆਂ ਗੱਲਾਂ ਨੂੰ ਹੀ ਰਿਪੀਟ ਕਰਦਾ ਹੈ। ਖੜ ਗਿਆ, ਨਵਾਂ ਗਿਆਨ ਨਹੀਂ ਆ ਸਕਦਾ। ਖੜ ਗਿਆ, ਬਸ ਖੜ ਗਿਆ। ਗਿਆਨ ਜਿਹੜਾ ਹੈ, ਗਿਆਨ ਦੇਖੋ ਅੱਜ ਜਿਹੜੀ ਕਥਾ ਕਰ ਲਈ ਨਾ, ਤੁਸੀਂ ਕੱਲ ਕਰਕੇ ਵੇਖ ਲਓ, ਸੇਮ ਕਥਾ ਹੋਣੀ ਨਹੀਂ। ਬਿਲਕੁਲ ਨਹੀਂ ਹੋਣੀ। ਮੈਂ ਕਿਤੇ ਵੀ ਨਹੀਂ ਕਹਿੰਦਾ ਕਿ ਬਈ ਅੱਜ ਜੋ ਕਥਾ ਕਰਦੀ ਆ ਤੇ ਕੱਲ ਵੀ ਇਹੋ ਹੀ ਹੋਣੀ ਆ। ਕੱਲ ਚਰਨਜੀਤ ਨਿੱਜਰ ਸਾਹਿਬ ਹੋਰ ਹੋ ਜਾਣੇ ਆ। ਬਿਲਕੁਲ ਸਹੀ ਗੱਲ ਹੈ ਜੀ। ਜੋ ਅੱਜ ਬੋਲ ਦਿੱਤੇ ਬੋਲ ਉਹ ਕੁਝ ਹੋਰ ਨੇ, ਕੱਲ ਜਿਹੜੇ ਬੋਲਾਂਗੇ ਕੁਝ ਹੋਰ। ਅੱਛਾ ਠੀਕ ਹੈ ਨਿੱਜਰ ਸਾਹਿਬ, ਕਿੰਨੇ ਅੰਕ ਤੋਂ ਸ਼ੁਰੂ ਕਰਨਾ ਆਪਾਂ? 518 518। ਹਾਂਜੀ ਆਪ ਸ਼ੁਰੂ ਕਰੋ ਜੀ। ਅੱਜ ਆਪਾਂ ਚੌਥੀ ਪੌੜੀ ਲੈ ਰਹੇ ਹਾਂ ਪੰਜਵੀਂ ਪਾਤਸ਼ਾਹੀ ਦੀ, ਜਿਹੜੀ ਗੁਜਰੀ ਰਾਗ ਦੇ ਵਿੱਚ ਵਾਰ ਹੈਗੀ ਆ, ਔਰ ਉਸ ਤੋਂ ਪਹਿਲਾਂ ਸ਼ਲੋਕ ਵੀ ਪੰਜਵੀਂ ਪਾਤਸ਼ਾਹੀ ਦੇ। ਸ਼ਲੋਕ ਮਹਲਾ ਪੰਜਵਾਂ। ਅੱਛਾ ਨਿੱਜਰ ਸਾਹਿਬ, ਮੇਰਾ ਇੱਕ ਕਹਿਣਾ ਮੰਨਿਓ। ਹਾਂਜੀ ਹਾਂਜੀ। ਜੇ ਕੱਲ ਦੀ ਰਿਕਾਰਡਿੰਗ ਨਹੀਂ ਹੋਈ ਤੇ ਮਾੜੀ ਜੀ ਰਿਕਾਰਡਿੰਗ, ਉਹ ਕਥਾ ਥੋੜੀ ਜਿਹੀ ਭਾਵੇਂ ਕਰ ਲਈਏ, ਪਰ ਉਹਨੂੰ ਲੈ ਲਓ, ਨਹੀਂ ਤੇ ਮਿਸ ਹੋ ਜਾਣੀ ਜੀ ਵਿੱਚੋਂ। ਨਹੀਂ ਉਹੀ ਲਈ ਹੈ ਗੋਰਖੀ ਸਾਹਿਬ, ਉਹੀ ਲਈ ਹੈ ਮੈਂ। ਠੀਕ। ਹਾਂਜੀ ਹਾਂਜੀ, ਉਹੀ ਲਈ ਹੈ। ਓਕੇ। ਕਿਉਂਕਿ ਨਹੀਂ ਤਾਂ ਆਪਾਂ ਪੂਰੀ ਵਾਰ ਜਿਹੜੀ ਹੈ, ਵਾਰ ਦੇ ਸਿਰਲੇਖ ਦੇ ਹੇਠ ਫਿਰ ਮਿਸ ਰਹੇਗੀ ਨਾ ਉਹ। ਕੋਈ ਗੱਲ ਨਹੀਂ। ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ। ਇਹ ਪੰਜਵੀਂ ਪਾਤਸ਼ਾਹੀ ਜਿਹੜੀ ਹੈ ਮਾਲਕ ਪਰਮਾਤਮਾ ਨੂੰ ਉਹਨੂੰ ਕਹਿ ਰਹੀ ਹੈ ਕਿ ਹੇ ਮੇਰੇ ਮਾਲਕਾ, ਮੈਂ ਨਾ ਤੇਰੇ ਚਰਨਾਂ ਦੇ ਵਿੱਚ ਮੈਂ ਹਰ ਟਾਈਮ ਜਿਹੜਾ ਨਾ ਤੈਨੂੰ ਆਪਣੇ ਅੰਗ ਸੰਗ ਦੇਖਾਂ, ਔਰ ਮੈਂ ਆਪਣੀ ਆਪ ਨੂੰ ਜਿਹੜਾ ਹੈਗਾ ਬਿਲਕੁਲ ਆਪਣੇ ਆਪ ਨੂੰ ਬਿਲਕੁਲ ਗਵਾ ਦੇਵਾਂ। ਬਸ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ। ਔਰ ਚਰਨ ਜਿਹੜੇ ਪਰਮੇਸ਼ਰ ਦੇ ਹੈਗੇ, ਬਾਣੀ ਇਹ ਵੀ ਕਹਿੰਦੀ ਹੈ ਵੀ ਚਰਨ ਜਿਹੜੇ ਪਰਮੇਸ਼ਰ ਦੇ ਹੈਗੇ, ਉਹ ਧਿਆਨ ਹੈਗਾ ਪਰਮੇਸ਼ਰ ਦਾ। ਆਹੀ ਮਹਾਰਾਜ ਕਹਿ ਰਹੇ ਆ ਵੀ ਮੈਨੂੰ ਹਮੇਸ਼ਾ ਤੇਰਾ ਧਿਆਨ ਰਹੇ, ਮੈਂ ਤੇਰੀ ਹਜ਼ੂਰੀ ਦੇ ਵਿੱਚ ਹਮੇਸ਼ਾ ਰਵਾਂ। ਨਾਨਕ ਸ਼ਰਨ ਤੁਹਾਰੀਆ, ਮੈਂ ਤੇਰੀ ਸ਼ਰਨ ਦੇ ਵਿੱਚ ਰਵਾਂ ਹਮੇਸ਼ਾ। ਕਿਉਂਕਿ ਜੇ ਆਪਾਂ ਦੇਖੋ ਸਿੰਘ ਸ਼ਰਨ ਕਥ ਜਾਈਏ, ਜੋ ਜੰਬੁਕ ਗ੍ਰਾਸ ਹੈ, ਜੇ ਸ਼ੇਰ ਦੀ ਸ਼ਰਨ 'ਚ ਜਾਣਾ ਹੈ ਤੇ ਫਿਰ ਤਾਂ ਆਪਾਂ ਕਾਮ ਕ੍ਰੋਧ ਲੋਭ ਮੋਹ ਦੀ ਕਿਆ ਮਜਾਲ ਹੈ ਜਿਹੜੀ ਹੈ, ਇਹ ਆਪਾਂ ਨੂੰ ਜਿਹੜੇ ਹੈਗੇ ਖਾ ਜਾਣ। ਕਿਉਂਕਿ ਇਹ ਤਾਂ ਮਾਲਕ ਪਰਮਾਤਮਾ ਦੇ ਬਣਾਏ ਹੋਏ ਆ ਭਾਈ। ਨਾਨਕ ਸ਼ਰਨ ਤੁਹਾਰੀਆ ਪੇਖੋਂ ਸਦਾ ਹਜੂਰ। ਮੈਂ ਹਮੇਸ਼ਾ ਆਪਣੇ ਆਪ ਨੂੰ ਤੁਹਾਡੀ ਹਜ਼ੂਰੀ ਦੇ ਵਿੱਚ ਦੇਖਾਂ, ਤੁਹਾਨੂੰ ਮੈਂ ਆਪਣੇ ਅੰਗ ਸੰਗ ਦੇਖਾਂ। ਇਹੀ ਮੇਰੀ ਬੇਨਤੀ ਹੈਗੀ, ਹੇ ਮੇਰੇ ਸੱਜਣਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ। ਸਾਧ ਸੰਗਤ ਜੀ ਦੇਖੋ, ਨਿੱਜਰ ਸਾਹਿਬ ਤੁਸੀਂ ਮਾਈਕ ਇੱਕ ਮਿੰਟ ਮਿਊਟ ਕਰ ਦਿਓ। ਦੇਖੋ ਸਾਧ ਸੰਗਤ ਜੀ, ਇੱਕ ਚੀਜ਼ ਨੂੰ ਆਪ ਸਮਝੋ। ਪਹਿਲਾਂ ਇੱਕ ਛੋਟਾ ਬੱਚਾ ਸੀ ਤੇ ਆਪਣੇ ਪਿਓ ਨੂੰ ਕਹਿੰਦਾ ਕਿ ਪਾਪਾ ਤਿਲਾਂ ਦੇ ਵਿੱਚ ਤੇਲ ਕਿੱਥੇ ਸੀ, ਮੈਨੂੰ ਦਿਖਾਓ, ਕੱਢਣ ਤੋਂ ਪਹਿਲਾਂ ਦਿਖਾਓ। ਉਹ ਬੱਚੇ ਨੂੰ ਕਹਿਣ ਲੱਗਾ ਕਿ ਪੁੱਤ ਹੈ ਤੇ ਸਾਰਾ ਜਿਹੜਾ ਤਿਲ ਹੈ ਨਾ, ਉਹਦੇ ਅੰਦਰ ਤੇਲ ਹੈਗਾ। ਜੇ ਤੁਸੀਂ ਇਹ ਕਹੋ ਕਿ ਕਿੱਥੋਂ ਕੱਢ ਕੇ ਵਿਖਾਓ, ਉਹ ਪੋਸੀਬਲ ਨਹੀਂ ਹੈਗਾ। ਪਰ ਇੱਕ ਵਿਧੀ ਹੈਗੀ ਆ, ਇਹਨੂੰ ਇੱਕ ਮਸ਼ੀਨ 'ਚ ਪਾਇਆ ਜਾਵੇ ਤੇ ਵਿੱਚੋਂ ਤੇਲ ਬਾਹਰ ਆ ਜਾਂਦਾ। ਹੁਣ ਫਿਰ ਬੱਚਾ ਫੇਰ ਸਵਾਲ ਕਰਦਾ ਆਪਣੇ ਪਿਓ ਤੋਂ ਕਿ ਮੱਖਣ ਕਿੱਥੇ ਹੈਗਾ, ਘਿਓ ਕਿੱਥੇ ਹੈਗਾ। ਬਾਣੀ 'ਚ ਵੀ ਉਦਾਹਰਨ ਪਹਿਲਾਂ ਐਗਜ਼ਾਮਪਲ ਯੂਜ਼ ਕੀਤੀ।
ਸਰਬ दूध में किया, ਜਿੱਦਾਂ ਦੀ ਤੁਕ ਹੈਗੀ। ਹਾਂਜੀ ਹਾਂਜੀ। ਤੇ ਉਹ ਕਹਿੰਦਾ ਕਿ ਪਾਪਾ ਘਿਓ ਕਿੱਥੇ ਆ? ਉਹ ਕਹਿੰਦਾ ਪੁੱਤ ਕੋਈ ਘਿਓ ਏਦਾਂ ਦਾ ਨਹੀਂ ਹੈਗਾ ਕਿ ਇਹਦੇ ਵਿੱਚ ਤੁਹਾਨੂੰ ਦਿਖਾਈ ਦੇਵੇ ਦੁੱਧ ਦੇ ਵਿੱਚ, ਪਰ ਜਦੋਂ ਇਹਦਾ ਆਪਾਂ ਪਹਿਲਾਂ ਦਹੀਂ ਬਣਾਵਾਂਗੇ, ਦਹੀਂ ਨੂੰ ਰਿੜਕਾਂਗੇ, ਫਿਰ ਮੱਖਣ ਆਊਗਾ, ਮੱਖਣ ਨੂੰ ਗਰਮ ਕਰਾਂਗੇ, ਫਿਰ ਉਹ ਜਿਹੜਾ ਪ੍ਰੋਸੈਸ ਹੋਣ ਤੋਂ ਬਾਅਦ ਸਾਨੂੰ ਘਿਓ ਦੀ ਪ੍ਰਾਪਤੀ ਹੋ ਜਾਂਦੀ ਹੈ। ਦੇਖੋ ਇਸੇ ਤਰ੍ਹਾਂ ਜਿਹੜਾ ਸੰਸਾਰ ਹੈਗਾ ਇਹਦੇ ਜਰੇ ਜਰੇ ਚ ਰੱਬ ਹੈਗਾ। ਪ੍ਰੋਸੈਸ ਮਤਲਬ ਕੀ ਹੈ? ਪ੍ਰੋਸੈਸ ਦਾ ਮਤਲਬ ਇਹੋ ਹੀ ਹੈ ਕਿ ਜਦੋਂ ਤੁਸੀਂ ਨਿਰਵਿਕਾਰ ਹੋ ਜਾਂਦੇ ਜੋ ਨਾ, ਇੱਕ ਭਗਤੀ ਹੈ, ਹੋਰ ਕੀ। ਜਿੱਦਾਂ ਘਿਓ ਕੱਢਣਾ ਤੇ ਜਿੱਦਾਂ ਤਿਲਾਂ ਚੋਂ ਆਪਾਂ ਤੇਲ ਕੱਢਣਾ ਹੈ ਉਹਦੇ ਅੰਦਰ, ਪਰ ਉਹ ਮਤਲਬ ਦੇਖ ਨਹੀਂ ਸਕਦੇ ਉਹਨੂੰ ਆਪਾਂ, ਪਰ ਦੇਖਣ ਦੇ ਲਈ ਉਹਨੂੰ ਉਸ ਪ੍ਰੋਸੈਸ ਚੋਂ ਨਿਕਲਣਾ ਪਵੇਗਾ। ਇੱਥੇ ਦੇਖੋ, ਇਹ ਦੇਖੋ ਇਸੇ ਤਰ੍ਹਾਂ ਹੀ ਜਿਹੜਾ ਬ੍ਰਹਮ ਹੈ ਉਹਦਾ ਸਰਵ ਵਿਆਪਕ ਰੂਪ ਹੈ। ਦੇਖੋ ਇੱਕ ਤਰਫ ਉਹ ਕਹਿ ਰਹੇ ਨੇ ਕਿ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ, ਸਭ ਤੋਂ ਪਹਿਲਾਂ ਤੇ ਉਹ ਕਹਿੰਦੇ ਨੇ ਕਿ ਮੈਂ ਚਰਨਾਂ ਦੀ ਧੂੜ ਹੋਣਾ ਚਾਹੁੰਦਾ। ਧੂੜ ਦਾ ਮਤਲਬ ਇਹ ਹੁੰਦਾ ਹੈ ਕਿ ਤੇਰੇ ਨਾਲ ਮੇਰਾ ਏਦਾਂ ਦਾ ਸੰਬੰਧ ਹੋਵੇ ਇਹ ਟੁੱਟੇ ਨਾ। ਹੁਣ ਤੁਹਾਡੇ ਪੈਰਾਂ ਨੂੰ ਵੇਖੋ, ਤੁਸੀਂ ਵੇਖੋ ਨਾ, ਭਾਵੇਂ ਜਿੰਨੀ ਮਰਜ਼ੀ ਸਫਾਈ ਹੋਵੇ, ਹਰ ਪਲ ਥੋੜੀ ਬਹੁਤੀ ਧੂੜ ਤੁਹਾਡੇ ਪੈਰਾਂ ਨੂੰ ਲੱਗੀ ਹੁੰਦੀ। ਮਤਲਬ ਇੰਨਾ ਕਨੈਕਸ਼ਨ। ਆਪ ਇਸ ਚੀਜ਼ ਨੂੰ ਕਹੋ, ਇਹ ਕੋਈ ਯਾਦ ਰੱਖਣ ਦਾ ਵਿਸ਼ਾ ਨਹੀਂ ਹੈ। ਜੇ ਕੋਈ ਸੋਚੇ ਨਾ ਕਿ ਮੈਂ ਪ੍ਰਮਾਤਮਾ ਨੂੰ ਹਮੇਸ਼ਾ ਚੇਤਾ ਰੱਖਾਂ, ਕੋਈ ਚੇਤਾ ਚੁੱਤਾ ਰੱਖਣ ਦੀ ਲੋੜ ਨਹੀਂ ਹੁੰਦੀ। ਪ੍ਰਮਾਤਮਾ ਕੋਈ ਬੰਦਾ ਥੋੜੀ ਹੈ ਜਿਹਨੂੰ ਚੇਤਾ ਰੱਖਣਾ ਹੈ। ਚੇਤਾ ਮਤਲਬ ਕਿ ਤੁਸੀਂ ਕੁਛ ਕਰ ਰਹੇ ਜੋ। ਜਦੋਂ ਆਪ ਨਿਰਵਿਚਾਰ ਸਮਾਧੀ ਵਿੱਚ ਪ੍ਰਵੇਸ਼ ਕਰ ਜਾਂਦੇ ਜੋ ਨਾ, ਤੇ ਫਿਰ ਏਦਾਂ ਦਾ ਸਿਸਟਮ ਬਣ ਜਾਂਦਾ ਹੈ, ਤੁਹਾਡੇ ਤੇ ਬ੍ਰਹਮ ਦੇ ਵਿੱਚ ਕੋਈ ਭੇਦ ਨਹੀਂ ਰਹਿ ਜਾਣਾ, ਇੱਕ ਹੋ ਜਾਣਾ ਤੁਸੀਂ। ਉਸ ਅਵਸਥਾ 'ਚ ਤੁਸੀਂ ਉਹਨੂੰ ਯਾਦ ਕਰੋ, ਭਾਵੇਂ ਇਹਨੂੰ ਨਾ ਯਾਦ ਕਰੋ, ਪਰ ਤੁਹਾਡੇ 'ਚ ਤੇ ਬ੍ਰਹਮ 'ਚ ਕੋਈ ਭੇਦ ਨਹੀਂ ਜਾਏਗਾ। ਮਾਇਆ ਜਿਹੜੀ ਹੈਗੀ ਹੈ ਰਜੋ ਤਮੋ ਸਤੋ, ਤਿੰਨਾਂ ਗੁਣਾਂ ਤੋਂ ਤੁਸੀਂ ਅੱਗੇ ਲੰਘ ਗਏ। ਇੱਕ ਕੇਵਲ ਗੱਲਾਂ ਨਹੀਂ ਹੈ, ਇੱਕ ਤੇ ਹੁੰਦੀਆਂ ਨਾ ਤੁਸੀਂ ਗ੍ਰੰਥ ਪੜ੍ਹੇ ਤੇ ਗੱਲਾਂ ਸੁਣ ਕੇ ਜਸਟ ਤੁਸੀਂ ਠੀਕ ਹੈ ਸੁਣ ਲਈਆਂ, ਬਾਬੇ ਨੇ ਸੁਣਾ ਦਿੱਤੀਆਂ, ਤੁਸੀਂ ਘਰ ਨੂੰ ਆ ਗਏ। ਮੈਂ ਇਹ ਜਿਹੜੇ ਨਾ ਹੁਣ ਉਹਨਾਂ ਸਟੂਡੈਂਟਾਂ ਦੀ ਗੱਲ ਕਰਦਾ। ਵੈਸੇ ਆਪਾਂ ਸਾਰੇ ਸਟੂਡੈਂਟ ਹੀ ਹੈਗੇ ਹਾਂ, ਟੀਚਰ ਤੇ ਬ੍ਰਹਮ ਗਿਆਨੀ ਹੁੰਦੇ ਆ। ਇੱਥੇ ਆਪਾਂ ਇਹ ਗੱਲ ਕਰਨੀ ਆ ਕਿ ਜਦੋਂ ਤੁਸੀਂ ਆਤਮ ਤੱਤ ਨੂੰ ਅਨੁਭਵ ਕਰ ਲਿਆ ਤੇ ਫਿਰ ਬ੍ਰਹਮ 'ਚ ਤੇ ਤੁਹਾਡੇ 'ਚ ਕੋਈ ਭੇਦ ਨਹੀਂ ਰਹਿ ਜਾਣਾ, ਬ੍ਰਹਮ ਹੀ ਰਹਿ ਜਾਂਦਾ। ਫਿਰ ਬ੍ਰਹਮ ਜੋ ਪਵਿੱਤਰ ਅਵਸਥਾ ਦੇ ਵਿੱਚ ਬੈਠਾ ਹੈ, ਜਦੋਂ ਆਪਾਂ ਹਰ ਦਿਨ ਉਸ ਦੇ ਵੱਲ ਗਤੀ ਕਰਦੇ ਆ, ਇਹ ਜਿਹੜਾ ਸਾਜਨ ਨੂੰ ਜਿਹਦਾ ਪ੍ਰੀਤ ਰੱਖਦੇ ਆ, ਉਹਦੇ ਨਾਲ ਉਹਦੇ ਚਰਨਾਂ ਦੇ ਵਿੱਚ ਆਪਣੇ ਆਪ ਨੂੰ ਜੋੜ ਕੇ ਰੱਖਦੇ ਆ। ਚਰਨ ਦਾ ਮਤਲਬ ਇਹੋ ਹੀ ਹੈ ਕਿ ਨਿਮਰਤਾ। ਧੂੜ ਦਾ ਮਤਲਬ ਵੀ ਇਹ ਸ਼ਬਦ ਵਰਤੇ ਨੇ, ਵੀ ਧੂੜ ਨਹੀਂ ਬਣਨਾ, ਕਿਉਂਕਿ ਪ੍ਰਮਾਤਮਾ ਤੇ ਸਾਰਾ ਕੁਝ ਹੀ ਹੈ। ਵੈਸੇ ਵੀ ਆਪਣਾ ਸਰੀਰ ਜਿਹੜਾ ਧੂੜੀ ਹੈ, ਅੱਜ ਨਹੀਂ ਤੇ ਕੱਲ ਨੂੰ ਧੂੜੀ ਬਣ ਜਾਣਾ, ਖਾਕ ਹੀ ਹੈਗੀ ਹੈ। ਇੱਥੇ ਕੇਵਲ ਸਾਡੇ ਸੰਬੰਧ ਦੇ ਬਾਰੇ ਗੱਲ ਕੀਤੀ ਗਈ ਹੈ ਪ੍ਰਮਾਤਮਾ ਦੇ ਨਾਲ। ਫਿਰ ਅਗਲੇ ਬੰਨੇ ਨਿਜ ਸਾਹਿਬ ਦੂਜੀ ਤੋਂ ਬੋਲਦੇ, ਨਾਨਕ ਸਰਨੀ ਤੁਆਰੀ ਵੇਖਿਓ ਸਦਾ ਹਜੂਰ। ਨਾਨਕ ਸਰਣ ਤੁਹਾਰੀਆ ਪੇਖੋਂ ਸਦਾ ਹਜੂਰ। ਮੈਂ ਜਿਹੜਾ ਹੈਗਾ ਹਮੇਸ਼ਾ ਤੁਹਾਨੂੰ ਆਪਣੀ ਹਜ਼ੂਰੀ ਦੇ ਵਿੱਚ ਮਤਲਬ ਦੇਖਾਂ। ਮੈਂ ਹਮੇਸ਼ਾ ਜਿਹੜਾ ਕੋਈ ਵੀ ਕੰਮ ਕਰਾਂ ਨਾ, ਤੇ ਉਹਦੇ ਵਿੱਚ ਜਿਹੜਾ ਹੈਗਾ ਮੈਂ ਆਤਮ ਤਲ ਦੇ ਉੱਤੇ ਕੰਮ ਕਰਾਂ। ਮੈਂ ਕੋਈ ਵੀ ਕੰਮ ਕਿਸੇ ਨਾਲ ਵੀ ਡੀਲ ਕਰਾਂ, ਜੋ ਕੁਛ ਵੀ ਕਰਾਂ, ਉਹਨੂੰ ਕਹਿੰਦੇ ਆ ਵੀ ਮਾਲਕ ਨੂੰ ਅੰਗ ਸੰਗ ਦੇਖਣਾ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਤੁਸੀਂ ਪ੍ਰਮਾਤਮਾ ਤੋਂ ਬਿਨਾਂ ਦੇਖੋ, ਪ੍ਰਮਾਤਮਾ ਤੋਂ ਬਿਨਾਂ ਜੇਕਰ ਤੁਸੀਂ ਕੋਈ ਬੰਦਾ ਵਹਿੰਦੇ ਜੋ, ਕੋਈ ਬੁੱਢੀ ਵਹਿੰਦੇ ਜੋ, ਉਹ ਠੀਕ ਹੈ, ਕਿਉਂਕਿ ਉਹ ਇੰਦਰੀਆਂ ਦਾ ਵਿਸ਼ਾ ਹੈ। ਇਸ ਕਰਕੇ ਇੰਦਰੀਆਂ ਉਹਨੂੰ ਪ੍ਰੋਸੈਸ ਕਰਦੀਆਂ। ਨਿੱਜਾ ਸਾਹਿਬ 1 ਸੈਕਿੰਡ ਮਾਈਕ ਬੰਦ ਕਰ। ਹੁਣ ਇੰਦਰੀਆਂ ਦਾ ਕੰਮ ਹੈਗਾ ਗਿਆਨ ਨੂੰ ਤੋੜ ਕੇ ਵੇਖਣਾ, ਕਿਉਂਕਿ ਜਦ ਤੱਕ ਤੁਸੀਂ ਉਹਨੂੰ ਅਲੱਗ ਨਹੀਂ ਨਾ ਕਰਦੇ ਤੁਹਾਨੂੰ ਨਹੀਂ ਪਤਾ ਲੱਗੇ। ਇੱਕ ਚੀਜ਼ ਵੱਡੀ ਆ, ਪਤਾ ਨਹੀਂ ਲੱਗਦਾ। ਜਦੋਂ ਉਹਨੂੰ ਤੋੜ ਦਿੰਦੇ ਆ, ਖੰਡਾਂ 'ਚ ਕਰ ਦਿੰਦੇ ਆ, ਤੇ ਉਹਨੂੰ ਆਪਾਂ ਵੇਖ ਸਕਦੇ ਹਾਂ। ਇਸੇ ਤਰ੍ਹਾਂ ਉਸ ਸ਼ਕਤੀ ਨੂੰ ਹਜੂਰ ਸਮਝਣਾ ਹੈ, ਆਪਣੇ ਆਪ ਨੂੰ ਉਹਦੀ ਹਜੂਰ, ਤਾਂ ਹੀ ਕੁਝ ਹੋ ਸਕਦਾ। ਹਾਂਜੀ ਨਿੱਜਾ ਸਾਹਿਬ। ਮਹੱਲਾ ਪੰਜਵਾਂ। ਪਤਿਤ ਪੁਨੀਤ ਅਸੰਖ ਹੋਏ, ਹਰ ਚਰਣੀ ਮਨ ਲਾਗ। ਆ ਹੈਗਾ ਪਹਿਲਾ ਸ਼ਲੋਕ ਜਿਹੜਾ ਹੈਗਾ। ਮਹਾਰਾਜ ਕਹਿੰਦੇ ਆ, ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂੜ। ਹੁਣ ਜਿਹੜਾ ਹੈਗੇ
ਪਤਿਤ ਪੁਨੀਤ ਅਸੰਖ ਹੋਏ ਹਰ ਚਰਣੀ ਮਨ ਲਾਗ। ਚਰਨਾਂ ਦੀ ਧੂੜ ਮੰਗ ਰਹੇ ਆ ਤੇ ਹੁਣ ਕਹਿੰਦੇ ਮਨ ਲੱਗ ਜਾਏ ਮੇਰਾ ਚਰਨਾਂ ਦੇ ਨਾਲ। ਬਸ ਇੱਥੋਂ ਸ਼ੁਰੂ ਹੋ ਗਿਆ ਮਨ ਦੀ ਕਾਲਕ ਲੈਣੀ। ਅਸੰਖਾਂ ਹੀ ਕਹਿੰਦੇ ਪਤਿਤ ਤੋਂ ਪੁਨੀਤ ਹੋ ਗਏ ਭਾਈ ਇਸ ਤਰੀਕੇ ਦੇ ਨਾਲ, ਪਰਮੇਸ਼ਰ ਦੇ ਚਰਨਾਂ ਦੇ ਨਾਲ ਮਨ ਲਗਾਉਣ ਦੇ ਨਾਲ। ਪਰਮੇਸ਼ਰ ਦੇ ਚਰਨ ਕੀ ਹੈ? ਪਰਮੇਸ਼ਰ ਦੇ ਚਰਨ ਉਹਦਾ ਧਿਆਨ ਆ, ਮਾਲਕ ਦਾ ਧਿਆਨ, ਮਾਲਕ ਦੀ ਯਾਦ ਉਹਦੇ ਚਰਨ ਆ, ਤੇ ਚਰਨਾਂ ਦੇ ਨਾਲ ਹੀ ਉੱਪਰ ਤੱਕ ਮਾਲਕ ਨੇ ਪ੍ਰਗਟ ਹੋ ਜਾਣਾ ਹੈ ਭਾਈ। ਇਹ ਚਰਨਾਂ ਨੂੰ ਨਹੀਂ ਛੱਡਣਾ ਆਪਾਂ ਨੇ, ਇਹ ਭਗਤੀ ਨੂੰ ਨਹੀਂ ਛੱਡਣਾ, ਧਿਆਨ ਨੂੰ ਨਹੀਂ ਛੱਡਣਾ। ਬਸ ਇੰਨੀ ਕੀ ਗੱਲ ਹੈਗੀ ਆ। ਪਤਿਤ ਪੁਨੀਤ ਅਸੰਖ ਹੋਏ ਹਰ ਚਰਣੀ ਮਨ ਲਾਗ। 68 ਤੀਰਥ ਨਾਮ ਪ੍ਰਭ ਜਿਸ ਨਾਨਕ ਮਸਤਕ ਭਾਗ। 68 ਤੀਰਥ ਜਿਹੜੇ ਹੈਗੇ ਪਰਮੇਸ਼ਰ ਦੇ ਨਾਮ ਦੇ ਵਿੱਚ ਹੈਗੇ ਭਾਈ। ਔਰ ਇਹ ਚਰਨਾਂ ਦੇ ਨਾਲ ਹੀ ਨਾਮ ਤਨ ਇਕੱਠਾ ਹੁੰਦਾ ਹੈ ਧਿਆਨ ਦੇ ਨਾਲ, ਔਰ ਇਸੇ ਦੇ ਨਾਲ ਫਿਰ ਨਾਮ ਪਦਾਰਥ ਪ੍ਰਾਪਤ ਹੁੰਦਾ ਹੈ। ਜਿਹਦੇ ਮੱਥੇ ਤੇ ਪਾ ਗਿਆ ਤੇ ਉਹ ਆ ਜਿਹੜੇ ਦੋਨਾਂ ਸ਼ਲੋਕ ਦੇ ਵਿੱਚ ਜਿਹੜਾ ਹੈ ਪਰਮੇਸ਼ਰ ਦੇ ਚਰਨ ਤੇ ਉਹਦਾ ਮਾਲਕ ਦਾ ਧਿਆਨ, ਮਾਲਕ ਦੀ ਹਜ਼ੂਰੀ, ਔਰ ਇਹ ਨਾਮ ਵਾਲਾ ਤੀਰਥ ਆਤਮ ਤੀਰਥ, ਤੇ ਫਿਰ ਜਿਹੜਾ ਹੈਗਾ ਆਤਮ ਤੀਰਥ ਤੇ ਨਿਵਾਸ ਕਰ ਲੈਂਦਾ ਹੈ। ਹਾਂਜੀ ਗੁਰਪ੍ਰੀਤ ਸਾਹਿਬ। ਹਾਂਜੀ ਦੇਖੋ ਜੀ, ਹੁਣ ਇੱਥੇ ਉਹ ਕਹਿ ਰਹੇ ਨੇ ਮਾਈਕ। ਹਾਂਜੀ ਵੀਰ ਜੀ, ਮਾਈਕ ਬੰਦ ਕਰ ਦਿਓ। ਠੀਕ। ਪਤਿਤ ਪੁਨੀਤ ਦੇਖੋ, ਇੱਕ ਤੇ ਹੁੰਦਾ ਹੈ ਕਿ ਜਿਹੜੇ ਬੰਦੇ ਬਿਮਾਰ ਨੇ, ਬਿਮਾਰ ਤੋਂ ਭਾਵ ਜਿਹੜੇ ਔਗਣਾਂ ਚ ਗਵਾਚ ਗਏ ਨੇ। ਦੇਖੋ ਅਸਲ ਚ ਨਾ ਬੰਦੇ ਦਾ ਜੀਵਨ ਬੜਾ ਖੋਖਾ ਜੀ, ਇੱਕਦਮ ਫੋਕਾ। ਬੰਦਾ ਘਰ ਬਾਰ ਬਣਾਉਂਦਾ ਹੈ, ਬਹੁਤ ਕੁਝ ਕਰਦਾ, ਪਰ ਇੱਕ ਬੜੀ ਮਾੜੀ ਗੱਲ ਹੈ ਕਿ ਆਪਣੇ ਲਈ ਕਦੇ ਕੁਛ ਨਹੀਂ ਜੀ ਕਰਦਾ। ਕਿੱਡੀ ਸ਼ਰਮ ਵਾਲੀ ਗੱਲ। ਬੰਦਾ ਸਰੀਰ ਦੇ ਲਈ ਸੁੱਖ ਇਕੱਠੇ ਕਰਦਾ, ਜਿਹੜੇ ਇਹਦੇ ਲਾਗੇ ਹੈਗੇ ਨੇ ਉਹਨਾਂ ਦੇ ਨਾਲ ਹੀ ਬੜਾ ਕੁਝ ਕਰਦਾ, ਲੋਕਾਂ ਦਾ ਖੋਕੇ ਵੀ ਲੈ ਆਉਂਦਾ, ਆਪਣਿਆਂ ਨੂੰ ਸੁੱਖ ਦੇਣ ਦੀ ਕੋਸ਼ਿਸ਼ ਕਰਦਾ। ਆਪਣੇ ਸਰੀਰ ਦੇ ਲਈ ਚੰਗਾ ਕੱਪੜਾ, ਚੰਗਾ ਬੂਟ, ਚੰਗੀਆਂ ਐਨਕਾਂ, ਹੋਰ ਆਉਣ ਜਾਣ ਦੇ ਚੰਗੇ ਸਾਧਨ ਇਕੱਠੇ ਕਰਦਾ, ਰਹਿਣ ਦਾ ਬੜਾ ਕੁਝ ਇੰਤਜ਼ਾਮ ਕਰਦਾ, ਚੰਗੀਆਂ ਬੈੱਡ ਸ਼ੀਟਾਂ, ਚੰਗੇ ਗੱਦੇ, ਏਸੀ, ਇਹ ਉਹ, ਟੀਵੀ ਸ਼ੀਵੀ, ਪਰ ਆਪਣੇ ਲਈ ਕੁਛ ਨਹੀਂ ਜੋ ਕਰਦਾ। ਜ਼ਿਆਦਾਤਰ ਜਿਹੜੇ ਧਾਰਮਿਕ ਲੋਕ ਦਿਖਾਈ ਦਿੰਦੇ ਨੇ ਕੇਵਲ ਇਸ ਕਰਕੇ ਧਾਰਮਿਕ ਬਣ ਗਏ ਕਿ ਲੋਕਾਂ ਨੇ ਉਹਨਾਂ ਦੀ ਸੂਖਮ ਹਉਮੈ ਨੂੰ ਪਾਲਿਸ਼ ਕਰ ਦਿੱਤਾ ਹੈ ਕਿ ਵਾਹ ਵੀ ਵਾਹ, ਇਹ ਬੰਦਾ ਬੜਾ ਨਿਤਨੇਮੀ, ਬੜਾ ਗੁਰਦੁਆਰੇ ਜਾਂਦਾ, ਬਹੁਤ ਪਾਠ ਕਰਦਾ ਜੀ, 5 ਬਾਣੀਆਂ ਦਾ ਪਾਠ ਪੜ੍ਹਦਾ ਜੀ। ਦੇਖੋ ਜੀ, ਇਸ਼ਨਾਨ ਕਰਦਾ 3 ਟਾਈਮ ਤੇ, ਥੋੜਾ ਜਿਹਾ ਹੱਥ ਵੀ ਲੱਗ ਜਾਂਦਾ ਤੇ ਇਸ਼ਨਾਨ ਕਰਨ ਚੱਲ ਜਾਂਦਾ ਹੈ। ਸਾਡਾ ਇੱਕ ਰਿਸ਼ਤੇਦਾਰ ਮੁੰਡਾ ਹੈਗਾ, ਉਹ ਪਤਾ ਨਹੀਂ ਕਿੱਥੇ ਰਹਿੰਦਾ, ਇੱਥੇ ਨਿਊਜ਼ੀਲੈਂਡ ਤੇ ਉੱਥੇ ਮੁੰਡੇ ਨਾਲ ਰਹਿੰਦੇ ਸੀ। ਉਹ ਮਾਨਸਿਕ ਬਿਮਾਰ ਹੈ ਮੁੰਡਾ ਵਿਚਾਰਾ, ਪਰ ਉਹ ਉਹਨੂੰ ਸੱਚਮ ਸਮਝੀ ਜਾਂਦੇ ਆ। ਉਹ ਕਹਿੰਦਾ ਕਿ ਬਾਬਾ ਜੀ ਕੁੰਡਾ ਖੋਲ ਦਿਓ, ਮੇਰੇ ਹੱਥ ਝੂਠੇ ਹੋ ਜਾਣਗੇ। ਤੇ ਜਿਹੜਾ ਜੇ ਦੂਜੇ ਦੇ ਹੱਥ ਉਹਨੇ ਖੋਲਿਆ ਤੇ ਉਹਦੇ ਨਾਲ ਝੂਠੇ ਹੋਣਗੇ। ਬਾਣੀ ਚ ਤੇ ਕਿਹਾ ਕੋਈ ਚੀਜ਼ ਸੁੱਚੀ ਹੈ ਹੀ ਨਹੀਂ। ਤੂੰ ਦੁੱਧ ਕਹਿੰਦੇ ਸੁੱਚਾ, ਉਹ ਵੀ ਨਹੀਂ ਸੁੱਚਾ, ਉਹ ਤੇ ਪਹਿਲਾਂ ਬੱਚੇ ਨੇ ਚੁੰਗਿਆ। ਪਾਣੀ ਦੇ ਵਿੱਚ ਮੱਛੀ ਹੈ, ਮੱਛੀ ਨੇ ਪੀ ਲਿਆ। ਹੋਰ ਕਿਹੜੀ ਚੀਜ਼ ਸੁੱਚੀ ਹੈ? A to Z ਚੀਜ਼ਾਂ ਜਿਹੜੀਆਂ ਨੇ ਉਹ ਝੂਠੀਆਂ ਨੇ। ਇਸ ਸੰਸਾਰ ਤੇ ਕੋਈ ਵੀ ਚੀਜ਼ ਸੁੱਚੀ ਨਹੀਂ ਹੈਗੀ। ਤੇ ਉਹ ਬੰਦਾ ਵੇਖੋ ਬਾਣੀ ਪੜ੍ਹਦਾ ਹੈ, ਪਰ ਬਾਣੀ ਤੇ ਕਹਿੰਦੀ ਹੈ ਕਿ ਸੁੱਚੀ ਕੋਈ ਚੀਜ਼ ਹੈ ਹੀ ਨਹੀਂ। ਪਰ ਉਹਨੂੰ ਆਪਣੀ ਬਿਮਾਰੀ ਹੀ ਉਹਨੂੰ ਵਧੀਆ ਲੱਗ ਰਹੀ ਹੈ। ਉਹ ਬੰਦਾ ਆਪਣੇ ਆਪ ਨੂੰ ਧਾਰਮਿਕ ਸਮਝ ਰਿਹਾ ਕਿ ਮੈਂ ਬੜਾ ਸੁੱਚਾ ਹੈਗਾ। ਸ਼ਕਲ ਇੱਕਦਮ ਉਹਦੀ ਵਿਗੜ ਚੁੱਕੀ ਹੈ, ਸੁੱਕਾ ਇੱਕਦਮ ਸੁੱਕ ਗਿਆ। ਤੇ ਲੱਗਦਾ ਠੱਗ ਸਾਧ ਨੇ ਉਹਨੂੰ ਪਤਾ ਨਹੀਂ ਕੀ ਉਲਟੀ ਪੱਟੀ ਪੜਾਤੀ ਕਿ ਅੰਨ ਘੱਟ ਖਾਇਆ ਕਰ। ਉਹਨੇ ਅੰਨ ਘੱਟ ਖਾ ਕੇ ਆਪਣੇ ਸਰੀਰ ਨੂੰ ਸੁਕਾ ਲਿਆ। ਇਹ ਬਾਹਰ ਬੜੇ ਨੇ ਏਦਾਂ ਦੇ ਲੋਕ, ਇਹ ਢੋਂਗੀ ਲੋਕ, ਠੱਗ। ਧਰਮ ਦਾ ਊੜਾ ਵੀ ਨਹੀਂ ਪਤਾ, ਕੁਛ ਨਹੀਂ ਪਤਾ ਕੀ ਲਿਖਿਆ ਬਾਣੀ ਚ। ਉੱਥੇ ਉਹ ਕਾਫੀ ਲੋਕਾਂ ਨੂੰ ਪਿੱਛੇ ਲਾ ਲੈਂਦੇ, ਇਹਨਾਂ ਦੇ ਬ੍ਰੇਨ ਵਾਸ਼ ਕਰ ਦਿੰਦੇ ਬੱਚਿਆਂ ਦੇ। ਬੱਚੇ ਵਿਚਾਰੇ ਉੱਤੇ ਏਦਾਂ ਦੇ ਉਲਟੇ ਪੁਲਟੇ ਕੰਮ ਕਰਕੇ ਆਪਣੇ ਆਪ ਨੂੰ ਧਾਰਮਿਕ ਸਮਝੀ ਜਾਂਦੇ। ਗੁਰੂ ਗ੍ਰੰਥ ਸਾਹਿਬ ਚ ਤੇ ਏਦਾਂ ਦਾ ਕੁਛ ਵੀ ਨਹੀਂ ਜੇ ਲਿਖਿਆ।
ਕੁਛ ਵੀ ਨਹੀਂ ਲਿਖਿਆ। ਆਪ ਜਸਟ ਬਾਣੀ ਪੜ੍ਹ ਕੇ ਦੇਖ ਲਓ, ਆਪਾਂ ਕਿੰਨੇ ਸਾਲ ਹੋ ਗਏ, ਮੈਨੂੰ ਤਾਂ 2 ਸਾਲ ਤੋਂ ਪਲੱਸ ਸਾਨੂੰ ਹੋ ਗਿਆ, ਸਾਨੂੰ ਇੱਕ ਤੁਕ ਨਹੀਂ ਚ ਮਿਲੀ। ਜੇ ਨਿੱਜਰ ਸਾਹਿਬ ਨੂੰ ਮਿਲੀ ਹੈ ਤੇ ਆਪ ਇਹਨਾਂ ਕੋਲ ਅਲੱਗ ਮੈਸੇਜ ਕਰਕੇ ਪੁੱਛ ਲਿਓ ਕਿ ਹਾਂ ਨਿੱਜਰ ਸਾਹਿਬ ਜੇ ਤੁਹਾਨੂੰ ਲੱਭ ਗਈ ਹੋਈ ਤਾਂ ਪਲੀਜ਼ ਦੱਸ, ਪਰ ਮੈਨੂੰ ਤੇ ਨਹੀਂ ਮਿਲੀ। ਜੋ ਵੀ ਗੱਲ ਹੋ ਰਹੀ ਹੈ ਨਿੱਜਰ ਸਾਹਿਬ ਤੁਹਾਨੂੰ ਕੋਈ ਮਿਲ ਗਈ ਤੁਕ ਏਦਾਂ ਦੀ ਕੋਈ? ਨਹੀਂ, ਬਿਲਕੁਲ ਨਹੀਂ ਮਿਲੀ। ਮੈਂ ਤੀਸਰੀ ਵਾਰੀ ਜਿਹੜਾ ਹੈਗਾ ਇਹ ਪੂਰਾ ਗੁਰੂ ਗ੍ਰੰਥ ਸਾਹਿਬ ਜਿਹੜਾ ਹੈਗਾ ਇਹਦੀ ਜਿਹੜੀ ਹੈਗੀ ਉਹ ਵਿਚਾਰ ਕਰ ਰਹੇ ਹਾਂ ਸੰਗਤੀ ਰੂਪ ਦੇ ਵਿੱਚ, ਸਾਨੂੰ ਤਾਂ ਨਹੀਂ ਲੱਭੀ ਪਾਈ। ਹਾਂ ਨਹੀਂ ਹੈਗੇ, ਏਦਾਂ ਦਾ ਕੁਛ ਵੀ ਨਹੀਂ ਹੈਗਾ। ਇਹ ਲੋਕ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਲਈ ਜਾਂਦੇ। ਗੁਰੂ ਗੋਬਿੰਦ ਸਿੰਘ ਦੀ ਬਾਣੀ ਦੀ ਵੀ ਕਥਾ ਕੀਤੀ ਸੀ। ਨਿੱਜਰ ਸਾਹਿਬ ਉਹ ਇੱਕ ਹੋਰ ਆਈ ਰਿਕੁਐਸਟ, ਉਹ ਕਹਿੰਦੇ ਨੇ ਕਿ ਹੋਰ ਗ੍ਰੰਥ ਹੈਗੇ ਨੇ, ਆਪ ਉਹਨਾਂ ਤੇ ਵੀ ਨਜ਼ਰ ਜ਼ਰੂਰ ਮਾਰਿਆ ਕਰੋ। ਕਦੇ ਕਦੇ ਆਪਾਂ ਉਹਨਾਂ ਤੇ ਵੀ ਨਜ਼ਰ ਮਾਰੀਏ, ਹੋਰ ਗ੍ਰੰਥ ਹੈਗੇ ਨਾ। ਹਾਂਜੀ ਹਾਂਜੀ। ਤੇ ਉਹ ਕਹਿੰਦੇ ਸੀ ਮੁੰਡਾ, ਉਹਨਾਂ ਦੇ ਮਨ ਚ ਜਿਗਿਆਸਾ ਜਾਗੀ। ਮੈਂ ਚੱਲ ਕੋਈ ਨਹੀਂ, ਮੈਂ ਨਿੱਜਰ ਸਾਹਿਬ ਨੂੰ ਰਿਕੁਐਸਟ ਕਰ ਦਾਂਗਾ। ਹੋਰ ਜਿੱਦਾਂ ਸੂਰਜ ਪ੍ਰਕਾਸ਼ ਹੈ ਵੀਰ ਜੀ, ਉਹ ਦੇਖੋ ਨਹੀਂ ਉਹ ਨਹੀਂ, ਆਪਾਂ ਦੇਖੋ ਇਹ ਚੀਜ਼ਾਂ ਜਿਹੜੀਆਂ ਹਾਂਜੀ ਨਾ ਕਹਿਣ ਤੋਂ ਭਾਵ ਸਾਧ ਸੰਗਤ ਜੀ, ਹਾਂਜੀ ਇਹ ਨਹੀਂ, ਆਪਾਂ ਨੂੰ ਗੁਰਗੱਦੀ ਕਿਹਨੂੰ ਦੇ ਕੇ ਗਏ ਆ ਮਹਾਰਾਜ? ਪਹਿਲੀ ਗੱਲ, ਜਿਹਨੂੰ ਗੁਰੂ ਸਮਝਦੇ ਆਪਾਂ ਤਾਂ ਗੁਰੂ ਤੋਂ ਗਿਆਨ ਲੈਣਾ ਹੈ। ਗੁਰਕੀ ਸਾਹਿਬ ਜਿਹੜੇ ਬ੍ਰਹਮ ਗਿਆਨੀ ਇਹਨਾਂ ਨੂੰ ਛੱਡ ਗਿਆ, ਸਾਨੂੰ ਕੀ ਲੋੜ ਪਈ ਹੋਰ ਇੱਧਰ ਉੱਧਰ ਜਿਹੜਾ ਹੈਗਾ। ਆਪਾਂ ਜਾਂ ਤਾਂ ਆਪਣਾ ਡਾਊਟ ਹੋਏ ਆਪਾਂ ਨੂੰ ਤਾਂ ਬਿਲਕੁਲ ਨਹੀਂ ਡਾਊਟ ਨਹੀਂ, ਮੈਂ ਡਾਊਟ ਦੀ ਨਹੀਂ ਮੈਂ ਗੱਲ ਕਰਦਾ ਨਿੱਜਰ ਸਾਹਿਬ। ਮੈਂ ਇਹ ਕਹਿੰਦਾ ਕਿ ਉਹਨਾਂ ਦੇ ਮਨ ਚ ਹੋਣਾ ਵਾ ਕਿਤੇ ਆਪ, ਮੈਨੂੰ ਤਾਂ ਪਤਾ ਵੀ ਨਹੀਂ ਕਿ ਇਹ ਗ੍ਰੰਥ ਦੂਜਿਆਂ ਚ ਕੀ ਲਿਖਿਆ, ਬਟ ਕਿਤੇ ਆਪ ਕਿਤੇ ਹੋਇਆ ਨਾ, ਇੱਕ ਅੱਧਾ ਦਿਨ ਕਿਤੇ ਵੇਖਿਓ, ਇੱਕ ਦਿਨ ਹੀ ਪੜ੍ਹ ਕੇ ਵੇਖਿਓ, ਇੱਕ ਦਿਨ ਹੀ ਪੜ੍ਹਿਆ ਪਤਾ ਲੱਗ ਜਾਣਾ। ਮੈਂ ਤਾਂ ਦੇਖ ਲਿਆ ਗੁਰੂ, ਕੋਈ ਗੱਲ ਨਹੀਂ ਆਪਾਂ ਨਹੀਂ ਮੈਂ ਦੇਖਿਆ ਗੁਰਕੀ ਸਾਹਿਬ ਮੇਰੇ, ਮੈਂ ਉਹਨਾਂ ਨੂੰ ਵੀ ਪੜ੍ਹਿਆ ਆ ਪੂਰਾ ਦਾ ਪੂਰਾ। ਪਰ ਉਹ ਜੇ ਉਹਨਾਂ ਦੀ ਬਾਣੀ ਦੇ ਵਿੱਚ ਜਿਹੜਾ ਹੈਗਾ ਜੇ ਗੁਰੂ ਗ੍ਰੰਥ ਸਾਹਿਬ ਦੇ ਬਰੋਬਰੀ ਦੇ ਹੁੰਦੇ ਤੇ ਫਿਰ ਇਹਦੇ ਵਿੱਚ ਹੀ ਆ ਜਾਣਾ ਸੀ। ਉਹਨਾਂ ਨੂੰ ਮਹਾਰਾਜ ਦੇ ਸਮਕਾਲੀ ਤਾਂ ਸੀਗੇ ਉਹ। ਨਹੀਂ ਇਹਦੇ ਵਿੱਚ ਤੇ ਵੈਸੇ ਤੇ ਏਡੀ ਕੋਈ ਖਾਸ ਗੱਲਬਾਤ ਨਹੀਂ। ਆਤਮਾ ਦਾ ਗਿਆਨ ਹੁੰਦਾ, ਉਹ ਤੇ ਇੱਕ ਲਾਈਨ ਦੇ ਵਿੱਚ ਹੀ ਤੁਸੀਂ ਉਹਨੂੰ ਪੂਰਾ ਜਿੰਨਾ ਮਰਜ਼ੀ ਪੜ੍ਹ ਲਓ। ਆਤਮਾ ਦੇ ਬਾਰੇ ਜਾਣ ਲਓ, ਮਨ ਦੇ ਬਾਰੇ ਜਾਣ ਲਓ, ਤੇ ਬਸ ਸਾਰਾ ਕੁਝ ਵਿੱਚ ਹੀ ਆ ਜਾਂਦਾ। ਠੀਕ ਹੈ, ਜੇ ਇਕੱਲੇ ਪ੍ਰਮਾਤਮਾ ਬਾਰੇ ਜਾਣ ਲਓ ਤੇ ਬਾਕੀ ਸਾਰਾ ਕੁਝ ਰਚੀ ਆ ਜਾਂਦਾ। ਚਲੋ ਕੋਈ ਨਹੀਂ ਨਿੱਜਰ ਸਾਹਿਬ, ਠੀਕ ਹੈ ਜੀ। ਇੱਥੇ ਆਪ ਇੱਕ ਸੈਕਿੰਡ ਮਾਈਕ ਬੰਦ ਕਰ ਦਿਓ। ਪਤਿਤ ਪੁਨੀਤ ਅਸੰਖ ਹੋਰ ਜਿਹੜੇ ਅਸੰਖ ਜਿਹੜੇ ਪਾਪੀ ਹੁੰਦੇ ਨੇ, ਦੇਖੋ ਪੁਨੀਤ ਹੋ ਜਾਂਦੇ। ਕਿਉਂ ਪੁਨੀਤ ਹੋ ਜਾਂਦੇ ਆ? ਆਤਮਾ ਤੱਤ ਚ ਜਦੋਂ ਸਾਡੀ ਸੁੱਤੀ ਜਾਂਦੀ ਹੈ ਨਾ, ਦੇਖੋ ਤੇ ਕੀ ਹੁੰਦਾ ਕਿ ਤੁਹਾਡੇ ਚਿੱਤ ਦੇ ਅੰਦਰ ਜਿਹੜਾ ਮੈਲ ਹੈ ਨਾ, ਮਲੀਨਤਾ ਹੈ, ਜੋ ਸੰਸਕਾਰ ਹੈ, ਉਹ ਖਤਮ ਹੋ ਜਾਂਦੇ। ਜਿਸ ਤਰ੍ਹਾਂ ਕੱਪੜਾ ਸਾਬਣ ਦੇ ਸੰਪਰਕ ਵਿੱਚ ਆਉਣ ਦੇ ਨਾਲ ਆਟੋਮੈਟਿਕਲੀ ਉਹ ਕੰਮ ਸ਼ੁਰੂ ਹੋ ਜਾਂਦਾ ਹੈ ਤੇ ਕੱਪੜਾ ਜਿਹੜਾ ਆਪਣੀ ਮਲੀਨਤਾ ਦਾ ਤਿਆਗ ਕਰ ਦਿੰਦਾ, ਜੋ ਕਿ ਸਾਬਣ ਦੇ ਸੰਪਰਕ ਚ ਆ ਗਿਆ। ਇਸੇ ਹੀ ਤਰ੍ਹਾਂ ਜਦੋਂ ਆਪਾਂ ਭਗਤੀ ਕਰਦੇ ਹਾਂ, ਧਿਆਨ ਸਿਮਰਨ ਕਰਦੇ ਹਾਂ, ਤੇ ਇੱਕ ਛੋਟਾ ਜਿਹਾ ਹੀ ਕੰਮ ਕਰਨਾ, ਨਿਰਵਿਚਾਰ ਹੋਣਾ ਹੈ ਬਸ। ਆਪ ਨੂੰ ਨਹੀਂ ਪਤਾ ਲੱਗੇਗਾ ਕਿ ਆਪ ਨਿਰਵਿਚਾਰ ਹੋ ਰਹੇ। ਕਿੱਦਾਂ ਪਤਾ ਲੱਗੇਗਾ ਕਿ ਤੁਹਾਡੀ ਸਮਾਧੀ ਲੱਗ ਰਹੀ ਹੈ? ਇੱਕ ਸਿੰਪਲ ਜੀ ਕਸਵੱਟੀ ਹੈਗੀ ਹੈ। ਜੇਕਰ ਤੁਸੀਂ ਖੁਸ਼ੀ ਨਾਲ, ਖੇੜੇ ਦੇ ਨਾਲ ਧਿਆਨ ਸਿਮਰਨ ਕਰ ਰਹੇ ਜੋ, ਇਹਦਾ ਮਤਲਬ ਹੈ ਤੁਹਾਨੂੰ ਨਿਰਵਿਚਾਰ ਸਮਾਧੀ ਮਿਲ ਰਹੀ ਹੈ। ਜੇ ਜ਼ਬਰਦਸਤੀ ਕੰਮ ਹੋ ਰਿਹਾ, ਮਨ ਨਹੀਂ ਕਰਨ ਦਿਆ, ਤੁਸੀਂ ਜ਼ਬਰਦਸਤੀ ਨਿਭਾ ਰਹੇ ਜੋ, ਇਹਦਾ ਮਤਲਬ ਕਿ ਹਜੇ ਤੁਸੀਂ ਪ੍ਰੋਸੈਸ ਚ ਹੈਗੇ ਜੋ, ਅਜੇ ਤੁਹਾਨੂੰ ਨਿਰਵਿਚਾਰ ਸਮਾਧੀ ਨਹੀਂ ਮਿਲਣੀ। ਕਿਉਂਕਿ ਨਿਰਵਿਚਾਰ ਸਮਾਧੀ ਜਦੋਂ ਵੀ ਮਨ ਨੂੰ ਮਿਲ ਗਈ, ਫਿਰ ਤੁਹਾਡੇ ਤੇ ਇਹਨੇ ਨਾ ਬਹੁਤ ਪ੍ਰੈਸ਼ਰ ਪਾਉਣਾ ਹੈ। ਤੁਹਾਨੂੰ ਬਾਰ-ਬਾਰ ਕਹਿਣਾ ਭਗਤੀ ਕਰੋ, ਬਾਰ-ਬਾਰ ਧਿਆਨ ਸਿਮਰਨ ਚ ਲੈ ਕੇ ਜਾਵੇ। ਇਹ ਮਨ ਦਾ ਸੁਭਾਅ ਹੈ। ਕਿਉਂਕਿ ਮਨ ਨੂੰ ਉੱਥੇ ਜਦੋਂ ਸੁੱਖ ਮਿਲ ਗਿਆ, ਇਹਨੇ ਆਟੋਮੈਟਿਕਲੀ ਤੁਹਾਨੂੰ ਉੱਧਰ ਲੈ ਜਾਣਾ। ਹੁਣ ਅਗਲੇ ਬੰਨੇ ਦੇਖੋ ਨਿੱਜਰ ਸਾਹਿਬ ਫਿਰ ਕਹਿੰਦੇ 8 ਤੀਰਥ ਨਾਮ ਪ੍ਰਾਪਤ ਜਿਸ ਨਾਨਕ ਮਸਤਕ ਭਾਗ। ਜਿਹੜਾ ਬੰਦਾ ਦੇਖੋ, ਜਿਹੜਾ ਬੰਦਾ ਆਤਮ ਤੱਤ ਨੂੰ ਅਨੁਭਵ ਕਰ ਲੈਂਦਾ, ਭਗਤੀ ਕਰਦਾ ਜੀ, ਆਹ ਜਿਹੜੇ ਤੀਰਥ ਹੈਗੇ ਨੇ ਨਾ, 68 ਤੀਰਥਾਂ ਦਾ ਉਹਨੂੰ ਫਲ ਮਿਲਣਾ। ਹੁਣ ਦੇਖੋ, ਤੀਰਥਾਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੀਰਥਾਂ ਦਾ ਮਤਲਬ ਇਹ ਹੁੰਦਾ ਵਾ ਕਿ ਜਿਹੜਾ ਤੁਹਾਡੇ ਅੰਦਰ ਹੈ ਤੀਰਥ, ਸਾਡੇ ਅੰਦਰ ਹੀ ਤੇ ਇੱਕ ਤੀਰਥ ਆ। ਹੋਰ ਬਾਕੀ ਤੀਰਥ ਜਿਹੜੇ ਹੈਗੇ ਨੇ ਉਹ ਤੇ ਸਾਰੇ ਉਹ ਤੇ ਰਜੋ ਤਮੋ ਤੇ ਸਤੋ ਪੰਚ ਆ ਜਾਂਦੇ ਨੇ। ਅਸਲੀ ਤੀਰਥ ਜਿਹੜਾ ਹੈ ਤੁਹਾਡੀ ਆਤਮਾ ਹੈ। ਆਤਮਾ ਦੇ ਰੂਪੀ ਤੀਰਥ
ਤੇ ਜਾਂਦੇ ਜਦੋਂ ਮਾਨਸਰੋਵਰ ਚ ਆਪਾਂ ਇਸ਼ਨਾਨ ਕਰਦੇ ਹਾਂ ਆਪਣੀ ਆਤਮਾ ਦੇ ਵਿੱਚ, ਉਸ ਤੋਂ ਬਾਅਦ ਹੀ ਤੇ ਮਨ ਦੀ ਮਲੀਨਤਾ ਖਤਮ ਹੋਣੀ ਹੈ। ਮਨ ਨੂੰ ਦੇਖਣਾ, ਤਨ ਧੋਤਿਆਂ ਮਨ ਅੱਛਾ ਨਾ ਹੋਵੇ, ਬਾਣੀ ਚ ਲਿਖਿਆ ਤਨ ਧੋਣ ਦੇ ਨਾਲ ਮਨ ਨਹੀਂ ਚੰਗਾ ਹੋਣਾ। ਮਨ ਦਾ ਇਸ਼ਨਾਨ ਕੀ ਹੈ? ਨਿਰਵਿਚਾਰ ਅਵਸਥਾ। ਤੁਸੀਂ ਨਿਰਵਿਚਾਰ ਚ ਜਾਓ, ਇਹੋ ਹੀ ਤੇ ਵਿਧੀ ਹੈ। ਇੱਕ ਸਿੰਪਲ ਜਿਹਾ ਹੀ ਕੰਮ ਹੈ, ਸਾਰੀ ਬਾਣੀ ਚ ਲਿਖਿਆ। ਪਰ ਮੈਂ ਹੈਰਾਨ ਹੁੰਦਾ ਵਾਂ ਕਿ ਆਪਣੇ ਧਰਮ ਦੇ ਵਿੱਚ ਇਸ ਬਾਰੇ ਕਿਉਂ ਨਹੀਂ ਪ੍ਰਚਾਰ ਹੋ ਰਿਹਾ, ਕਿਉਂ ਬਾਹਰ ਦੇ ਨਾਲ ਜੋੜ ਰਿਹਾ, ਕਿਉਂ ਕੇਵਲ ਡਾਇਰੈਕਸ਼ਨ ਬਾਰੇ ਗੱਲ ਕੀਤੀ ਜਾ ਰਹੀ, ਕਿਉਂ ਨਹੀਂ ਗਤੀ ਕੀਤੀ ਜਾ ਰਹੀ? ਆਪ ਜਸਟ ਸੋਚੋ। ਮੈਂ ਕਈ ਵਾਰੀ ਬੜਾ ਸੋਚਦਾ, ਰਾਧਾ ਸੁਆਮੀ, ਨੂਰ ਮਹਿਲੀਏ, ਹੋਰ ਚਲੋ ਜੋ ਵੀ ਹੈ, ਹੋਰ ਕਿਹੜੇ ਮਸ਼ਹੂਰ ਨੂਰ ਮਹਿਲੀ ਹੋਏ, ਨਿਰੰਕਾਰੀ ਹੋ ਲਾ ਲਓ, ਮਤਲਬ ਕਾਫੀ ਨੇ। ਇਹ ਇੰਨਾ ਮਤਲਬ ਸਿੱਖ ਧਰਮ ਦੇ ਵਿੱਚੋਂ ਬ੍ਰਾਂਚਾਂ ਕਿਉਂ ਬਣ ਗਈਆਂ? ਹੁਣ ਦਾ ਕਾਰਨ ਕੀ ਹੈ? ਇਹਦੇ ਲਈ ਜ਼ਿੰਮੇਵਾਰ ਕੌਣ ਹੈ? ਇਹਦੇ ਲਈ ਜ਼ਿੰਮੇਵਾਰ ਨੇ ਕੁਝ ਲੋਕ, ਥੋੜੇ ਜਿਹੇ ਲੋਕ ਨੇ। ਕਹਿੰਦੇ ਕਿ ਇੱਕ ਬੰਦਾ ਲੀਡਰ ਜੇ ਤੁਹਾਡਾ ਰੌਂਗ ਹੈਗਾ ਨਾ, ਉਹ ਪੂਰੀ ਸਟੇਟ ਨੂੰ ਡੋਬ ਸਕਦਾ, ਪੂਰੀ ਸਟੇਟ ਨੂੰ। ਆਪ ਲੋਕ ਪਤਾ ਕੀ ਕਹਿੰਦੇ? ਲੋਕ ਕਹਿੰਦੇ ਛੱਡੋ ਖੜਾ ਜੀ, ਵੋਟ ਕੀ ਪਹੁੰਚ ਜਾਣੀ ਹੈ, ਕੀ ਫਾਇਦਾ, ਉਹਨੂੰ ਪਾਓ, ਦੋਵੇਂ ਚੋਰ। ਜੇਕਰ ਏਦਾਂ ਸੋਚਦੇ ਆ ਪਏ ਨਾ ਆਪਾਂ, ਤੇ ਫਿਰ ਕੱਲ ਨੂੰ ਰੌਲਾ ਵੀ ਪਾਉਣ ਦਾ ਫਾਇਦਾ ਨਹੀਂ। ਕਿਉਂਕਿ ਜਿਹੜੇ ਬੰਦੇ ਤੁਸੀਂ ਚੋਣ ਕੀਤੀ ਆ, ਉਹਨਾਂ ਬੰਦੇ ਨੇ ਜਾ ਕੇ ਉਲਟੀਆਂ ਪੁਲਟੀਆਂ ਨੀਤੀਆਂ ਲਿਆਉਣੀਆਂ। ਇਸ ਕਰਕੇ ਅਧਿਆਤਮਿਕ ਜਿਹੜੀ ਜ਼ਿੰਦਗੀ ਹੈ, ਉੱਥੇ ਖਾਸ ਕਰਕੇ ਹਰ ਇੱਕ ਬੰਦਾ ਜਿਹੜਾ ਇਕੱਲਾ ਵਾ, ਇਹ ਬਾਣੀ ਗਰੁੱਪ ਨੂੰ ਨਹੀਂ ਮੰਨਦੀ। ਬਾਣੀ ਮੰਨਦੀ ਆ 1%, ਪਰਮਾਤਮਾ ਮੰਨਦਾ 1%। ਕਰਾਊਡ ਨੂੰ ਪਰਮਾਤਮਾ ਵੀ ਨਹੀਂ ਮੰਨਦਾ। ਕਰਾਊਡ ਕੀ ਹੈ? ਮੱਝਾਂ, ਭੇਡਾਂ, ਬੱਕੀਆਂ ਥੋੜੀ ਆਪਾਂ ਹੈਗੇ ਆ। ਇੱਕ ਬੰਦੇ ਦਾ ਸਾਡਾ ਇੱਕ ਆਪਣੀ ਹੋਂਦ ਹੈ। ਹਰ ਇੱਕ ਬੰਦਾ ਯੂਨੀਕ ਹੈ। ਮੇਰੇ ਵਰਗਾ ਦੂਸਰਾ ਚਰਨਜੀਤ ਐਸ ਸ੍ਰਿਸ਼ਟੀ ਕੀ ਇਸ ਬ੍ਰਹਿਮੰਡ ਦੇ ਵਿੱਚ ਨਹੀਂ ਹੈਗਾ, ਤੇ ਤੁਹਾਡੇ ਵਰਗਾ ਵੀ ਨਹੀਂ ਹੈਗਾ, ਨਿੱਜਰ ਸਾਹਿਬ ਵਰਗਾ ਵੀ ਨਹੀਂ ਹੈਗਾ। ਆਪਾਂ ਵੀ ਆਰ ਵੈਰੀ ਵੈਰੀ ਡਿਫਰੈਂਟ। ਆਪਾਂ ਬਾਹਰੋਂ ਤੇ ਚਲੋ ਹੋ ਸਕਦਾ ਸਰੀਰਕ ਪੱਖੋਂ ਥੋੜਾ ਬਹੁਤਾ ਸਿਮਿਲਰ ਹੋਈਏ, ਪਰ ਜਿਹੜਾ ਮੈਂ ਅੰਦਰੋਂ ਆ ਨਾ, ਮੇਰੇ ਵਰਗਾ ਬੰਦਾ ਨਹੀਂ ਜੋ ਮਿਲਣਾ, ਤੇ ਨਾ ਤੁਹਾਡੇ ਵਰਗਾ ਬੰਦਾ ਮਿਲਣਾ। ਕਿਉਂਕਿ ਪ੍ਰਮਾਤਮਾ ਨੇ ਇੱਕ ਵਿਧੀ ਨਾਲ ਸ੍ਰਿਸ਼ਟੀ ਦੀ ਰਚਨਾ ਕੀਤੀ ਆ। ਹਰ ਇੱਕ ਬੰਦਾ ਜਿੱਦਾਂ ਇੱਕ ਵੱਡੀ ਕਾਰ ਦੇ ਅਲੱਗ-ਅਲੱਗ ਨਟ ਪੁਰਜੇ ਹੁੰਦੇ ਨਾ, ਉਸੇ ਤਰ੍ਹਾਂ ਇਸ ਬ੍ਰਹਿਮੰਡ ਦੇ ਆਪਾਂ ਛੋਟੇ ਮੋਟੇ ਪੁਰਜੇ ਆ, ਇੱਥੇ ਕੰਮ ਕਰ ਰਹੇ ਆ ਆਪਾਂ। ਇਹ ਜਿਹੜਾ ਘਰ ਹੁੰਦਾ, ਇਕੱਲਾ ਘਰ ਨਹੀਂ ਹੁੰਦਾ। ਘਰ ਤੋਂ ਭਾਵ ਛੋਟੇ ਛੋਟੇ ਪੱਥਰ, ਛੋਟੇ ਛੋਟੇ ਬੀਟੇ, ਛੋਟੇ ਛੋਟੀਆਂ ਲੱਕੜ ਦੀਆਂ ਟੁਕੜੀਆਂ ਜੋੜ ਕੇ ਦਰਵਾਜ਼ੇ ਬਣੇ, ਫਰਨੀਚਰ ਬਣਿਆ, ਫਿਰ ਸਾਰੇ ਨਿੱਕੇ ਟੋਟਿਆਂ ਦਾ ਇੱਕ ਮਿਲਨ ਹੋਇਆ ਤੇ ਇੱਕ ਘਰ ਬਣ ਗਿਆ। ਇਸੇ ਤਰ੍ਹਾਂ ਜਿਹੜਾ ਬ੍ਰਹਿਮੰਡ ਆ, ਬ੍ਰਹਿਮੰਡ ਇਕੱਲਾ ਨਹੀਂ ਹੈਗਾ ਜੀ। ਬ੍ਰਹਿਮੰਡ ਸਾਡੇ ਵਰਗੇ ਟੋਟਿਆਂ ਨਾਲ ਬਣਿਆ ਹੋਇਆ ਹੈ, ਤੇ ਨਿੱਕੇ ਟੋਟੇ ਆਪਾਂ ਹੈਗੇ ਆ। ਸਾਡਾ ਇੱਕ ਕਿਰਦਾਰ ਹੈਗਾ, ਕਰੈਕਟਰ ਹੈਗਾ, ਔਰ ਉਸ ਕਰੈਕਟਰ ਨੂੰ ਲੱਭਣਾ ਸਭ ਤੋਂ ਵੱਡੀ ਗੱਲ ਹੈ। ਇਨਸਾਨ ਸਾਰੀ ਜ਼ਿੰਦਗੀ ਆਪਣੇ ਸਰੀਰ ਦੀ ਸੇਵਾ ਕਰ ਦਿੰਦਾ, ਸਰੀਰ ਨੂੰ ਸਾਂਭਦਾ ਰਹਿੰਦਾ, ਤੇ ਇਸ ਸਰੀਰ ਨੂੰ ਤੇ ਖਾ ਜਾਣਾ ਵਕਤ ਨੇ। ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਹੜੀ ਗੱਲ ਕੀਤੀ ਸੀ ਨਾ, ਕਿ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਿ ਮੈਨੂੰ ਉਹ ਜਨੇਊ ਦਿਓ ਜੋ ਮੇਰੇ ਨਾਲ ਜਾਵੇ, ਮੇਰੇ ਸਰੀਰ ਦਾ ਜਨੇਊ ਮੈਨੂੰ ਨਹੀਂ ਚਾਹੀਦਾ। ਹੁਣ ਉਸ ਗੱਲ ਨੂੰ ਏਦਾਂ ਘੁਮਾ ਦਿੰਦੇ ਨੇ ਕਿ ਤੇ ਪਾਂਡੇ ਨੂੰ ਕਿਹਾ, ਬਿਲਕੁਲ ਸਾਨੂੰ ਤੇ ਕੁਛ ਵੀ ਨਹੀਂ ਕਿਹਾ। ਇੱਕਦਮ ਆਪਣੇ ਆਪ ਨੂੰ ਆਪਾਂ ਸੇਫ ਕਰ ਲੈਂਦੇ ਆ। ਤੇ ਉੱਥੇ ਫਿਰ ਕੀ ਹੁੰਦਾ ਹੈ ਕਿ ਉੱਥੇ ਫਿਰ ਸਬਜੈਕਟ ਹੀ ਬਦਲ ਜਾਂਦਾ। ਫਿਰ ਆਪਣੇ ਸਾਰੇ ਫਿਰ ਤੁਰੇ ਜਾਂਦੇ ਨੇ। ਹੁਣ ਆਪਣੇ ਪੰਜਾਬ ਦੇ ਵਿੱਚ ਕਿਉਂ ਇੰਨੇ ਧਰਮ ਆ ਰਹੇ ਨੇ? ਕਿਉਂਕਿ ਜਿਹੜਾ ਆਪਣਾ ਲੀਡ ਧਰਮ ਆ, ਸਿੱਖ ਧਰਮ ਆ, ਸਿੱਖ ਧਰਮ ਦੇ ਵਿੱਚ ਜੋ ਕੁਝ ਕੀਤਾ ਹੈ, ਭਗਤੀ ਦੇ ਬਾਰੇ ਗੱਲ ਹੋਈ ਆ, ਤੇ ਭਗਤੀ ਬਾਰੇ ਦੱਸਦੇ ਕੁਛ ਨਹੀਂ। ਇਹ ਕਹਿੰਦੇ ਬਸ ਪਾਠ ਪੜ੍ਹੋ ਤੇ ਬਸ ਗੱਲ ਖਤਮ ਹੋ ਗਈ, ਉਸ ਤੋਂ ਡੀਪ ਜਾ ਨਹੀਂ ਪਾਉਂਦੇ। ਕਥਾ ਵੇਖ ਲਓ, ਤੁਹਾਡੇ ਸਾਹਮਣੇ ਦਰਬਾਰ ਸਾਹਿਬ ਕਿੰਨੀ ਕਥਾ ਹੋ ਰਹੀ ਹੈ, ਤੇ ਉਸ ਕਥਾ ਦਾ ਲੋਕਾਂ ਤੇ ਕਿੰਨਾ ਕੁ ਅਸਰ ਆ। ਤੁਸੀਂ ਬਾਜ਼ਾਰ ਵੇਖ ਲਓ, ਗਲੀਆਂ ਗੁਲੀਆਂ 'ਚ ਜਾ ਕੇ ਲੋਕ ਕਿੰਨੇ ਕੁ ਸੰਤੋਖ ਜੀਵਨ ਬਤੀਤ ਕਰ ਰਹੇ ਆ। ਬਿਲਕੁਲ ਨਹੀਂ ਹੈਗੇ। ਪੰਡਾਲ ਵੇਖੋ ਤੁਸੀਂ ਅੰਮ੍ਰਿਤਸਰ 'ਚ ਨਾ, ਆ ਮਾੜਾ ਜਿਹਾ ਇੱਕ ਢੱਡਰੀਆਂ ਵਾਲਾ ਬਾਬਾ ਹੈ ਨਾ, ਮਾਮੂਲੀ ਜਿਹਾ ਬਾਬਾ, ਜਿਹਨੂੰ ਗਿਆਨ ਦਾ ਕੁਛ ਵੀ ਨਹੀਂ ਪਤਾ, ਉਹ ਬੰਦਾ ਜਦੋਂ ਆਊਗਾ ਤੇ ਘੱਟੋ ਘੱਟ 2-3 ਲੱਖ ਬੰਦਾ ਉੱਥੇ ਸੁਣਨ ਵਾਸਤੇ ਜਾਂਦਾ। ਤੇ ਉਹ 2-3 ਲੱਖ ਬੰਦਾ ਜੇ ਮੰਨ ਲਓ ਸੁਣਦਾ ਵੀ ਆ, ਉਹ ਮੰਨ ਲਓ ਸੰਤ ਹੈਗੇ ਆ, ਉਹ ਕਹਿ ਰਹੇ ਨੇ ਕਿ ਮੈਂ ਸੰਤ ਆ, ਪਰ ਲੋਕਾਂ ਦੇ ਜੀਵਨ 'ਚ ਫਿਰ ਉਹਦਾ ਇੰਪੈਕਟ ਕਿਉਂ ਨਹੀਂ ਹੋ ਰਿਹਾ, ਅਸਰ ਕਿਉਂ ਨਹੀਂ ਹੋ ਰਿਹਾ? ਇਹ ਕਿਤੇ ਨਹੀਂ ਵਿਚਾਰ ਕਰਦੇ। ਕੋਈ ਵੀ ਇੱਥੇ ਬੈਠੇ ਨੇ, ਇੱਕ ਬੜੀ ਵੱਡੀ ਚਿੰਤਾ ਦਾ ਵਿਸ਼ਾ ਹੈਗਾ ਕਿ
ਹਿਊਮਨ ਜਿਹੜੇ ਹੈਗੇ ਨੇ ਐ ਬਿਮਾਰੀਆਂ ਵੱਧ ਰਹੀਆਂ ਨੇ, ਡਿਪਰੈਸ਼ਨ, ਐਂਗਜ਼ਾਇਟੀ, ਆਉਣ ਵਾਲੇ ਸਮੇਂ 'ਚ ਕਾਫੀ ਵੱਡੇ ਲੈਵਲ ਤੇ ਇਹ ਬਿਮਾਰੀਆਂ ਆ ਜਾਣੀਆਂ। ਮੈਨੂੰ ਚਲੋ ਸਾਧਨਾ ਕਰਕੇ ਕਾਫੀ ਲੋਕਾਂ ਦੇ ਸੰਪਰਕ 'ਚ ਆਉਣ ਦਾ ਮੌਕਾ ਮਿਲਿਆ। ਕਿਉਂ ਲੋਕ ਵਿਚਾਰੇ ਪਰੇਸ਼ਾਨ? ਇਹ ਡਿਪਰੈਸ਼ਨ ਤੇ ਕੁਛ ਵੀ ਨਹੀਂ ਗਾ, ਕਿਉਂਕਿ ਇਹਨਾਂ ਨੇ ਤੁਹਾਡੇ ਸੂਖਮ ਨੂੰ ਇਗਨੋਰ ਕਰ ਦਿੱਤਾ ਹੈ। ਸਰੀਰ ਦੀਆਂ ਜ਼ਰੂਰਤਾਂ ਹੀ ਇਹਨਾਂ ਨੇ ਤੁਹਾਡੇ ਜੀਵਨ ਦਾ ਹਿੱਸਾ ਬਣਾ ਦਿੱਤਾ। ਜੇਕਰ ਆਪਾਂ ਇਕੱਲਾ ਸਰੀਰ ਨੂੰ ਹੈਡ ਬਣਾ ਦਈਏ ਤੇ ਜਿਹੜਾ ਸੂਖਮ ਨੂੰ ਇਗਨੋਰ ਕਰੀਏ, ਫਿਰ ਡਿਪਰੈਸ਼ਨ ਹੀ ਹੋਣਾ। ਤੁਹਾਨੂੰ ਕੋਈ ਨਹੀਂ ਬਚਾ ਸਕਦਾ। ਇਹ ਅਮਰੀਕਾ, ਇਹ ਹੋਰ ਕੰਟਰੀਆਂ 'ਚ ਲਾ ਲਓ, ਕਿਉਂ ਵਿਚਾਰੇ ਲੋਕ ਮਾਨਸਿਕ ਇੰਨੇ ਬਿਮਾਰ ਨੇ? ਕਿਉਂਕਿ ਕੇਵਲ ਬਾਹਰ ਦੇ ਸੁੱਖ ਦੀ ਗੱਲ ਹੋਈ, ਘਰ ਲੈ ਲਓ ਜੀ, ਨਹੀਂ ਪੈਸੇ ਹੈਗੇ ਲੋਨ ਚੱਕ ਲਓ, ਕਾਰਾਂ ਲੈ ਲਓ, ਤਾਂ ਬਾਹਰੀ ਸਰੀਰ ਦੇ ਸੁੱਖ। ਤੇ ਸਾਡੇ 'ਚ ਇੰਡੀਆ 'ਚ ਲਾ ਲਓ, ਇਹ ਕੇਵਲ ਗੱਲਾਂ ਹੀ ਕਰਦੇ ਆ, ਧਰਮ ਦੀਆਂ ਗੱਲਾਂ, ਕਿਤਾਬਾਂ, ਗ੍ਰੰਥਾਂ ਨੂੰ ਪੜ੍ਹੀ ਜਾਣਾ। ਪਰ ਬਾਣੀ ਮਨਾ ਕਰਦੀ ਆ। ਬਾਣੀ ਬਿਲਕੁਲ ਨਹੀਂ ਕਹਿੰਦੀ ਕਿ ਤੂੰ ਗ੍ਰੰਥ ਪੜ੍ਹ ਕੇ ਤੇ ਬਹਿ ਜਾ, ਪਰ ਇੱਥੇ ਇਹ ਕੋਈ ਵੀ ਨਹੀਂ ਕਹਿਣ ਨੂੰ ਤਿਆਰ। ਹੁਣ ਇਹ ਇੱਕ ਸਿੱਖ ਕੌਮ ਨੂੰ ਇੱਕ ਐਸੀ ਡਾਇਰੈਕਸ਼ਨ ਵੱਲ ਲੈ ਚੱਲੇ ਨੇ ਜਿੱਥੇ ਬਹੁਤ ਬੈਡ ਇਹਦੇ ਰਿਜ਼ਲਟ ਨਹੀਂ ਵਧੀਆ। ਮੈਂ ਉਸ ਚੀਜ਼ ਨੂੰ ਮੇਰੀ ਚਿੰਤਾ ਦਾ ਵਿਸ਼ਾ ਹੈ ਕਿ ਤੁਸੀਂ ਐਡੀ ਵੱਡੀ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਹੈ ਕਿ ਤੁਹਾਡੇ ਕੋਲ ਕੋਈ ਬੰਦਾ ਹੀ ਨਹੀਂ ਹੈਗਾ ਕਥਾ ਕਰਨ ਵਾਸਤੇ, ਜਿਹੜਾ ਪ੍ਰੋਪਰ ਕੋਈ ਸੰਤ ਲੱਭ ਲਓ ਇਹਨੂੰ ਜਿਹਦੇ ਪੱਲੇ ਹੈਗਾ ਕੁਝ, ਪਰ ਉਹ ਇਹਨਾਂ ਦੇ ਕ੍ਰਾਈਟੇਰੀਆ 'ਚ ਬਹਿਣਾ ਨਹੀਂ। ਐਸਾ ਬੰਦਾ ਲੱਭੋ ਕਿ ਕਮ ਸੇ ਕਮ ਉਹ ਕੋਈ ਸੱਚਾ ਬੰਦਾ ਲੱਭੋ, ਭਾਵੇਂ ਕਥਾ ਮਾੜੀ ਮੋਟੀ ਕਰਦੇ ਵਿਚਾਰਾ। ਮੈਂ ਨਹੀਂ ਕਹਿੰਦਾ ਕਿ ਬਹੁਤ ਵੱਡਾ ਕੋਈ ਬੜਾ ਉਹਨੂੰ ਭਾਸ਼ਾ ਦਾ ਬੜਾ ਗਿਆਨ ਹੋਊਗਾ, ਬਟ ਜਿੱਥੇ ਸੱਚ ਹੈਗਾ ਉਹੀ ਅਸਰ ਹੋਣਾ। ਜਿੱਥੇ ਸੱਚ ਨਹੀਂ ਹੋਊਗਾ ਉੱਥੇ ਅਸਰ ਨਹੀਂ ਹੋਏਗਾ, ਭਾਵੇਂ ਕੋਈ ਕਿੰਨਾ ਮਰਜ਼ੀ। ਇੱਥੇ ਇੱਕ ਆਪਣੇ ਪਟਿਆਲੇ ਦੇ ਕੋਈ ਹੈਗੇ ਨੇ ਪ੍ਰੋਫੈਸਰ, ਪਤਾ ਨਹੀਂ ਕੀ ਨਾਮ ਉਹਨਾਂ ਦਾ, ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰੀ ਵਿਆਖਿਆ ਕੀਤੀ ਹੈ। ਆਪ ਪੜ੍ਹ ਨਹੀਂ ਸਕਦੇ। ਮੈਂ ਪੜ੍ਹਦਾ ਤੇ ਮੈਨੂੰ ਅਜੀਬ ਜਿਹਾ ਲੱਗਦਾ ਕਿ ਪਤਾ ਨਹੀਂ ਕੀ ਲਿਖ ਛੱਡਿਆ ਉਹਨੇ। ਸਾਰੀ ਜ਼ਿੰਦਗੀ ਉਹਨੇ ਬੰਦੇ ਨੇ ਸਟੱਡੀ ਕੀਤੀ ਹੈ, ਉਸ ਪਾਠ ਕਰ ਕਰਕੇ। ਮੈਨੂੰ ਨਾਂ ਨਹੀਂ ਯਾਦ ਉਹਨਾਂ ਦਾ। ਹੁਣ ਕਿਉਂ ਨਹੀਂ ਅਸਰ ਹੋਇਆ ਕਥਾ ਦੇ ਵਿੱਚ? ਵਿਆਖਿਆ 'ਚ ਕਿਉਂ ਨਹੀਂ ਪਾਵਰ ਆਈ? ਮਸਟ ਬੀ ਕੋਈ ਚੀਜ਼ ਮਿਸ ਹੋ ਗਈ ਉਹਨਾਂ ਤੋਂ। ਕੇਵਲ ਗੱਲਾਂ ਦਾ ਵਿਸ਼ਾ ਨਹੀਂ ਹੈ ਬਾਣੀ। ਜੇਕਰ ਤੁਸੀਂ ਬਾਣੀ ਦੀ ਕਥਾ ਕਰਨੀ ਹੈ ਤੇ ਪਹਿਲਾਂ ਤੁਸੀਂ ਭਗਤੀ ਕਰੋ। ਦੇਖੋ, ਬਾਣੀ ਦਾ ਮਤਲਬ ਇਹ ਹੁੰਦਾ ਹੈ ਕਿ ਉਹ ਜਿਹੜੇ ਸੰਤ ਬੈਠੇ ਨੇ ਜਿਨ੍ਹਾਂ ਨੇ ਉਸ ਸਮੇਂ ਬਾਣੀ ਦਾ ਉਚਾਰਨ ਕੀਤਾ, ਉਸੇ ਕਥਾ ਨੂੰ ਅੱਜ ਦੇ ਸਮੇਂ ਅਨੁਸਾਰ ਟਰਾਂਸਲੇਟ ਕਰਨਾ। ਪਰਮਾਰਥ ਕਥਾ ਕਹਿੰਦੇ ਉਹਨੂੰ। ਟੀਕਾ ਕਰਨਾ ਇੱਕ ਅਲੱਗ ਚੀਜ਼ ਹੈ। ਉਹਦੇ ਸ਼ਬਦਾਂ ਦਾ ਹੁੰਦਾ ਹੈ ਕਿ ਵਾਧਾ ਘਾਟਾ ਕਰਦਾ, ਇਹ ਸ਼ਬਦ ਦਾ ਮੇਲ, ਆ ਸ਼ਬਦ ਦਾ ਮੇਲ। ਪਰ ਬਾਣੀ ਨੇ ਇੱਕ ਗੱਲ ਕਹੀ ਹੈ। ਬਾਣੀ ਕਹਿੰਦੀ ਹੈ ਕਿ ਚਾਹ ਨੂੰ ਪੀਵੇਂਗਾ ਤੇ ਤਾਂ ਹੀ ਤੈਨੂੰ ਚਾਹ ਦੇ ਟੇਸਟ ਦਾ ਪਤਾ ਲੱਗੇਗਾ, ਅਦਰਵਾਈਜ਼ ਉਹਦੇ ਟੇਸਟ ਬਾਰੇ ਕੇਵਲ ਲਿਖਤਾਂ ਪੜ੍ਹਨ ਦੇ ਨਾਲ ਤੈਨੂੰ ਕੁਛ ਵੀ ਨਹੀਂ ਪਤਾ ਲੱਗਣਾ। ਜੋ ਵੀ ਚੀਜ਼ ਹੈ ਨਾ, ਉਹ ਅਨੁਭਵ ਦਾ ਵਿਸ਼ਾ। ਪੜ੍ਹਨ ਤੇ ਬੋਲਣ ਦਾ ਵਿਸ਼ਾ ਨਹੀਂ ਹੈਗਾ। ਪੜ੍ਹੇ ਲਿਖੇ ਕਿਆ ਹੋਏ, ਬਾਣੀ ਕਹਿੰਦੀ ਹੈ। ਪੜ੍ਹੇ ਲਿਖੇ ਕਿਆ, ਪੜ੍ਹ ਲਿਆ, ਲਿਖ ਲਿਆ, ਤੈਨੂੰ ਉਹ ਆਤਮਾ ਦਾ ਤੱਤ ਨਹੀਂ ਪਤਾ ਲੱਗਣਾ। ਜੇਕਰ ਚਾਹ ਦੇ ਟੇਸਟ ਬਾਰੇ ਕੋਈ ਕਿਤਾਬ ਨਹੀਂ ਬਣੀ, ਕੋਈ ਗ੍ਰੰਥ ਨਹੀਂ ਬਣਿਆ, ਤੇ ਪਰਮਾਤਮਾ ਦੇ ਬਾਰੇ ਕੋਈ ਬਣ ਸਕਦੀ ਏਦਾਂ ਦੀ ਕੋਈ ਚੀਜ਼? ਆਪ ਜਸਟ ਸੋਚੋ, ਵੈਰੀ ਹਾਰਡ। ਤਾਂ ਇਹ ਚੀਜ਼ਾਂ ਹੁੰਦੀਆਂ ਨੇ ਤੇ ਆਪ ਧਿਆਨ ਦਿਆ ਕਰੋ। ਫਿਰ ਅਗਲੇ ਬੰਨੇ ਕਹਿੰਦੇ ਤੀਰਥਾਂ ਦਾ ਇਸ਼ਨਾਨ ਹੈ ਜੀ, ਉਹਦਾ ਤੁਹਾਨੂੰ ਜਿਹੜਾ ਉਹਦਾ ਮਿਲੇ, ਉਹਦਾ ਕੀ ਨਤੀਜਾ ਸਾਹਿਬ ਕੀ ਮਿਲੇਗਾ? ਉਹ ਤੀਰਥਾਂ ਤੇ ਜਾਣ ਦੀ ਲੋੜ ਨਹੀਂ ਪਏਗੀ ਜੀ। ਉਸ ਤੋਂ ਜ਼ਿਆਦਾ ਜਿਹੜਾ ਹੈਗਾ, ਇਹ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਪਰਮੇਸ਼ਰ ਦਾ ਜਿਹੜੇ ਚਰਨਾਂ ਦੇ ਨਾਲ ਜਿਹੜਾ ਹੈ ਮਾਲਕ ਪਰਮਾਤਮਾ ਦੀ ਬੰਦਗੀ, ਮਾਲਕ ਨੂੰ ਯਾਦ ਕਰਨਾ ਜਿਹੜਾ ਹੈਗਾ, ਉਹੀ ਜਿਹੜਾ ਹੈਗਾ 68 ਸਾਰੇ ਤੀਰਥਾਂ ਦਾ ਉਹਦੇ ਵਿੱਚ ਆ ਗਿਆ। ਮਹਾਰਾਜ ਕਹਿੰਦੇ ਆ ਉਹਦੇ ਵਿੱਚ ਹੀ ਆ ਗਿਆ, ਕਿਤੇ ਭਟਕਣ ਦੀ ਲੋੜ ਨਹੀਂ ਆ ਜੇ ਤੂੰ ਥੋੜਾ ਵੀ ਸਮਾਂ ਜਿਹੜਾ ਹੈਗਾ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਕਰੇਗਾ ਤੇ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਜਦੋਂ ਤੁਸੀਂ ਭਗਤੀ ਕੀਤੀ, ਕੁਝ ਸਮੇਂ ਬਾਅਦ ਤੁਹਾਨੂੰ ਲੱਗੇਗਾ ਤੁਹਾਡੀ ਬਾਹਰ ਦੀ ਗਤੀ ਰੁਕ ਜਾਏਗੀ। ਤੁਸੀਂ ਮੈਨੂੰ ਖੁਦ ਇਹ ਚੀਜ਼ ਬਾਰੇ ਆਪਣਾ ਅਨੁਭਵ ਦੱਸ ਸਕਦੇ ਜੋ।
ਕਿ ਵੀ ਹੁਣ ਮਨ ਬਾਹਰ ਜਾਣ ਨੂੰ ਜੀ ਨਹੀਂ ਕਰਦਾ। ਪਹਿਲਾਂ ਬਹੁਤ ਭਜਦਾ ਸੀ। ਰਾਮਾਨੰਦ ਜੀ ਨੇ ਲਿਖਿਆ ਨਾ, ਕਤ ਜਾਈਏ ਰੇ ਕਰ ਲਾਗੋ ਰੰਗ ਮੇਰਾ ਚਿੱਤ ਨਾ ਚੱਲੇ ਮਨ ਭਿਓ ਭੰਗ। ਕਿੱਥੇ ਜਾਵਾਂ ਮੈਂ? ਬਨਾਰਸ 'ਚ ਬੈਠੇ ਨੇ ਸਾਰੇ ਵੱਡੇ ਵੱਡੇ ਤੀਰਥ ਸਥਾਨ ਉੱਥੇ, ਪਰ ਕਹਿੰਦੇ ਨਹੀਂ ਕਿੱਥੇ ਜਾਈਏ, ਘਰੇ ਰੰਗ ਲੱਗ ਗਿਆ। ਅਸਲੀ ਜਿਹੜਾ ਤੀਰਥ ਸੀ ਉਹ ਮੈਂ ਅੰਦਰ ਲੱਭ ਲਿਆ। ਫਿਰ ਉਸ ਆਤਮਾ ਰੂਪੀ ਤੀਰਥ ਦੇ ਵਿੱਚ ਮੈਂ ਨਿਰਵਿਚਾਰ ਹੋ ਕੇ ਉੱਥੇ ਇਸ਼ਨਾਨ ਕਰਦਾ। ਘਰੇ ਰੰਗ ਲੱਗ ਗਿਆ ਮੈਨੂੰ, ਮੈਂ ਕਿੱਥੇ ਜਾਵਾਂ? ਬਾਹਰ ਤੇ ਮੈਂ ਤਾਂ ਲੱਭਾਂ ਨਾ ਕਿ ਜੇਕਰ ਅੰਦਰ ਨਾ ਹੋਵੇ। ਅੰਦਰ ਤੇ ਮੇਰੇ ਹੈ, ਹੋਰ ਸੰਸਾਰ 'ਚ ਕਿਤੇ ਵੀ ਨਹੀਂ। ਆਪ ਦੇਖੋ ਜਿਹੜਾ ਹਿਰਨ ਆ, ਹਿਰਨ ਦੀ ਨਾਭੀ 'ਚ ਉਹਦੀ ਕਸਤੂਰੀ ਹੈ। ਉਹ ਸਾਰੀ ਜ਼ਿੰਦਗੀ ਵਿਚਾਰਾ ਬਾਹਰ ਲੱਭਦਾ ਰਹਿੰਦਾ, ਝਾੜੀਆਂ 'ਚ ਫਿਰਦਾ ਰਹਿੰਦਾ, ਭੜਕਦਾ ਰਹਿੰਦਾ, ਇੱਕ ਦਿਨ ਮਰ ਜਾਂਦਾ, ਝਾੜੀਆਂ 'ਚ ਸਿੰਘ ਵੱਜ ਜਾਂਦੇ। ਇਸੇ ਤਰ੍ਹਾਂ ਆਤਮਾ ਰੂਪੀ ਤੀਰਥ ਹਰ ਇੱਕ ਇਨਸਾਨ ਦੇ ਅੰਦਰ ਆ, ਪਰ ਬੰਦਾ ਸਾਰੀ ਜ਼ਿੰਦਗੀ ਬਾਹਰ ਭਟਕਦਾ ਰਹਿੰਦਾ। ਕਿਤੇ ਵੇਖੇ ਲੋਕਾਂ ਕੋ ਵੀ ਫਲਾਨੇ ਤੋਂ ਜਾਣਾ ਜੀ, ਫਲਾਨੇ ਡੇਰੇ ਤੇ ਲੱਖਾਂ ਲੱਖਾਂ ਲੋਕ ਇਕੱਠੇ ਹੁੰਦੇ। ਉਹ ਕੀ ਕਰਦੇ ਆ ਕਿ ਤੁਹਾਨੂੰ ਕਹਿੰਦੇ ਆ ਕਿ ਤੁਸੀਂ ਬੜੇ ਵਧੀਆ ਜੋ, ਤੁਸੀਂ ਬ੍ਰਹਮ ਗਿਆਨੀ ਹੋ ਗਏ ਜੋ, ਤੁਸੀਂ ਸੰਗਤ ਕਰ ਲਈ, ਤੁਸੀਂ ਫਲਾਣੇ ਕਿਹੜੇ ਫਲਾਣੇ ਗੁਰੂ ਜਿਹੜੇ ਬਣ ਗਏ, ਤੁਸੀਂ ਢਿਮਕੇ ਬਣ ਗਏ, ਤੁਸੀਂ ਮੁਕਤ ਹੋ ਜਾਣਾ, ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ। ਏਦਾਂ ਹੀ ਮੂਰਖਾਂ ਦਾ ਟੋਲਾ ਬਾਹਰ ਹੁੰਦਾ ਸੀ, ਇੱਕ ਬਾਹਰ ਗੋਰਿਆਂ ਕੋਲ ਹੁੰਦਾ ਸੀ। ਉਸ ਬੰਦੇ ਨੇ ਚਲਾਕੀ ਕੀਤੀ, ਸਵਰਗ ਦੀਆਂ ਟਿਕਟਾਂ ਵੰਡਣੀਆਂ ਸ਼ੁਰੂ ਕਰਤੀਆਂ, ਔਰ ਇਤਿਹਾਸ ਗਵਾਹ ਵਾ ਬਹੁਤ ਸਾਰੇ ਲੋਕਾਂ ਨੇ ਟਿਕਟਾਂ ਖਰੀਦ ਵੀ ਲਈਆਂ ਕਿ ਸਾਨੂੰ ਸਵਰਗ ਮਿਲ ਜੇ। ਇਨਸਾਨ ਏਦਾਂ ਦਾ ਹੀ ਹੈ, ਚਾਹੁੰਦਾ ਫ੍ਰੀ 'ਚ ਬਣ ਜੇ, ਸਸਤਾ ਬਣ ਜੇ, ਪੈਸੇ ਦੇਵਾਂ ਤੇ ਭਗਤੀ ਵੀ ਮੇਰੀ ਕੋਈ ਕਰਦੇ। ਹੁਣ ਆਪਾਂ ਪਾਠ ਪੜ੍ਹਦੇ ਹਾਂ, ਗਿਆਨ ਪ੍ਰਾਪਤ ਕਰਨਾ, ਪਰ ਕਈ ਵਾਰੀ ਆਪਾਂ ਪੈਸੇ ਦੇ ਕੇ ਬਾਬਿਆਂ ਤੋਂ ਵੀ ਕਰਾ ਲੈਂਦੇ। ਕਿਉਂ ਕਰਾਉਣੇ? ਖੁਦ ਨਾ ਕਰਨਾ। ਹੁਣ ਇੱਥੇ ਇੱਕ ਬਾਬਾ ਜਿਹਾ ਮੇਰੇ ਘਰ ਆਉਣਾ ਹੁੰਦਾ ਸੀ, ਪਹਿਲਾਂ ਇੱਕ ਅਖੰਡ ਪਾਠ ਕਰਨਾ ਹੈ। ਤੇ ਚਲੋ ਹਰ ਇੱਕ ਬੰਦੇ ਦਾ ਆਪਣਾ ਜੀਵਨ ਹੈ, ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ। ਤੇ ਮੈਂ ਬਾਬਾ ਜੀ ਤੁਹਾਡਾ ਫਿਰ ਕੀ ਕਰਦੇ ਜੋ? ਬਸ ਮੈਂ ਸਵੇਰੇ 5-6 ਪਾਠ ਕਰਨੇ ਹੁੰਦੇ। ਮੈਂ ਕਿੱਦਾਂ? ਮੈਂ ਫਲਾਣੇ ਆੜਤੀ ਦੇ ਘਰ ਜਾਣਾ, ਉੱਥੇ ਸੁਖਮਨੀ ਸਾਹਿਬ ਦਾ ਪਾਠ ਇੱਕ ਉਹਨਾਂ ਦੇ ਘਰੇ ਕਰੀਦਾ, ਇੱਕ ਉਹਨਾਂ ਦੀ ਦੁਕਾਨ ਤੇ ਕਰੀਦਾ, ਫਿਰ ਉਹਨਾਂ ਦੀ ਭੈਣ ਹੈ, 2 ਅਖੰਡ ਪਾਠ ਉਹਨਾਂ ਦੇ ਬਣਦੇ ਆ। ਏਦਾਂ ਕਰਕੇ ਨਜਰ ਸਾਹਿਬ ਕਹਿੰਦਾ ਮੈਂ ਇੰਨੇ 1 4 5 6 ਰੋਜ਼ ਦੇ ਸੁਖਮਨੀ ਸਾਹਿਬ ਦੇ ਪਾਠ ਕਰਦਾ ਤੇ ਮੈਨੂੰ ਮਹੀਨੇ ਦਾ ਖਰਚਾ ਮਿਲ ਜਾਂਦਾ। ਮੈਂ ਨਹੀਂ ਕਹਿੰਦਾ ਕਿ ਪਾਠ ਪੜ੍ਹਨੇ ਮਾੜੇ ਆ, ਪਰ ਆਪ ਜਸਟ ਸੋਚੋ ਕਿ ਸੱਚੀ ਪਰਮਾਤਮਾ ਚਾਹੁੰਦਾ ਹੈ ਕਿ ਤੁਸੀਂ ਪਾਠ ਕਿਸੇ ਤੋਂ ਕਰਾ ਲਓ ਤੇ ਤੁਹਾਡਾ ਮਸਲਾ ਹੱਲ ਹੋ ਜੂ। ਆਪ ਜਸਟ ਸੋਚੋ। ਗੋਰਖੀ ਸਾਹਿਬ, ਛੋਟੇ ਜਿਹੇ ਬੱਚੇ ਨੂੰ ਵੀ ਕਹੋਗੇ ਨਾ ਗੋਰਖੀ ਸਾਹਿਬ, ਉਹਨੇ ਵੀ ਰੌਲਾ ਪਾਉਣਾ। ਹਾਂ, ਉਹਨਾਂ ਦਾ ਮਸਲਾ ਤਾਂ ਹੱਲ ਹੋ ਰਿਹਾ ਹੈ ਗੋਰਖੀ ਸਾਹਿਬ। ਉਹਨਾਂ ਦਾ ਮਸਲਾ ਹੈਗਾ ਘਰ ਦਾ ਖਰਚਾ ਚੱਲ ਰਿਹਾ ਮਹੀਨੇ ਦਾ, ਤੁਸੀਂ ਕਹਿ ਤਾਂ ਰਹੇ ਹੋ। ਇਹੀ ਮਸਲਾ ਹੈ ਉਹਨਾਂ ਦੀ, ਇਹੀ ਡਿਮਾਂਡ ਹੈ ਬਸ। ਉਹ ਪਰਮਾਰਥ ਦੀ ਤਾਂ ਡਿਮਾਂਡ ਹੀ ਹੈ ਨਹੀਂ। ਪਰ ਗੁਰੂ ਨਾਨਕ ਪਾਤਸ਼ਾਹ ਨੇ ਤੇ ਮਨਾ ਕੀਤਾ ਸੀ ਨਾ ਕਿ ਜਿਹਨੇ ਤੇਰਾ ਕਿਉਂ ਪਾਈਏ, ਤੂੰ ਤੇ ਦਾਲ ਫੁਲਕੇ ਦਾ ਸਾਧਨ ਬਣਾਇਆ ਵਾ, ਧਾਗਾ ਲੈ ਆਉਣਾ ਸਾਰੇ ਦੇ ਗਲ 'ਚ ਪਾਈਏ। ਕਹਿੰਦਾ ਆਵੇ ਖਾਣਾ ਪੀਣਾ ਵੀ ਖਾਈ ਜਾਣਦੇ ਆ। ਤੇਰਾ ਜਪਿਆ, ਤੇਰੀ ਕੀਤੀ ਭਗਤੀ ਕਿੱਥੋਂ ਰੱਬ ਦੇ ਨਾਲ ਮੈਨੂੰ ਜੋੜ ਦੂ? ਇਹ ਗੱਲਾਂ ਬੜੀਆਂ ਡੀਪ ਹੁੰਦੀਆਂ ਨੇ। ਇੱਥੇ ਪਤਾ ਕੀ ਹੁੰਦਾ? ਦੇਖੋ, ਧਰਮ ਦਾ ਮਤਲਬ ਇਹ ਹੁੰਦਾ ਕਿ ਪਹਿਲੀ ਗੱਲ ਤੇ ਭੀੜ ਚੋਂ ਬਾਹਰ ਆ ਜਾਓ। ਭੀੜ ਚੋਂ ਬਾਹਰ ਆ ਕੇ ਥੋੜਾ ਜਿਹਾ ਆਪਣੀ ਨਜ਼ਰ ਮਾਰੋ ਜ਼ਿੰਦਗੀ ਦੀ। ਮੇਰੇ ਪੱਲੇ ਕੀ ਹੈ ਅੱਜ? ਜੇਕਰ ਮੈਂ ਆਈ ਨੀਡ ਟੂ ਗੋ ਨਾਓ, ਮੈਂ ਅੱਜ ਕਹਾਂ ਕਿ ਚਰਨਜੀਤ ਸੱਜਣਾ ਤੈਨੂੰ ਅੱਜ ਜਾਣਾ ਪੈਣਾ, ਫਿਰ ਮੈਂ ਕਲੇਮ ਕਰਾਂਗੀ ਯਾਰ ਮੇਰੇ ਪੱਲੇ ਵੀ ਕੁਛ ਹੈਗਾ। ਐਵੇਂ ਹੀ ਕਿਸੇ ਫਲਾਣੇ ਬਾਬੇ ਕੋ ਉੱਥੇ ਚੱਲ ਜਾਓ, ਉੱਥੇ ਚੱਲ ਜਾਓ। ਆਪਣੇ ਗਰੁੱਪ 'ਚ ਵੀ ਕਹੀ ਹੈਗੇ ਮੈਨੂੰ ਜੋ ਫਲਾਣਾ ਬਾਬਾ ਮਿਲ ਗਿਆ। ਉਹ ਮੈਂ ਭਰਾਵਾ ਜਿੱਥੇ ਮਰਜੀ ਚੱਲ ਜਾ, ਤੇਰੀ ਖਾਧੀ ਰੋਟੀ ਨਾਲ ਹੀ ਤੇਰਾ ਢਿੱਡ ਭਰਨਾ। ਬਾਣੀ 'ਚ ਤੇ ਕੁਛ ਵੀ ਨਹੀਂ ਲਿਖਿਆ। ਕੀ ਲਿਖਿਆ ਬਾਣੀ? ਭਗਤੀ ਕਰੋ, ਨਾਮ ਜਪੋ, ਮਿਹਨਤ ਕਰੋ। ਤੇ ਜੇ ਤੇਰੇ ਅੰਦਰ ਅਜੇ ਵੀ ਮਲੀਨਤਾ ਹੈਗੀ ਆ ਤੇ ਭਾਵੇਂ ਤੂੰ ਜਿੱਥੇ ਮਰਜੀ ਚੱਲ ਜਾ, ਕਿਉਂਕਿ ਤੂੰ ਬਾਹਰ ਦੇ ਬਾਬੇ ਬੂਬੇ ਕੋਲ ਚੱਲ ਜਾਏਗਾ, ਕਿਸੇ ਬਾਬੇ ਦੇ ਪੱਲੇ ਕੀ ਹੈ? ਆਤਮਾ ਦੇ ਅੰਦਰ ਬੈਠਾ ਹੈ ਤੂੰ ਭਾਈ। ਤੇ ਜੇ ਤੇਰੀ ਆਤਮਾ ਦੇ ਅੰਦਰ ਰਹਿ ਕੇ ਵੀ ਤੂੰ ਇਸ ਔਗਣਾ ਤੋਂ, ਇਸ ਕਾਲਕ ਤੋਂ ਮੁਕਤ ਨਹੀਂ ਹੋ ਸਕਿਆ ਤੇ ਭਾਈ ਫਿਰ ਤੇਰੇ ਮਨ ਦਾ ਭਰਮ ਆ। ਬਾਣੀ 'ਚ ਤੇ ਕੇਵਲ ਆਪਣੇ ਆਪ ਨੂੰ ਸਹੀ ਕਰਨ ਦਾ ਸੰਦੇਸ਼ ਆ। ਉਸ ਤੇ ਬਾਣੀ 'ਚ ਹੋਰ ਤੇ ਕੁਛ ਲਿਖਿਆ ਕੁਛ ਨਹੀਂ।
ਉਹ ਤੇ ਕਹਿੰਦੇ ਨਹੀਂ ਆਪਣੇ ਮਾਂ ਪਿਓ ਨੂੰ ਸਹੀ ਕਰੋ, ਆਪਣੇ ਆਪਣੇ ਭੈਣਾਂ ਭਰਾਵਾਂ ਨੂੰ ਸਹੀ ਕਰੋ। ਕਹਿੰਦੇ ਪਹਿਲੀ ਗੱਲ ਤਾਂ ਤੂੰ ਖੁਦ ਸਹੀ ਹੋ ਜਾ, ਔਰ ਜਿੱਦਣ ਤੂੰ ਸਹੀ ਹੋ ਗਿਆ ਨਾ ਤਾਂ ਸੰਸਾਰ ਆਪੇ ਸਹੀ ਹੋ ਜਾ। ਸੰਸਾਰ 'ਚ ਕੋਈ ਨੁਕਸ ਹੈ ਵੀ ਨਹੀਂ। ਹਾਂਜੀ, ਅੱਗੇ ਚੱਲੀਏ ਨਜ਼ਰ ਸਾਹਿਬ। ਅੱਗੇ ਪੌੜੀ ਆ ਗਈ ਜੀ। पौड़ी नित जपीए सास गिरास नाव परवरदिगार दा। वो परवरदिगार जिन्हें सारी जिहड़ी हैगी ये कायनात जिहड़ी बनाई है मालक परमात्मा ने, और सारे नूं जिहड़ा हैगा पाल रहा है वो मालक। कहंदे उहदे नाल नित जपीए नाम जपना की हैगा? नाम जपना हैगा भी मालक नूं याद रखना अंग संग हमेशा। नित जपीए सास गिरास मालक ने आई तो दिता है अपन श्वास भी दे के भेजा होया। श्वास लै लेने उन्हें वापस खत्म हो जाना काम, श्वास मुक जाने अपने। और गिरास जिहड़ा हैगा वो मालक परमात्मा जिहड़ा हैगा आपां नूं सारा भोजन सारा दे रहा शरीर के वास्ते, जो भी चीज़ां दी नीड हैगी। कहंदे फिर ਜਿਹੜੇ ਕੰਮ ਭੇਜਿਆ ਉਹ ਕੰਮ ਤਾਂ ਕਰਨਾ ਨਾਲ 24 ਘੰਟੇ ਦਿੱਤੇ ਆ, ਤੇ ਥੋੜ੍ਹਾ ਜਿਹਾ ਉਹਦੇ ਵਿੱਚ ਜਿਹੜਾ ਹੈਗਾ ਉਹਦਾ ਦਸੌਂਤਾ ਕੱਢਣਾ, ਘੱਟ ਤੋਂ ਘੱਟ ਘੰਟੇ 2 ਘੰਟੇ ਦੀ ਭਗਤੀ ਤਾਂ ਰੱਖਣਾ, ਆਤਮ ਤੀਰਥ ਤੇ ਨਿਵਾਸ ਤਾਂ ਕਰਨਾ, ਪਤਾ ਤਾਂ ਲੱਗੇ ਮਨ ਨੂੰ, ਉਹਨੂੰ ਚਖਾ ਤਾਂ ਸਹੀ ਸਵਾਦ, ਕਿ ਬਸ ਖਾਲੀ ਮਾਇਆ ਦੇ ਜਿਹੜੇ ਹੈਗੇ ਇਹੀ ਜਿਹੜੇ ਹੈਗੇ ਸਵਾਦਾਂ ਦੇ ਵਿੱਚ ਹੀ ਉਹਨੂੰ ਉਲਝਾਈ ਰੱਖੇਗਾ। ਜਿਸ ਨੂੰ ਕਰੇ ਰਹਿਮ ਤਿਸ ਨਾ ਵਿਸਾਰਦਾ। ਆ ਮਾਲਕ ਪਰਮਾਤਮਾ ਦੀ ਮਿਹਰ ਆ, ਮਿਹਰ ਕਰ ਦਿੰਦਾ ਜਿਹਨੂੰ ਨਾ ਵਿਸਰੇ। ਬਸ ਜਿਹਨੂੰ ਮਾਲਕ ਹਮੇਸ਼ਾ ਯਾਦ ਰਹਿ ਗਏ, ਸਮਝ ਲਓ ਮਾਲਕ ਦੀ ਬਹੁਤ ਰਹਿਮਤ ਆ ਭਾਈ, ਬਹੁਤ ਰਹਿਮਤ ਆ। ਜਿਹਨੂੰ ਪਰਮੇਸ਼ਰ ਯਾਦ ਰਹਿੰਦਾ ਹੈ, ਮਾਲਕ ਅੰਗ ਸੰਗ ਜਿਹਦੇ ਵਿਚਰਦਾ ਹੈਗਾ, ਜਿਹਦਾ ਮਾਲਕ ਦੀ ਹਜ਼ੂਰੀ ਦੇ ਵਿੱਚ ਰਹਿੰਦਾ ਹੈ, ਕਹਿੰਦੇ ਉਹ ਤਾਂ ਭਾਈ ਬਹੁਤ 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 ਉਹਦੇ 'ਤੇ ਰਹਿਮਤ ਆ ਮਾਲਕ ਦੀ। ਆਪ ਪਾਵਨਹਾਰ ਆਪੇ ਹੀ ਮਾਰਦਾ। ਔਰ ਮਾਲਕ ਨੇ ਜਿਹੜਾ ਹੈਗਾ ਸਰੀਰ ਦਿੱਤਾ ਆ, ਪੈਦਾ ਕੀਤਾ ਆਪਾਂ ਨੂੰ, ਉਹਨੇ ਆਪ ਹੀ ਜਿਹੜਾ ਹੈਗਾ ਇਹ ਲੈ ਲੈਣਾ ਹੈ, ਸਰੀਰ ਖੋ ਲੈਣਾ ਹੈ ਭਾਈ, ਇਹ ਬਾਰੀ ਚਲੇ ਜਾਣੀ ਆ। ਸਭ ਕੁਛ ਜਾਣੇ ਜਾਣ ਬੁੱਝ ਵਿਚਾਰਦਾ। ਔਰ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਜਿਹੜਾ ਹੈਗਾ ਕਰਤਾ ਹੈਗਾ, ਉਹ ਜਿਹੜਾ ਹੈਗਾ ਉਹਨੂੰ ਕਹਿੰਦੇ ਆ ਅੰਤਰਜਾਮੀ, ਸਾਰਾ ਕੁਝ ਜਾਣਨ ਵਾਲਾ ਹੈ, ਆਪਣੇ ਅੰਦਰ ਦੀ ਵੀ ਜਾਣਨ ਵਾਲਾ ਹੈ। ਉਹ ਬਗੈਰ ਬੁੱਝੇ ਹੀ ਜਾਣ ਜਾਂਦਾ ਹੈ, ਬੁੱਝ ਵਿਚਾਰਦਾ। ਔਰ ਹਰੇਕ ਦੀ ਇੰਡੀਵਿਜੂਅਲ ਜਿਹੜੀ ਹੈਗੀ ਉਹਨੂੰ ਵਿਚਾਰਦਾ ਹੈ ਮਾਲਕ ਪਰਮਾਤਮਾ। ਹਰੇਕ ਜਿੰਨੇ ਵੀ ਪੈਦਾ ਕੀਤੇ ਆ ਉਹ ਸਾਰੇ ਦੀ ਸਾਰੀ ਰਚਨਾ ਜਿਹੜੀ ਹੈਗੀ ਆਪਣੀ ਕ੍ਰੀਏਸ਼ਨ ਜਿਹੜੀ ਹੈਗੀ ਉਹਨੂੰ ਦੇਖ ਰਿਹਾ ਹੈ, ਉਹਦੀ ਦੇਖਭਾਲ ਕਰ ਰਿਹਾ ਹੈ। ਅਨੇਕ ਰੂਪ ਖਿਨ ਮਾਹੇ ਕੁਦਰਤੇ ਧਾਰਦਾ। ਔਰ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਇੰਨੀ ਪਾਵਰ ਆ ਉਹਦੇ ਵਿੱਚ, ਅਨੇਕਾਂ ਹੀ ਰੂਪ ਜਿਹੜੇ ਖਿਨ ਦੇ ਵਿੱਚ ਜਿਹੜੇ ਹੈਗੇ ਧਰਤੀਆਂ, ਹੋਰ ਜਿਹੜੇ ਹੈਗੇ ਆ ਸੂਰਜ ਚੰਦ ਤਾਰੇ, ਔਰ ਜਿਹੜੇ ਹੈਗੇ ਪਾਣੀ ਪਹਾੜ, ਇਹ ਖਿਨ ਦੇ ਵਿੱਚ ਬਣਾ ਦਿੰਦਾ ਹੈ ਮਾਲਕ ਪਰਮਾਤਮਾ। ਜਿਸ ਨੂੰ ਲਾਏ ਸੱਚ ਤਿਸੇ ਉਦਾਰਦਾ। ਬਸ ਕੰਡੀਸ਼ਨ ਕੀ ਹੈਗੀ ਵੀ ਸੱਚ ਦੇ ਨਾਲ ਜਿਹੜਾ ਜੁੜ ਗਿਆ। ਸੱਚ ਕੀ ਹੈਗਾ? ਪੂਰੇ ਸਰੀਰ ਦੇ ਵਿੱਚ ਸੱਚ ਜਿਹੜਾ ਹੈਗਾ ਉਹ ਆਪਣੀ ਆਤਮਾ ਹੈਗੀ। ਬਸ ਜਿਸ ਨੂੰ ਲਾਏ ਸੱਚੇ ਤਿਸੇ ਉਦਾਰਦਾ, ਉਸੇ ਨੂੰ ਉਦਾਰਦਾ ਹੈ ਮਾਲਕ ਪਰਮਾਤਮਾ। ਭਾਈ ਆਹੀ ਕੰਡੀਸ਼ਨ ਆ, ਆਪਾਂ ਸੱਚ ਦੇ ਨਾਲ ਜੁੜਨਾ ਸਿੱਖੀਏ। ਜੇ ਸੱਚ ਨੂੰ ਜਿਹੜਾ ਹੈਗਾ ਆਪਣੇ ਜੀਵਨ ਦੇ ਵਿੱਚ ਲੈ ਆਵਾਂਗੇ ਤੇ ਬਸ ਗੇਮ ਚੇਂਜ ਹੋ ਜਾਏਗੀ ਭਾਈ। ਸੱਚ ਦੇ ਤਲ ਦੇ ਉੱਤੇ ਜੀਣਾ ਸਿੱਖੀਏ, ਸੱਚ ਦੇ ਨਾਲ ਹਮੇਸ਼ਾ ਜਿਹੜਾ ਹੈਗਾ, ਸੱਚ ਦੇ ਨਾਲ ਅੱਖਾਂ ਦੇ ਨਾਲ, ਕੰਨਾਂ ਦੇ ਨਾਲ, ਜੀਭ ਦੇ ਨਾਲ, ਸਾਰਾ ਜਿਹੜਾ ਹੈਗਾ ਸੱਚ ਦੇ ਨਾਲ ਜਿਹੜਾ ਹੈਗਾ ਆਪਾਂ ਡੀਲਿੰਗ ਕਰੀਏ। ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ। ਮਾਲਕ ਪਰਮਾਤਮਾ ਤਾਂ ਹਰੇਕ ਦੇ ਅੰਦਰ ਹੈ, ਉਹ ਤਾਂ ਅੰਦਰ ਹੀ ਹਰੇਕ ਦੇ ਬੈਠਾ ਹੈ। ਪਰ ਜਿਹੜਾ ਮਾਲਕ ਨੂੰ ਜਿਹੜਾ ਹੈਗਾ ਅੰਗ ਸੰਗ ਮਾਲਕ ਦੇ ਸੱਚ ਦੇ ਨਾਲ ਜੁੜ ਗਿਆ ਪਾਏ, ਉਹਦੇ ਵਾਲੇ ਆ ਮਾਲਕ ਪਰਮਾਤਮਾ। ਔਰ ਜਿਹੜਾ ਸ੍ਰਿਸ਼ਟੀ ਦਾ ਕਰਤਾ ਹੈਗਾ, ਜਿਹੜਾ ਉਹਦੇ ਨਾਲ ਜੁੜ ਗਿਆ ਪਾਏ, ਉਹ ਜਿਹੜਾ ਹੈਗਾ ਕਿਵੇਂ ਹਾਰ ਜਾਏਗਾ ਜੀਵਨ ਦੀ ਬਾਜੀ। ਸਦਾ ਅਪੱਗ ਦੀਵਾਨ ਹੈ, ਹਾਂ ਤਿਸ
ਨਮਸਕਾਰ ਦਾ। ਔਰ ਉਹ ਮਾਲਕ ਪਰਮਾਤਮਾ ਦਾ ਜਿਹਦੇ ਅੰਦਰ ਹਿਰਦੇ 'ਚ ਦੀਵਾਨ ਜਿਹੜਾ ਆਤਮ ਤੀਰਥ 'ਤੇ ਪਹੁੰਚ ਗਿਆ ਇਨਸਾਨ, ਕਹਿੰਦੇ ਉਹ ਤਾਂ ਅਪੱਗ ਹੈਗਾ, ਬਸ ਉਹ ਅਵਿਨਾਸੀ ਹੋ ਗਿਆ। ਉਹ ਕਹਿੰਦੇ ਉਹ ਇਨਸਾਨ ਜਿਹੜਾ ਹੈਗਾ, ਮਹਾਰਾਜ ਕਹਿੰਦੇ ਮੈਂ ਤਾਂ ਐਸੇ ਇਨਸਾਨ ਨੂੰ ਜਿਹਨੇ ਆਤਮ ਤਲ ਦੇ ਉੱਤੇ ਆਤਮ ਤੀਰਥ ਕਰ ਲਿਆ, ਜਿਹਦੇ ਅੰਦਰ ਆਤਮਾ ਪ੍ਰਗਟ ਹੋ ਗਈ, ਕਹਿੰਦੇ ਮੈਂ ਤਾਂ ਉਸ ਨੂੰ ਨਮਸਕਾਰ ਕਰਦਾ ਹਾਂ। ਐਸੇ ਇਨਸਾਨ ਨੂੰ ਜਿਹੜਾ ਮਨੁੱਖ ਜੂਨ 'ਚ ਆ ਕੇ ਔਰ ਆਪਣੀ ਜੂਨ ਉਹਦਾ ਮਨੁੱਖ ਜੂਨ ਦਾ ਫਲ ਜਿਹਨੇ ਪ੍ਰਾਪਤ ਕਰ ਲਿਆ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਫਿਰ ਪਹਿਲੀ ਗੱਲ ਤੇ ਉਹ ਕਹ ਰਹੇ ਨਿਤ ਜਪੀਏ ਸਾਸ ਗਰਾਸ ਨਾ ਪਰਵਤਕਾਰ ਦਾ। ਹੁਣ ਇੱਥੇ ਬੜੀ ਇੱਕ ਕਨਫਿਊਜ਼ਨ ਕ੍ਰੀਏਟ ਹੋ ਗਈ ਹੈ। ਮੈਨੂੰ ਬਹੁਤ ਸਾਰੇ ਲੋਕ ਮਿਲੇ ਜਿਹੜੇ ਕਹਿੰਦੇ ਨੇ ਕਿ ਸਾਹ ਅੰਦਰ ਖਿੱਚੋ ਤੇ ਸਾਹ ਬਾਹਰ ਕੱਢੋ। ਉਹ ਵਿਚਾਰੇ ਬੜੇ ਕਨਫਿਊਜ਼ਡ ਹੋਏ ਆ। ਕਿੰਨੇ ਉਹਨਾਂ ਨੇ ਸਾਲ ਬਰਬਾਦ ਕਰ ਲਏ। ਬਿਲਕੁਲ ਸਹੀ ਗੱਲ ਹੈ ਗੋਰਖੀ ਸਾਹਿਬ, ਬਿਲਕੁਲ ਸਹੀ ਗੱਲ ਹੈ। ਕਈ ਜਿਹੜੇ ਹੈਗੇ ਐਸੇ ਕਲਟ ਹੈਗੇ ਜਿਹੜੇ ਐਸੇ ਤਰੀਕੇ ਨਾਲ ਕਰਦੇ ਆ, ਔਰ ਉਹ ਤਾਂ ਉਹਨੂੰ ਛੱਡਣ ਨੂੰ ਤਿਆਰ ਹੀ ਨਹੀਂ ਹੁੰਦੇ। ਬਸ ਉਹ ਸੁਣਨ ਦੇ ਵਿੱਚ ਜਾਣਾ ਚਾਹੁੰਦੇ ਹੀ ਨਹੀਂ ਹੈਗੇ ਗੋਰਖੀ ਸਾਹਿਬ, ਉਸ ਤੋਂ ਅੱਗੇ ਵਧਣਾ ਹੀ ਨਹੀਂ ਚਾਹੁੰਦੇ। ਬਸ ਮੈਂ ਉਹਨਾਂ ਨੂੰ ਇਹ ਸਮਝਾਇਆ ਕਿ ਦੇਖੋ ਇਹ ਸੁਹਾਗ ਗਰਾਸ ਦਾ ਮਤਲਬ ਇਹੋ ਹੀ ਕਿਹਾ ਉਹਨਾਂ ਨੇ ਕਿ ਤੇਰਾ ਧਿਆਨ ਜਿਹੜਾ ਨਾ ਅੰਦਰ ਰਵੇ ਆਤਮਾ ਚ। ਏਦਾਂ ਥੋੜੀ ਕਿ ਤੂੰ ਸਾਹ ਨੂੰ ਫੜ ਕੇ ਬਹੇਂਗਾ ਤੇ ਅੰਦਰ ਖਿੱਚੇ ਸਾਹ ਬਾਹਰ ਕੱਢੇ। ਇੱਥੇ ਇੱਕ ਹੋਰ ਬਾਬਾ ਜੀ ਹੈਗੇ ਆ, ਇੱਕ ਹਿੰਦੂ ਧਰਮ ਦੇ ਹੈਗੇ ਨੇ, ਉਹਨੇ ਵੀ ਬੜੀ ਦੁਨੀਆ ਪਿੱਛੇ ਲਾਈ ਹੈ। ਉਹ ਬਸ ਉਹ ਖੜਦਾ ਉੱਥੇ ਲੋਕਾਂ ਨੂੰ 15-15 20 ਦਿਨ ਰੱਖਦਾ ਹੈ। ਕਹਿੰਦਾ ਮੋਬਾਇਲ ਇੱਥੇ ਰੱਖ ਦੋ ਜੀ, ਇਹ ਕਰੋ ਉਹ ਕਰੋ, ਇੱਥੇ ਪਾਓ, ਤੁਹਾਡਾ ਮਨ ਇਕਾਗਰ ਕਰ ਦਾਂਗਾ। ਬਥੇਰੇ ਮਿਲੇ ਮੈਨੂੰ। ਬਟ ਦੇਖੋ ਇਹ ਕੋਈ ਵਿਸ਼ੇ ਥੋੜੀ ਹੈਗੇ। ਏਦਾਂ ਕੀ ਕਰੋਗੇ ਤੁਸੀਂ 10-20 ਦਿਨ ਮੋਬਾਇਲ ਬੰਦ ਕਰ ਦੋਗੇ ਤੇ ਸੱਚੀ ਤੁਸੀਂ ਆਤਮਾ ਗਿਆਨੀ ਹੋ ਜਾਓਗੇ। ਸਾਹ ਵੇਖਣੇ ਸ਼ੁਰੂ ਕਰ ਦੋ ਤਾਂ ਉਹਦਾ ਸਾਹ ਜਾਂਦਾ। ਇਹ ਕੋਈ ਵਿਸ਼ਾ ਥੋੜੀ ਹੈਗਾ। ਇਹ ਅਸਲ ਦੇ ਵਿੱਚ ਦੇਖੋ ਇੱਥੇ ਕੋਈ ਚਲਾਕੀ ਨਹੀਂ ਹੈਗੀ। ਇਹ ਲੋਕਾਂ ਨੂੰ ਇਹੋ ਚੀਜ਼ ਸਮਝਣ ਦੀ ਲੋੜ ਆ। ਇਹ ਨਿੱਜਤ ਸਾਹਿਬ, ਇਟ ਇਜ਼ ਵੈਰੀ ਸਿੰਪਲ। ਇਹ ਪ੍ਰਮਾਤਮਾ ਦੀ ਦਾਤ ਆ। ਬਿਲਕੁਲ ਸਹੀ ਗੱਲ ਹੈ। ਤੁਸੀਂ ਸਵਾਸਾਂ ਦੇ ਨਾਲ ਕੋਈ ਲੈਣਾ ਦੇਣਾ ਥੋੜੀ ਹੋਗਾ ਵਾ। ਉਹ ਜੇ ਜਸਟ ਇਹਨਾਂ ਲੋਕਾਂ ਨੇ ਦੁਕਾਨ ਬਣਾਈ ਆ। ਹੁਣ ਇੱਥੇ ਰਾਧਾ ਸਵਾਮੀ ਜਿਹੜੇ 5 ਨਾਮ ਦੇਈ ਜਾਂਦੇ ਆ। ਇਹ ਅੱਖਰਾਂ ਚ ਥੋੜੀ ਆਤਮਾ ਦਾ ਗਿਆਨ ਹੈਗਾ। ਨਾ ਬਿਲਕੁਲ ਨਹੀਂ ਜੀ। ਇਹ ਤਾਂ ਵਿਚਾਰ ਬੰਦ ਕਰੋ ਤੇ ਆਤਮ ਤੀਰਥ ਕਰ ਲਓ। ਹੋਰ ਗੱਲ ਕੀ ਹੈਗੀ ਆ ਗੋਰਖੀ ਸਾਹਿਬ? ਇੱਥੇ ਪਤਾ ਕੀ ਹੁੰਦਾ, ਦੇਖੋ ਉਹ ਕਹਿੰਦੇ ਬੁੱਲ ਨਾ ਹਿੱਲਣ ਤੇ ਜ਼ੁਬਾਨ ਨਾ ਫੜਕੇ। ਇਹ ਜ਼ੁਬਾਨ ਨਾ ਹਿੱਲੇ ਬੁੱਲ ਨਾ ਫੜਕਣ, ਉਹੀ ਪਾਕ ਨਮਾਜੇ ਸੋਈ। ਬੁੱਲਾ ਸ਼ਾਹ ਕਹਿ ਰਿਹਾ। ਬੁੱਲਾ ਫਕੀਰ ਹੋਇਆ। ਪਤਾ ਕੀ ਹੁੰਦਾ, ਇਹ ਅੱਖਰਾਂ ਚ ਕੁਛ ਵੀ ਨਹੀਂ ਹੈਗਾ। ਉਹ ਅੱਖਰਾਂ ਤੋਂ ਅੱਗੇ ਜਾਣਾ ਹੈ ਆਪਾਂ। ਅੱਖਰਾਂ ਦਾ ਵਿਸ਼ਾ ਹੀ ਨਹੀਂ ਹੈ ਪਰਮਾਤਮਾ। ਪਰਮਾਤਮਾ ਚੁੱਪ ਦਾ ਵਿਸ਼ਾ ਹੈ। ਬਾਣੀ ਤਾਂ ਕਹਿ ਰਹੀ ਹੈ ਭਾਈ, ਚੁੱਪ ਹੋ ਜਾਓ ਤੇ हाँ बाणी तो कह रही है भाई ये अक्षर खिर जाएंगे, वो अक्षर इनमें ना है ही नहीं वो अक्षर तो। हाँ तो पर फिर ये कित्थों दुकान चलाई जाते हैं। इन्ना ज्यादा ब्रांडिंग, इन्ना ज्यादा प्रचार कर देंगे। जिद्दां वेख्या तुसीं सड़क ते जांदे आ, जदों हाई बीम लाइट मारदा ना अगला ते दिखदा ही कुछ नहीं सड़क ते। कई वार वेख्या वैल्डिंग करदिआं नूं वो स्पार्क जिहा निकलदा, दिखदा ही कुछ नहीं। 2 मिनट 4 मिनट अखां एकदम धुंधला जांदियां। इसे तरह ये लोग ऐसा प्रचार करते ऐसियां कहानियां ते वो गपौड़ी बैठे लोग ठग। ठग ही कहना, बाणी च भी क्या कबीर साहब ने हर के संत ना आखिए बनारस के ठग। ये हर के संत ना आखिए बनारस के ठग। हाँ ये संत नहीं है भई, बनारस के ठग है। हुण देखो ठग ते इत्थे भी बथेरे ने। हुण इत्थे अपने पंजाब च ठगां दी कमी। ਤੁਸੀਂ ਕੋਈ ਵੀ ਗੁਰਦੁਆਰਾ ਫੜ ਕੇ ਵੇਖ ਲਓ, 400-500 ਕਿੱਲਾ ਪੈਲੀ ਉਹਦੇ ਨਾਂ ਤੇ ਹੋ। ਮੁੜ ਕੇ ਫਿਰ ਆਪ ਜਸਟ ਸੋਚੋ। ਹਾਂ ਗੋਰਖੀ ਸਾਹਿਬ ਇੱਕ ਚੀਜ਼ ਮੈਂ ਕਿਤੇ ਲੈ ਕੇ ਵਿਸ਼ੇ ਨੂੰ ਇੱਕ ਚੀਜ਼ ਦੱਸਣਾ ਚਾਹੁੰਦਾ ਹੈ ਕਿ ਬਈ ਇਹ ਵੀ ਠੀਕ ਹੈ ਜੇ ਸਟਾਰਟਿੰਗ ਜੇ ਆਪਾਂ ਕਰ ਰਹੇ ਹਾਂ ਨਾ ਸਾਸ ਗਿਰਾਸ ਦੇ ਨਾਲ ਕਰ ਰਹੇ ਹਾਂ ਜਾਂ ਹੋਰ ਜਿਹੜਾ ਹੈਗਾ ਕਰ ਰਹੇ ਹਾਂ, ਆਖਰੀ ਦੇ ਵਿੱਚ ਜਿਹੜਾ ਇਸ ਤੋਂ ਅੱਗੇ ਸ਼ਿਫਟ ਹੋਣਾ ਹੈ ਨਾ, ਉਹ ਜਿਹੜਾ ਹੈ ਸੁਣਨ ਦੇ ਵਿੱਚ ਸ਼ਿਫਟ ਹੋਣਾ ਹੈ। ਘੱਟ ਤੋਂ ਘੱਟ ਉਹ ਵੀ ਤਾਂ ਨਾਲ ਲਾ ਦਿਓ ਨਾ ਇਹਦੇ।
ਤਾਂ ਗੱਲ ਬਣ ਜੇ ਤੁਹਾਡੀ। ਨਿੱਜਰ ਸਾਹਿਬ ਇਹ ਪਹਿਲੀ ਇਹ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਵਿਸ਼ਾ ਹੈ ਨਾ, ਇਹ ਵਿਸ਼ਾ ਹੈਗਾ ਬੜਾ ਟੈਕਨੀਕਲ। ਇਹ ਟੈਕਨੀਕਲ ਵਿਸ਼ਾ ਹੈ ਤੇ ਲੋਕ ਜੜ ਦੇ ਨਾਲ ਬੰਦੇ ਨੂੰ ਜੋੜਨ ਫਿਰਦੇ ਨੇ। ਜਿਵੇਂ ਮਾਈਕ ਬੰਦ ਕਰੇ, 1 ਮਿੰਟ ਹੀ ਲਵਾਂਗਾ ਬਸ। ਇਹ ਕੀ ਕਰਦੇ ਨੇ, ਦੇਖੋ ਛੋਟੇ ਬੱਚੇ ਲਈ 1 ਲੱਖ ਕਿਤਾਬ ਹੈ, ਉਸ ਤੋਂ ਵੱਡਾ ਬੱਚਾ ਉਹਦੇ ਲਈ ਅਲੱਗ ਕਿਤਾਬ। ਜਿਵੇਂ ਜਿਵੇਂ ਬੱਚੇ ਦੀਆਂ ਕਲਾਸਾਂ ਬਦਲਦੀਆਂ ਉਹਦੀਆਂ ਕਿਤਾਬਾਂ ਬਦਲ। ਆਖਰ ਦੇ ਵਿੱਚ ਤੁਹਾਨੂੰ ਜਪਣ ਦੀ ਲੋੜ ਨਹੀਂ। ਦੇਖੋ ਇਹ 3-4 ਕਿਸਮ ਦਾ ਤੇ ਜਾਪ ਹੈਗਾ। ਪਹਿਲਾਂ ਆਪਾਂ ਕੀਰਤਨ ਸੁਣਦੇ ਹਾਂ, ਮੁੜ ਕੇ ਉਸ ਤੋਂ ਬਾਅਦ ਥੋੜਾ ਗਿਆਨ ਹੈਗਾ। ਜੇ ਭਾਸ਼ਾ ਆਉਂਦੀ ਹੈ ਤਾਂ ਆਪਾਂ ਸ਼ਬਦ ਬਾਣੀ ਪੜ੍ਹਦੇ ਹਾਂ, ਫਿਰ ਬਾਣੀ ਸੁਣਦੇ ਹਾਂ। ਉਸ ਤੋਂ ਵੀ ਅੱਗੇ ਜੇ ਕਿਸੇ ਨੂੰ ਕੀਰਤਨ ਆਉਂਦਾ ਤੇ ਕੀਰਤਨ ਵੀ ਗਾਉਂਦੇ ਲੋਕੀ। ਫਿਰ ਆਪਾਂ ਮੂੰਹ ਨਾਲ ਬੋਲ ਕੇ ਜਾਪ ਕਰਦੇ ਹਾਂ, ਮੂੰਹ ਨਾਲ ਬੋਲ ਕੇ ਫਿਰ ਆਪਾਂ ਬਿਨਾਂ ਆਵਾਜ਼ ਤੋਂ ਜਾਪ ਕਰਦੇ ਹਾਂ। ਫਿਰ ਹੋਰ ਕਰਦੇ ਹਾਂ ਕਿ ਆਪਾਂ ਮੂੰਹ ਵੀ ਨਹੀਂ ਹਿਲਾਉਂਦੇ, ਜ਼ੁਬਾਨ ਵੀ ਲਾਉਂਦੇ, ਫਿਰ ਵੀ ਜਾਪ ਕਰਦੇ ਹਾਂ। ਤੇ ਇਸ ਤੋਂ ਵੀ ਅੱਗੇ ਜਾਣਾ ਹੁੰਦਾ। ਆਖ ਤੇ ਜਿਹੜਾ ਜਾਪ ਹੈਗਾ ਉਹ ਆਤਮਾ ਦਾ ਗਿਆਨ ਹੀ ਤੇ ਮੇਨ ਹੈ। ਜਦ ਤੱਕ ਕੋਈ ਆਤਮਾ ਨੂੰ ਨਹੀਂ ਜਾਣਦਾ ਨਾ, ਉਹਨਾਂ ਜਦ ਤੱਕ ਜੀਵਨ ਦਾ ਤੇ ਊੜਾ ਨਹੀਂ ਤੁਹਾਨੂੰ ਪਤਾ ਲੱਗਣਾ। ਜੀਵਨ ਦਾ ਗਿਆਨ ਆਤਮਾ ਗਿਆਨ ਹੋਣ ਤੋਂ ਬਾਅਦ ਹੀ ਪਤਾ ਲੱਗਣਾ ਹੈ। ਅਜੇ ਤੱਕ ਜਿਹੜਾ ਆ ਬੰਦਾ ਸੋਚਦਾ ਨਾ ਕਿ ਆਹ ਸਹੀ ਆ ਆਹ ਗਲਤ ਆ, ਇਹ ਚੋਣ ਦਾ ਵਿਸ਼ਾ ਨਹੀਂ ਜੇ ਹੈਗਾ। ਆਤਮਾ ਦੇ ਵਿੱਚ ਗਲਤ ਹੈ ਹੀ ਨਹੀਂ। ਤੁਸੀਂ ਏਦਾਂ ਤੇ ਚੋਣ ਕਰਦੇ ਜੋ ਨਾ, ਆਪ ਸਮਝੋ ਪਲੀਜ਼, ਗਹਿਰੀ ਗੱਲ ਹੈ। ਇਹ ਜਿਹੜੀ ਚੋਣ ਕਰ ਰਹੀ ਹੈ ਤੁਹਾਡੀ ਬੁੱਧੀ ਕਰ ਰਹੀ ਹੈ, ਪਰ ਆਤਮ ਗਿਆਨੀ ਦੀ ਜਿਹੜੀ ਬੁੱਧੀ ਹੈ ਨਾ, ਉਹ ਬੁੱਧੀ ਨਹੀਂ ਕੰਮ ਕਰਦੀ, ਉਹ ਸਿੱਧਾ ਆਤਮਾ ਤੋਂ ਸਹੀ ਕੰਮ ਹੁੰਦਾ ਹੈ। ਉੱਥੇ ਸਵਾਰਥ ਹੈ ਹੀ ਨਹੀਂ, ਸੈਲਫਿਸ਼ ਥੋੜੀ ਹੁੰਦਾ ਹੈ ਬ੍ਰਹਮ ਗਿਆਨੀ ਬਿਲਕੁਲ ਹੀ ਉਹਦਾ ਲੈਣਾ ਦੇਣਾ ਹੀ ਨਹੀਂ ਕੁਛ। ਉਹ ਬ੍ਰਹਮ ਗਿਆਨੀ ਬੰਦਾ ਥੋੜੀ ਰਹਿ ਗਿਆ, ਉਹ ਬ੍ਰਹਮ ਹੋ ਗਿਆ। ਸੰਸਾਰ ਦੇ ਵਿੱਚ ਰਹਿੰਦਾ ਇੱਥੇ ਹੀ ਹੈ ਤੇ ਉਹਨੂੰ ਡਾਂਗ ਮਾਰੋ ਦਰਦ ਹੋਣੀ ਹੈ, ਉਹਦੀ ਬਾਂਹ ਤੇ ਕਿਰਪਾਨ ਮਾਰੋ ਤੇ ਲਹੂ ਵੀ ਨਿਕਲੇਗਾ। ਕੋਈ ਇਹ ਨਹੀਂ ਕਿ ਉਹਨੂੰ ਸਰੀਰ ਦੇ ਵਿੱਚ ਕੋਈ ਮਤਲਬ ਸੱਟ ਨਹੀਂ ਲੱਗਣੀ, ਕਸ਼ਟ ਤੇ ਹੋਣਾ ਹੀ, ਉਹਨਾਂ ਨੂੰ ਦਰਦ ਵੀ ਹੋਏਗਾ। ਪਰ ਉਹ ਬੰਦਾ ਜਿਹੜਾ ਵਾ ਉਹ ਇੰਨੀ ਜ਼ਿਆਦਾ એનર્ਜੀ ਦੇ ਨਾਲ ਜੁੜ ਚੁੱਕਿਆ ਹੈ ਜਿੱਥੇ ਕੇਵਲ ਪਰਮ ਚੇਤਨਾ ਹੈ, ਜਾਗ ਗਿਆ ਹੈ ਅੰਦਰੋਂ। ਆਪਾਂ ਕਿੱਥੇ ਜਾਗੇ ਆ? ਆਪਾਂ ਤੇ ਸੁੱਤੇ ਆ। ਸਾਡੇ ਚਿੱਤ ਦੇ ਉੱਤੇ ਮੱਖੀਆਂ ਜਿੱਦਾਂ ਭਿਣਕ ਕਰ ਰਹੇ ਨੇ, ਵਿਚਾਰ ਭਿਣਕ ਕਰਦੇ ਨੇ। ਚਿੱਤ ਨੂੰ ਤੇ ਕਵਰ ਕੀਤਾ ਹੈ। ਹੁਣ ਜਦੋਂ ਚਿੱਤ ਨੂੰ ਕਵਰ ਕੀਤਾ ਹੈ ਤੇ ਮਨ ਵਿਚਾਰਾ ਕੀ ਕਰੇ? ਮਨ ਉਹ ਮੱਖੀਆਂ ਵੇਖੀ ਜਾਂਦੇ ਆ ਵਿਚਾਰਾਂ ਦੀਆਂ। ਹੁਣ ਜਦੋਂ ਜਿਹੜੀਆਂ ਚੀਜ਼ਾਂ ਵੇਖੂਗਾ ਉਹ ਉਹੀ ਉਹਨੂੰ ਨਜ਼ਰ ਆਉਣੀ ਆ। ਹੁਣ ਜਿਹੜੀ ਚੀਜ਼ ਤੁਹਾਡੇ ਕੋਲ ਹੈ ਹੀ ਨਹੀਂ ਹੈ ਨਹੀਂ ਮਤਲਬ ਤੁਹਾਡੇ ਕੋਲ ਹੈਗੀ ਆ ਪਰ ਥੱਲੇ ਲੁਕੀ ਹੈ, ਤੇ ਉਹਦੇ ਬਾਰੇ ਉਹ ਮਨ ਕਿੱਥੋਂ ਜਾਣੂਗਾ? ਮਨ ਤੇ ਉਦੋਂ ਜਾਣੂਗਾ ਜਦੋਂ ਉਹ ਮੱਖੀਆਂ ਤੋਂ ਇਲਾਵਾ ਵੀ ਕੋਈ ਸਤਾ ਦੇਖੇਗਾ, ਔਰ ਜਿੱਦਣ ਉਹ ਦੇਖ ਲੇਗਾ ਉਦਣ ਹੀ ਕੰਮ ਬਣ ਜਾਏ। ਠੀਕ ਹੈ, ਜੱਤੀਏ ਨਿਤ ਜਪੀਏ ਸਾਸ ਤੇ ਗਰਾਸ, ਉਸ ਪ੍ਰਮਾਤਮਾ ਦਾ ਨਾਮ ਜਪਣਾ ਹੈ ਜੀ। ਨਿਤ ਦਾ ਮਤਲਬ ਹਰ ਵੇਲੇ ਜਪਣ ਦੀ ਲੋੜ ਨਹੀਂ ਹੁੰਦੀ। ਕਈ ਲੋਕ ਹੱਥ 'ਚ ਮਾਲਾ ਫੜੀ ਫਿਰਦੇ ਆ, ਵੈਗਰੂ 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 ਕਰੀ ਜਾਂਦੇ ਆ, ਉਧਰ ਰੋਟੀਆਂ ਵੀ ਬਣਾਈ ਜਾਂਦੇ ਆ, ਉਧਰੋਂ ਚਾਹ ਪੀ ਜਾਂਦੇ ਆ, ਉਧਰੋਂ ਪਾਣੀ ਵਰਤਾਈ ਜਾਂਦੇ ਆ। ਦੇਖੋ ਪਰਮਾਤਮਾ ਇਹ ਬਿਲਕੁਲ ਹੀ ਏਦਾਂ ਕਰਨ ਦੇ ਨਾਲ ਹੀ ਜੇ ਮਿਲਣਾ। ਉਸ ਟਾਈਮ ਤੇ ਤੁਸੀਂ ਜੋ ਕੰਮ ਕਰ ਰਹੇ ਜੋ ਉਹ ਕੰਮ 'ਚ ਧਿਆਨ ਦੇਣਾ ਹੈ। ਇਹੋ ਹੀ ਭਗਤੀ ਹੈ। ਮਨ ਤੇ ਅੱਗੇ ਬੜਾ ਖਰਾਬ ਹੈ, 3-3 4-4 ਤੁਸੀਂ ਕੰਮ ਕੀਤੇ ਨੇ, ਹੁਣ ਮਨ ਇੰਨਾ ਖੰਡਿਤ ਹੋ ਚੁੱਕਿਆ ਵਾ, ਉਹ ਸਾਰਾ ਤੁਸੀਂ ਆਟੋ ਪਾਇਲਟ ਤੋਂ ਕੰਮ ਕਰਾ ਰਹੇ ਜੋ। ਸਬ ਕੌਨਸ਼ੀਅਸ ਮਾਈਂਡ 'ਚ ਡਾਟਾ ਭਰਿਆ ਹੋਇਆ ਤੇ ਉਹ ਬਸ ਤੁਸੀਂ ਉਹਨੂੰ ਸਵਿਚ ਆਨ ਕਰਦੇ। ਬੜਾ ਕੰਫਰਟੇਬਲ ਹੈ ਨਾ। ਕੌਨਸ਼ੀਅਸ ਮਾਈਂਡ ਨਾਲ ਕੰਮ ਕਰਨਾ ਬੜਾ ਔਖਾ ਹੈ, ਕਿਉਂਕਿ ਕੌਨਸ਼ੀਅਸ ਮਾਈਂਡ ਮਤਲਬ ਹਰ ਕੰਮ ਨੂੰ ਸੁਚੇਤ ਹੋ ਕੇ ਕਰਨਾ ਹੈ। ਅਨਕੌਨਸ਼ੀਅਸ ਮਾਈਂਡ ਜਿਹੜਾ ਹੁੰਦਾ ਉਹ ਤੁਹਾਡੇ ਤੋਂ ਵਧੀਆ ਗੱਡੀ ਚਲਾ ਲੈਂਦਾ, ਕਿਉਂਕਿ ਉਹਦੇ ਡਾਟਾ ਹੁੰਦਾ ਸਾਰਾ। ਤੇ ਇਹ ਜਿਹੜਾ ਆਪਾਂ ਸਬ ਕੌਨਸ਼ੀਅਸ ਮਾਈਂਡ ਤੋਂ ਕੰਮ ਕਰਾਉਣਾ ਵਾ, ਜਿਹੜਾ ਅਰਥ ਚੇਤਨ ਮਨ ਹੈ, ਜਿੰਨੇ ਤੁਹਾਡੀ ਜ਼ਿੰਦਗੀ ਨੂੰ ਆਪਰੇਟ ਕਰਨਾ, ਉਹ ਮਸ਼ੀਨ ਆ। ਉਹ ਕੇਵਲ ਸਾਨੂੰ ਇਸ ਲਈ ਦਿੱਤੀ ਆ ਕਿ ਸਾਡਾ ਜੀਵਨ ਥੋੜਾ ਜਿਹਾ ਸਰਲ ਹੋ ਜਾਏ। ਪਰ ਆਪਾਂ ਐਡੇ ਸ਼ਦਾਈ ਹੈਗੇ ਆ, ਆਪਾਂ ਸਾਰਾ ਕੁਝ ਉਹ ਤੋਂ ਕਰਾ ਲੈਂਦੇ ਹਾਂ। ਐਡੇ ਮੂਰਖ ਆ ਆਪਾਂ। ਮੂਰਖ ਹੀ ਕਹਿ ਸਕਦਾ ਮੈਂ, ਆਪਾਂ ਬਹੁਤੇ ਸਿਆਣੇ ਨਹੀਂ ਹੈਗੇ। ਤੁਸੀਂ ਵੇਖੋ, ਤੁਸੀਂ ਜਦੋਂ ਲੜਾਈ ਕਰਦੇ ਜੋ, ਉਹ ਤੁਹਾਡਾ ਜਿਹੜਾ ਅਰਥ ਚੇਤਨ ਮਨ ਆ, ਸਬ ਕੌਨਸ਼ੀਅਸ ਮਾਈਂਡ ਤੁਹਾਡੀ ਲੜਾਈ ਕਰ ਰਿਹਾ। ਪੁਰਾਣੀਆਂ ਗੱਲਾਂ ਰੁਕ ਹੈਗੀਆਂ ਨੇ, ਉਹ ਪੁਰਾਣਾ ਡਾਟਾ ਫਾਈਲਾਂ ਕੱਢ ਕੇ ਬਸ ਉਹਦੇ ਬੇਸ ਤੇ ਫਾਈਟ ਕਰ ਦਿੰਦਾ।
ਜਿੱਦਾਂ ਸ਼ੇਅਰ ਮਾਰਕੀਟ ਦੇ ਵਿੱਚ ਸੌਫਟਵੇਅਰ ਆਏ ਨਾ, ਅੱਜ ਕੱਲ੍ਹ ਕੰਪਿਊਟਰ ਆਇਆ, ਉਹ ਸ਼ੇਅਰ ਮਾਰਕੀਟ ਦੇ ਪਿੱਛੇ ਇਤਿਹਾਸ ਵੇਖ ਲੈਂਦੇ ਆ, ਕਿਹੜਾ ਉੱਪਰ ਗਿਆ ਥੱਲੇ ਗਿਆ, ਫਿਰ ਉਹਦੇ ਹਿਸਾਬ ਨਾਲ ਤੁਹਾਨੂੰ ਆਈਡੀਆ ਦੇ ਦਿੰਦੀ ਮਸ਼ੀਨ ਵੀ ਇਹ ਜਿਹੜਾ ਸ਼ੇਅਰ ਆ ਇਹ ਲੈ ਲੈ। ਉਹ ਤਾਂ ਮਸ਼ੀਨ ਹੈ, ਬਟ ਹਿਊਮਨ ਮਾਈਂਡ ਤੇ ਹਿਊਮਨ ਮਾਈਂਡ ਹੁੰਦਾ ਨਾ। ਪਰ ਆਪਾਂ ਤੇ ਬੇਹੋਸ਼ ਹੈਗੇ ਆ, ਆਪਾਂ ਤੇ ਹੋਸ਼ 'ਚ ਨਹੀਂ ਹੈਗੇ। ਇਸੇ ਕਰਕੇ ਆਪਣਾ ਜੀਵਨ ਜਿਹੜਾ ਨਾ ਉਦਾਸ ਹੋ ਜਾਂਦਾ, ਬੰਦੇ ਨੂੰ ਡਿਪਰੈਸ਼ਨ ਹੋ ਗਿਆ, ਐਂਗਜ਼ਾਇਟੀ ਹੋ ਗਈ। ਉਦਾਸ ਕਿਉਂ? ਬੰਦਾ ਬੋਰ ਕਿਉਂ ਹੋ ਗਿਆ? ਉਦਾਸੀ ਕਿਉਂ ਆ ਗਈ ਜੀਵਨ 'ਚ? ਕਿਉਂਕਿ ਆਪਾਂ ਸਾਰਾ ਕੁਝ ਇਹਨੂੰ ਦੇ ਦਿੱਤਾ ਹੈ ਕਰਨ ਵਾਸਤੇ। ਮਸ਼ੀਨ ਹੈਗੇ ਆਪਾਂ ਤੇ ਜਾਣਦੇ ਵੀ ਨਹੀਂ। ਆਪਾਂ ਜੋ ਸੋਚਦੇ ਆ, ਮੇਰੇ ਘਰੇ ਜੋ ਬੱਚੇ ਨੇ, ਮੇਰੀ ਪਤਨੀ, ਮੇਰਾ ਮਾਂ-ਬਾਪ, ਉਹ ਬਸ ਉਹੀ ਨੇ। ਉਹ ਉਦਾਂ ਦਾ ਕੁਛ ਵੀ ਨਹੀਂ ਹੈਗਾ। ਸਾਰੇ ਤੇ ਬਦਲ ਜਾ ਰਹੇ ਨੇ, ਆਪਾਂ ਵੀ ਬਦਲ ਰਹੇ ਹਾਂ। ਮੈਂ ਵੇਖਣ ਦੀ ਜ਼ਿੰਦਗੀ ਬਹੁਤ ਫਾਸਟ ਲੰਘਦੀ ਹੈ। ਇਸ ਕਰਕੇ ਇਹਨਾਂ ਨੂੰ ਇਹ ਨਾ ਸੋਚੋ ਕਿ ਫਾਰ ਗਰੰਟਡ ਕੀ ਹੈ ਬਈ ਬਸ ਉਹ ਮੇਰਾ ਜੀਵਨ ਸਾਥੀ ਹੈ, ਮੇਰਾ ਧੀ ਪੁੱਤ ਹੈ, ਤੇ ਜੋ ਵੀ ਮੇਰੀ ਕੁੜੀ ਹੈ ਬਸ ਕਰ ਖਤਮ। ਉਹਨੂੰ ਪ੍ਰੈਕਟੀਕਲੀ ਉਹਨੂੰ ਦੇਖੋ। ਉਹ ਇਨਸਾਨ ਨਹੀਂ ਹੈ। ਇਨਸਾਨ ਹਰ ਪਲ ਬਦਲ ਰਿਹਾ ਹੈ। ਇਹੋ ਤੇ ਜ਼ਿੰਦਗੀ ਦਾ ਫਲੋ ਹੈ। ਆਪ ਵੇਖੋ, ਜਿਹੜਾ ਤੁਹਾਡੇ ਘਰ ਰੁੱਖ ਲੱਗਾ ਹੈ ਜਾਂ ਕੋਈ ਪੌਦਾ ਲਾਇਆ, ਜੋ ਉਹਦੇ ਪੱਤੇ ਵੇਖੋ ਪੁਰਾਣੇ ਝੜੀ ਜਾਂਦੇ ਤੇ ਨਵੇਂ ਆਈ ਜਾਂਦੇ। ਇਸੇ ਤਰ੍ਹਾਂ ਸਾਡਾ ਜੀਵਨ ਜਿਹੜਾ ਫਲੋ ਆ, ਉਹ ਕੋਈ ਫਿਕਸ ਨਹੀਂ ਹੈਗਾ। ਪਰ ਕੀ ਆਪਾਂ ਸੋਚਦੇ ਹਾਂ ਫਿਕਸ ਆ, ਪਰ ਵੇਖੋ ਕਈ ਡਾਣੀਆਂ, ਕੋਈ ਇਹਨੂੰ ਚੱਲ ਜਾਂਦੀ, ਕੋਈ ਇਹਨੂੰ ਚੱਲ ਜਾਂਦੀ। ਹਰ ਦਿਨ ਉਹਦੇ 'ਚ ਪ੍ਰੋਗਰੈਸ ਹੋ ਰਹੀ ਹੈ। ਇਸੇ ਤਰ੍ਹਾਂ ਸਾਡੇ ਅੰਦਰ ਵੀ ਪ੍ਰੋਗਰੈਸ ਹੋ ਰਹੀ ਹੈ। ਸਾਡੇ ਅੰਦਰ ਪ੍ਰੋਗਰੈਸ ਹੋ ਰਹੀ ਹੈ, ਸਾਡੇ ਅੰਦਰ ਬਦਲਾਅ ਹੋ ਰਿਹਾ। ਕਈ ਵਾਰੀ ਏਦਾਂ ਦਾ ਬਦਲਾਅ ਹੁੰਦਾ ਕਿ ਸਾਨੂੰ ਜਿਹੜਾ ਨਾ ਉਹ ਮਾਇਆ ਦੇ ਵੱਲ ਲੈ ਜਾਂਦਾ, ਤੇ ਕਈ ਵਾਰੀ ਜਿਹੜਾ ਬਦਲਾਅ ਏਦਾਂ ਵਧੀਆ ਹੋ ਜਾਂਦਾ ਕਿ ਸਾਨੂੰ ਇਨਸਾਨ ਦੀ ਜਗ੍ਹਾ ਸਾਨੂੰ ਦੇਵਤਾ ਬਣਾ ਦਿੰਦਾ। ਦੇਵਤੇ ਤੋਂ ਭਾਵ ਕੋਈ, ਦੇਖੋ ਇੱਕ ਲੋਕਾਂ ਨੇ ਨਾ ਮਿਸਕਨਸੈਪਟ ਬੜੇ ਬਣਾਤੇ ਨੇ, ਕਹਾਣੀਆਂ ਬਣਾ ਦਿੱਤੀਆਂ। ਦੇਵਤੇ ਤੋਂ ਭਾਵ ਉਹ ਮਨੁੱਖ ਜੋ ਦੂਸਰੇ ਦੀ ਹੈਲਪ ਕਰ ਰਿਹਾ ਹੈ, ਦੂਸਰੇ ਨੂੰ ਜਿੱਥੇ ਜ਼ਰੂਰਤ ਮਹਿਸੂਸ ਹੁੰਦੀ ਹੈ ਉੱਥੇ ਵੇਂਦਾ ਪਿਆ ਕਿ ਇੱਥੇ ਮੇਰਾ ਕੀ ਕਿਰਦਾਰ ਹੈ, ਮੈਂ ਕੀ ਕਰ ਸਕਦਾ। ਕੋਈ ਛੋਟੇ ਮੋਟੇ ਕੰਮ ਹੀ ਲਾ ਲਓ, ਕੋਈ ਬਹੁਤ ਹੀ ਵੱਡੀ ਕਹਾਣੀ ਤੇ ਨਹੀਂ ਹੁੰਦੀ। ਉਹ ਦੇਵਤਾ ਹੈ। ਦੇਵਤਾ ਮਤਲਬ ਉਹਦੇ ਜੋ ਵੀ ਕਰਦਾ ਉਹਦੇ ਬਦਲੇ ਕੁਛ ਮੰਗਦਾ ਨਹੀਂ ਹੈ, ਉਹਨੂੰ ਦੇਵਤਾ ਕਿਹਾ ਗਿਆ। ਦੇਵਤੇ ਦਾ ਮਤਲਬ ਓਨਲੀ ਗਾਈਡਿੰਗ ਫੋਰਸ। ਹਾਂ, ਉਹ ਤੁਹਾਡੇ ਤੋਂ ਮਤਲਬ ਤੁਸੀਂ ਵੀ ਦੇਵਤੇ ਬਣ ਸਕਦੇ ਜੋ। ਦਿਓ ਸੰਸਾਰ ਨੂੰ ਥੋੜਾ ਬਹੁਤਾ ਦੇ ਦੋ। ਜੇ ਮੰਨ ਲਓ 100 ਰੁਪਇਆ ਆਇਆ ਤੁਹਾਡੇ ਕੋਲ ਜ਼ਿੰਦਗੀ ਦਾ 100 ਰੁਪਇਆ ਹੈ, 100 ਰੁਪਇਆ ਹਿੱਸਾ ਹੈਗਾ, ਉਹ 'ਚ 10-20% ਲੋਕਾਂ ਨੂੰ ਵੀ ਦੇ ਦੋ। ਪਰ ਬੰਦਾ ਨਹੀਂ ਦਿੰਦਾ। ਬੰਦਾ 100 ਦੇ 100% ਕੀ 110% ਇਸਤੇਮਾਲ ਕਰ ਜਾਂਦਾ ਜੀਵਨ। ਪਰ ਇਹਦੇ ਜੀਵਨ ਦਾ ਕੇਵਲ ਇਹਨੂੰ ਆਪ ਨੂੰ ਹੀ ਫਾਇਦਾ ਹੈ, ਹੋਰ ਕਿਸੇ ਨੂੰ ਕੋਈ ਫਾਇਦਾ ਨਹੀਂ। ਐਨੇ ਡਾਕਟਰ ਨੇ ਜੇ ਉਹ ਚਾਹੁਣ ਤੇ 20-25 ਬੰਦੇ ਜਿੱਦਾਂ ਮਤਲਬ ਉੱਥੇ ਕਮਾਈ ਵੀ ਕੀਤੀ ਹੈ। 2-4 ਵਿਚਾਰੇ ਸਸਤਿਆਂ ਵਾਲੇ ਵੀ ਕਰ ਸਕਦਾ ਅਟੈਂਡ, ਉਹਨਾਂ ਦਾ ਭਲਾ ਕਰ ਸਕਦਾ ਹੈ, ਪਰ ਨਹੀਂ ਕਰੇਗਾ। ਉਹ ਤੇ ਸਕੂਲਾਂ ਦੇ ਵਿੱਚ ਟ੍ਰੇਨਿੰਗ ਕਰਦੇ ਨੇ ਕਿ ਅੱਗੇ ਕਿੱਦਾਂ ਲੰਘੇਗਾ, ਕੰਪੀਟੀਸ਼ਨ ਕਿੱਦਾਂ ਕਰੇਗਾ, ਤੈਨੂੰ ਅੱਗੇ ਲੰਘਣਾ। ਉਸ ਤੋਂ ਵੱਡਾ ਹਸਪੀਟਲ ਬਣਾਉਣਾ ਹੈ ਤੂੰ, ਉੱਥੇ ਕੋਈ ਗੁਰਦੁਆਰਾ ਥੋੜੀ ਬਣਾਉਣਾ ਹੈ। ਤੂੰ ਵੱਧ ਤੋਂ ਵੱਧ ਪੈਸਾ ਇਕੱਠਾ ਕਰ। ਪਰ ਉਹ ਇੱਥੇ ਮੋਰਲ ਭੁੱਲ ਜਾਂਦਾ ਹੈ ਕਿ ਇਹ ਜ਼ਿੰਦਗੀ ਦਾ ਮਕਸਦ ਇਕੱਲਾ ਪੈਸਾ ਹੀ ਕਮਾਉਣਾ ਹੈ। ਇਹ ਤੇ ਬਹੁਤ ਲੋ ਲੈਵਲ ਦਾ ਜੀਵਨ ਹੈ, ਬਹੁਤ ਲੋ ਲੈਵਲ ਦਾ। ਜ਼ਿੰਦਗੀ ਦੇ ਵਿੱਚ ਨਾ ਦੇਖੋ, ਕਦੇ ਤੁਹਾਡੇ ਕੋਲ 3 ਰੋਟੀਆਂ ਹੋਣ ਨਾ, ਤੇ 1 ਰੋਟੀ ਤੁਸੀਂ ਬਾਹਰ ਦੇ ਕੇ ਵੇਖਿਓ, ਫਿਰ 2 ਖਾ ਕੇ ਵੇਖਿਓ ਕਿ ਦਾਤਾ ਨੂੰ ਆਨੰਦ ਆਉਂਦਾ। 3 ਖਾ ਕੇ ਕੀ 4 ਖਾ ਕੇ ਵੀ ਨਹੀਂ ਆਨੰਦ ਨਹੀਂ ਆਉਣਾ। ਤੁਸੀਂ ਦੇ ਕੇ ਵੇਖੋ। ਦੇਣਾ ਇੱਕ ਬੜਾ ਇੱਕ ਜ਼ਬਰਦਸਤ ਸਾਨੂੰ ਗੁਣ ਦਿੱਤਾ ਹੈ ਰੱਬ ਨੇ, ਕਿਉਂਕਿ ਇਹ ਪਰਮਾਤਮਾ ਦਾ ਗੁਣ ਹੈ। ਪਰ ਆਪਾਂ ਦਿੰਦੇ ਨਹੀਂ, ਆਪਾਂ ਖੋਹ ਲੈਂਦੇ ਹਾਂ। ਜਿਹੜਾ ਖੋਹ ਲੈਣਾ ਉਹ ਮਾੜੀ ਚੀਜ਼। ਇਸ ਕਰਕੇ ਕਿਤੇ ਵੀ ਕਿਸੇ ਦੀ ਚੀਜ਼ ਨਾ ਖੋਇਆ ਕਰੋ। ਦਫਾ ਕਰੋ ਇਸ ਸੰਸਾਰ ਤੇ। ਕੁਛ ਨਹੀਂ ਹੁੰਦਾ ਤੁਹਾਨੂੰ, ਕੁਛ ਵੀ ਨਹੀਂ ਹੋਣਾ। ਦੇਖੋ ਪਰਮਾਤਮਾ ਦੇਣ ਵਾਲਾ ਹੈ, ਤੇ ਜੇ ਏਦਾਂ ਆਪਾਂ ਮਾੜੀਆਂ ਮੋਟੀਆਂ ਛੋਟੀਆਂ ਮੋਟੀਆਂ ਚੀਜ਼ਾਂ ਪਿੱਛੇ ਡੇਗਦੇ ਫਿਰਦੇ ਆ, ਫਿਰ ਪਰਮਾਤਮਾ ਦੀ ਖੇਡ ਬੜੀ ਔਖੀ ਹੋ ਜਾਏ। ਇਸ ਕਰਕੇ ਦਾ ਲਾਓ, ਕੋਈ ਛੱਡੋ ਯਾਰ। 2-4 ਫੁੱਲੀਆਂ ਛਾੜ ਕੇ ਵੇਖੋ ਨਿਜਰ ਸਾਹਿਬ, ਫਿਰ ਹੀ ਗੱਲ ਬਣੇਗੀ। ਕੀ ਕਹਿੰਦੇ ਜੀ ਆਪ ਕਹਿਣਾ ਚਾਹੁੰਦੇ ਕੁਛ? ਹਾਂਜੀ, ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ ਹੈ ਗੋਰਖੀ ਸਾਹਿਬ। ਕਿਉਂਕਿ ਮਾਇਆ ਅਲਟੀਮੇਟਲੀ ਮਾਇਆ ਨੂੰ ਜਿੱਤਣਾ ਹੈ ਆਪਾਂ ਨੇ। ਇਹ ਜਿੱਤੀ ਤਾਂ ਹੀ ਜਾ ਸਕਦੀ ਜੇ ਇਹਨੂੰ ਜਿਹੜਾ ਹੈਗਾ ਆਪਾਂ ਇਗਨੋਰ ਕਰੀਏ।
ਹਾਂਜੀ ਵੀਰ ਇਹਨੂੰ ਥੋੜਾ ਜਿਹਾ ਛੱਡ ਦਿਓ, ਹਾਂ ਥੋੜਾ ਜਿਹਾ, ਜ਼ਿਆਦਾ ਨਹੀਂ ਮੈਂ ਕਹਿਣ ਦਿਆ। ਇਹ ਨਾ ਹੋਵੇ ਕਿ ਤੁਸੀਂ ਬੱਚਿਆਂ ਦੀਆਂ ਫੀਸਾਂ ਵੀ ਦਾਨ ਕਰ ਦਿਓ, ਮੁੜ ਕੇ ਫੀਸਾਂ ਕਿਹਨੇ ਤਾਰਨੀਆਂ? ਤੇ ਥੋੜਾ ਬਹੁਤਾ ਜਿੱਥੇ ਹੋ ਸਕੇ ਥੋੜਾ ਬਹੁਤ ਦਾਨ ਕਰਿਆ, ਚੰਗੀ ਚੀਜ਼ ਹੈ। ਇਹਦੇ ਨਾਲ ਕੀ ਹੋਊਗਾ, ਤੁਹਾਡੇ ਅੰਦਰ ਨਾ ਉਚਾਈ ਆਵੇਗੀ, ਮਾਇਆ ਦਾ ਪ੍ਰਭਾਵ ਘਟਦਾ। ਫਿਰ ਜਿੰਨਾ ਤੁਸੀਂ ਜ਼ਿਆਦਾ ਖੋਲਿਆ ਉਨਾ ਜ਼ਿਆਦਾ ਤੁਹਾਡੇ ਮਾਇਆ ਦਾ ਪ੍ਰਭਾਵ ਵਧੇਗਾ। ਜਿੰਨਾ ਤੁਸੀਂ ਇਹਨੂੰ ਛੱਡਣ ਦੀ ਕੋਸ਼ਿਸ਼ ਕਰੋਗੇ ਨਾ ਥੋੜਾ ਥੋੜਾ, ਆਟੋਮੈਟਿਕਲੀ ਇਹਦਾ ਪ੍ਰਭਾਵ ਖਤਮ ਹੋ ਜਾਣਾ ਹੈ। ਜਿਨ੍ਹਾਂ ਨੇ ਖੋਇਆ ਨਾ ਉਹ ਕਿਤੇ ਵੀ ਆਤਮਾ ਨੂੰ ਨਹੀਂ ਜਾਣ ਸਕਦੇ, ਉਹ ਬਸ ਇੱਥੇ ਹੀ ਰਹਿ ਗਏ, ਇੱਥੇ ਹੀ ਘੁੰਮਦੇ ਫਿਰਦੇ। ਹਾਂਜੀ ਅੱਗੇ ਚੱਲੀਏ। ਦੇਖੋ ਆਪ ਸੋਚਦੇ ਜੋ, ਆਪ ਜਸਟ ਸੋਚੋ, ਕਬੀਰ ਸਾਹਿਬ ਬਨਾਰਸ 'ਚ ਬੈਠੇ ਆ, ਉਹਨਾਂ ਸਮਿਆਂ ਦੇ ਵਿੱਚ ਜਿਹੜੇ ਮੰਦਿਰ ਹੈ ਨਾ, ਉਹਨਾਂ ਮੰਦਿਰਾਂ ਦਾ ਸੋਨਾ ਸੈਂਟਰ ਗੌਰਮੈਂਟ ਵਰਤ ਰਹੀ ਆ, ਇੰਨਾ ਜ਼ਿਆਦਾ ਸੋਨਾ ਉੱਥੇ। ਆਪ ਨਹੀਂ ਸੋਚਦੇ ਕਬੀਰ ਸਾਹਿਬ ਲਈ ਇੱਕ ਛਣ ਦਾ ਕੰਮ ਸੀ ਸੋਨਾ ਇਕੱਠਾ ਕਰਨਾ, ਪੈਸੇ ਇਕੱਠੇ ਕਰਨੇ। ਅਜੇ ਸਾਹਿਬ ਹਾਂਜੀ ਬਿਲਕੁਲ ਸਹੀ ਹੈ ਜੀ। ਪਰ ਕਬੀਰ ਸਾਹਿਬ ਕਿਉਂ ਨਹੀਂ ਕਰ ਰਹੇ? ਕਬੀਰ ਸਾਹਿਬ ਕਿਉਂ ਆਪਣੀ ਖੱਡੀ ਚਲਾਈ ਜਾਂਦੇ, ਉਹ ਖੱਡੀ ਚਲਾਈ ਜਾਂਦੇ ਆ, ਉੱਥੇ ਕੱਪੜਾ ਕੁਪੜਾ ਹੋਣੀ ਜਾਂਦੇ ਆ। ਆਪ ਨੋਟਿਸ ਕੀਤਾ ਕਦੇ? ਕਿਉਂਕਿ ਉਹਦੀ ਕੀਮਤ ਬੜੀ ਹੈ। ਉਹ ਦਿੰਦੇ ਆ, ਆਤਮਾ ਨੂੰ ਵੇਚਣਗੇ, ਉਹ ਬਿਲਕੁਲ ਨਹੀਂ ਵੇਚਦੇ, ਉਹ ਉਲਟਾ ਆਪਣਾ ਦੇ ਦਿੰਦੇ ਆ। ਉਹ ਵੀ ਉਹਦੇ ਵਾਪਸ ਕੁਛ ਨਹੀਂ ਚਾਹੀਦਾ, ਆਪਣਾ ਹੀ ਛੱਡ ਦਿੰਦੇ, ਛੱਡੋ ਖੜਾ, ਆਪਣਾ ਛੱਡ ਦਿੰਦਾ ਆਤਮ ਗਿਆਨੀ ਬੰਦਾ। ਤੇ ਜਿਹੜਾ ਮਾਇਆ ਦੇ ਜੀਵਨ ਬਤੀਤ ਕਰਦਾ ਉਹ ਤੇ ਦੂਜੇ ਦਾ ਖੋ ਕੇ ਲੈ ਆਉਂਦਾ। ਠੀਕ ਹੈ ਜੀ, ਆਪ ਅੱਗੇ ਬੋਲੋ ਨਿਜਰ ਸਾਹਿਬ। ਅੱਜ ਦੀ ਆਪ ਪਾਵਨ ਹਾਰ ਆਪੇ ਹੀ ਮਾਰਦਾ, ਮਾਲਕ ਨੇ ਪੈਦਾ ਕੀਤਾ ਹੈ, ਮਾਲਕ ਨਹੀਂ ਜਿਹੜਾ ਹੈਗਾ ਇਹ। ਕਿਉਂਕਿ ਇੱਥੇ ਜਿਹੜੇ ਹੈਗੇ ਆਪਾਂ ਆਏ ਹਾਂ ਥੋੜਾ, ਇਹ ਤਾਂ ਸਰਾਂ ਦੇ ਵਿੱਚ ਆਏ ਹਾਂ ਭਾਈ, ਇੱਥੋਂ ਜਾਣਾ ਪੈਣਾ ਹੈ। ਉਹ ਮਾਲਕ ਨੇ ਆਲਰੇਡੀ ਨਿਰਧਾਰਿਤ ਕੀਤਾ ਹੈ, ਪੈਦਾ ਕਰਦਾ ਹੈ, ਸਮਾਂ ਦਿੰਦਾ ਹੈ। ਬਈ ਆਹ ਤੈਨੂੰ ਸਮਾਂ ਦਿੱਤਾ, ਮਨੁੱਖੀ ਜੂਨ ਦੀ ਗੱਲ ਕਰੀਏ ਆਪਾਂ, ਬਈ ਇੰਨਾ ਸਮਾਂ ਦਿੱਤਾ ਹੈ, ਇਹਦੇ ਵਿੱਚ ਤੂੰ ਨਿਕਲ ਸਕਦਾ ਹੈ, ਨਹੀਂ ਤਾਂ ਫਿਰ ਘੁੰਮੇਗਾ ਭਾਈ ਉਹ 84 ਲੱਖ ਜੂਨਾਂ ਦੀ ਟਿੰਡਾਂ ਦੇ ਵਿੱਚ। ਸਭ ਕੁਝ ਜਾਣੇ ਜਾਣ ਬੁੱਝ ਵਿਚਾਰ ਦਾ, ਔਰ ਸਾਰਾ ਕੁਝ ਜਾਣਦਾ ਹੈ ਮਾਲਕ ਪਰਮਾਤਮਾ ਜਿਹਨੇ ਸ੍ਰਿਸ਼ਟੀ ਬਣਾਈ ਆ। ਉਹ ਤਾਂ ਆਪਣੇ ਅੰਦਰ ਬੈਠਾ ਹੈ ਭਾਈ, ਉਹ ਤਾਂ ਆਪਣੇ ਅੰਦਰ ਦੀ ਜਾਣਦਾ ਹੈ ਭਾਈ। ਅਨੇਕ ਰੂਪ ਖਿਨ ਮਾਹੇ ਕੁਦਰਤ ਧਾਰਦਾ, ਅਨੇਕਾਂ ਰੂਪ ਮਾਲਕ ਪਰਮਾਤਮਾ ਖਿਨ ਦੇ ਵਿੱਚ ਬਣਾ ਸਕਦਾ ਹੈ, ਖਿਣ ਦੇ ਵਿੱਚ ਜਿਹੜਾ ਹੈਗਾ ਮਿਟਾ ਸਕਦਾ ਹੈ ਭਾਈ। ਔਰ ਜਿਹੜਾ ਵੀ ਉਸ ਮਾਲਕ ਪਰਮਾਤਮਾ ਦੇ ਨਾਲ ਲੱਗਦਾ ਹੈ, ਜਿਸ ਨੂੰ ਲਾਏ ਸੱਚ ਤਿਸੇ ਉਧਾਰਦਾ, ਉਧਾਰਨਾ ਉਸੇ ਨੂੰ ਹੈ। ਹਾਂਜੀ ਗੋਰਖੀ ਸਾਹਿਬ ਇੱਥੇ ਨਿਚੋੜ ਕੇ ਆ ਗਿਆ ਸਾਰੀ ਕਥਾ ਦਾ, ਜਿਸ ਨੂੰ ਲਾਏ ਸੱਚ ਤਿਸੇ ਉਧਾਰਦਾ। ਹਾਂਜੀ ਵੀਰ ਜੀ ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਜਿਹਨੂੰ ਸੱਚ ਨਾਲ ਲਾ ਦਿੰਦਾ ਤੇ ਉਹਨੂੰ ਉਧਾਰ ਦਿੰਦਾ, ਉਹਦਾ ਬੇੜਾ ਪਾਰ ਕਰ ਦਿੰਦਾ। ਹਾਂ ਬਸ, ਤੇ ਹੁਣ ਸੱਚ ਦੇ ਨਾਲ ਹੀ ਲੱਗਣਾ ਬਸ। ਵੈਸੇ ਵੀ ਸੱਚ ਤੋਂ ਬਿਨਾਂ ਗੱਲ ਨਹੀਂ ਕਿ ਬਣੇ। ਹਾਂ ਬਾਣੀ ਕਹਿੰਦੀ ਨਾ, ਖੈਰ ਦੀਜੀਏ ਖੈਰ ਦੀਜੀਏ ਬੰਦਗੀ। ਹਾਂਜੀ ਵੀ ਫਿਰ ਕਹਿੰਦੇ ਆ ਜਿੰਨ ਮੁੱਖੋ ਮਨ ਹੋਰ ਮੁੱਖ ਹੋਰ ਤੇ ਕਾਂਡੇ ਕੱਚੇ। ਬਾਣੀ ਕਹਿੰਦੀ ਹੈ ਨਾ, ਹਾਂਜੀ ਇੱਕ ਫਰੀਦਾ ਖੈਰ ਦੀਜੀਏ ਬੰਦਗੀ। ਪਰਮਾਤਮਾ ਤੋਂ ਮੰਗਦੇ, ਕਹਿੰਦੇ ਖੈਰ ਦੇ ਦੇ, ਭੀਖ ਦੇ ਦੇ, ਮੈਨੂੰ ਬੰਦਗੀ ਦੇ ਦੇ ਆਪਣੀ। ਆਪਾਂ ਬੰਦਗੀ ਮੰਗਣੀ ਹੈ ਜੀ ਸੱਚ ਦੀ। ਔਰ ਕਿੱਦਾਂ ਪਤਾ ਲੱਗੂਗਾ ਕਿ ਸੱਚ ਨੇ, ਪਰਮਾਤਮਾ ਨੇ ਸਾਡੇ ਤੇ ਮਿਹਰ ਕਰਤੀ ਹੈ? ਫਿਰ ਆਪਾਂ ਸੱਚ ਨਾਲ ਪਿਆਰ ਕਰਾਂਗੇ, ਸੱਚ ਨੂੰ ਆਪਣੇ ਜੀਵਨ 'ਚ ਲੈ ਕੇ ਆਵਾਂਗੇ। ਹੋਰ ਤੇ ਕੋਈ ਸਬੂਤ ਨਹੀਂ ਹੈਗਾ। ਉਹ ਤੇ ਆਤਮਾ ਹੈਗੀ, ਉਹ ਤੇ ਸਰਵ ਵਿਆਪਕ ਹੈਗੀ ਹੈ। ਉਹ ਬੰਦਾ ਬੁੱਢੀ ਥੋੜੀ ਹੈ ਗਈ, ਜਾਂ ਕੋਈ ਪੱਥਰ ਹੈ ਜਾਂ ਪਹਾੜ ਹੈ, ਉਹਦੇ ਅੰਦਰ ਹੈ ਸਾਰਾ। ਫਿਰ ਕਿੱਦਾਂ ਪਤਾ ਲੱਗੂ ਕਿ ਮੈਂ ਧਾਰਮਿਕ ਹੋ ਗਿਆ, ਮੈਂ ਸੱਚੀ ਰੱਬ ਦਾ ਭਗਤ ਬਣ ਗਿਆ, ਰੱਬ ਨੇ ਮੇਰੇ ਤੇ ਮਿਹਰ ਕਰਤੀ ਹੈ, ਮੈਨੂੰ ਖੈਰ ਦੇ ਦਿੱਤੀ ਹੈ? ਫਿਰ ਉਹਦੀ ਨਿਸ਼ਾਨੀ ਇਹੋ ਹੀ ਆ ਕਿ ਤੁਹਾਡੇ ਜੀਵਨ 'ਚ ਸੱਚ ਆ ਜਾਏਗਾ। ਤੁਸੀਂ ਸੱਚ ਨੂੰ ਖਰੀਦੋਗੇ, ਬਸ ਤੁਸੀਂ ਝੂਠ ਨੂੰ ਖਰੀਦਣਾ ਬੰਦ ਕਰ ਦੋਗੇ। ਇਹੋ ਹੀ ਪਛਾਣ ਆ, ਹੋਰ ਕੋਈ ਪਛਾਣ ਨਹੀਂ ਹੈ। ਠੀਕ ਹੈ ਨਿੱਜਰ ਸਾਹਿਬ, ਅੱਜ ਦੇ ਵਿਚਾਰ ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਹਾਂਜੀ ਬੇਨਤੀ ਸੀ ਇੱਕ, ਉਹ ਜਦੋਂ ਆਪਾਂ ਸਿਮਰਨ ਕਰਦੇ ਆ, ਫਿਰ ਉਹ ਕਰਦੇ, ਫਿਰ ਚੁੱਪ ਕਰਕੇ ਬਹਿ ਜਾਂਦੇ ਆ। ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਆਪਣੇ ਸਰੀਰ ਵਿੱਚੋਂ ਇੱਕ ਸਰੀਰ ਨਿਕਲ ਕੇ ਬਾਹਰ ਘੁੰਮ ਜਾਂਦਾ ਜੀ,
ਇੱਥੇ ਹੀ ਆਪਣੇ ਮਕਾਨ ਵਿੱਚ ਹੀ, ਫਿਰ ਕੁਛ ਟਾਈਮ ਬਾਅਦ ਆਪੇ ਆ ਕੇ ਅੰਦਰ ਆ ਜਾਂਦਾ ਜੀ। ਹਾਂ ਉਹ ਕੋਈ ਗੱਲ ਨਹੀਂ, ਉਹ ਪਤਾ ਕੀ ਹੁੰਦਾ ਕਿ ਇਹ ਜਿਹੜੇ ਅਨੁਭਵ ਹੈ ਨਾ ਸ਼ੁਰੂ ਚ ਹੋਣੇ ਆ। ਤੁਹਾਨੂੰ ਲੱਗਣਾ ਹੈ ਕਿ ਮੈਂ ਸਰੀਰ ਚੋਂ ਬਾਹਰ ਆ ਗਿਆ, ਪਕਾਨੇ ਜੇ ਵਾਂਗੂ ਫੁੱਲ ਜਾਣਾ ਹੈ। ਕਈ ਵਾਰੀ ਤੁਸੀਂ ਬਹੁਤੇ ਵੱਡੇ ਹੋ ਜਾਂਦੇ ਜੋ, ਕਈ ਵਾਰੀ ਬਿਲਕੁਲ ਛੋਟੇ ਜਿਹੇ ਹੋ ਜਾਂਦੇ। ਇਹ ਚੇਤਨਾ ਹੀ ਹੈ, ਚੇਤਨਾ ਦਾ ਆਕਾਰ ਹੀ ਆ। ਆਪਾਂ ਨਿਕਲਦੇ ਕੁਛ ਨਹੀਂ ਨਿਕਲਦੇ ਆ ਜੀ, ਐਨ ਪਤਾ ਲੱਗਦਾ ਵੀ ਬਾਹਰ ਘੁੰਮਦਾ ਹੁੰਦਾ ਜੀ, ਘੁੰਮ ਕੇ ਜਦੋਂ ਫਿਰ ਵਿੱਚ ਅਟੈਚ ਹੁੰਦਾ ਐਨ ਪਤਾ ਲੱਗਦਾ ਵੀ ਆ ਗਿਆ ਹੁਣ ਅੰਦਰ ਵੀ ਸਰੀਰ ਵਿੱਚ। ਹਾਂ ਉਹ ਅਸਲ ਚ ਨਾ ਦੇਖੋ ਪਤਾ ਕੀ ਹੁੰਦਾ ਕਿ ਸਰੀਰ ਚੋਂ ਕੋਈ ਨਿਕਲ ਨਹੀਂ ਸਕਦਾ। ਇਹ ਜਸਟ ਉਹ ਤੁਹਾਡੇ ਇੱਕ ਸੂਖਮ ਅਨੁਭਵ ਹੈ, ਕਿਉਂਕਿ ਉਹ ਜਿਹੜੀ ਚੇਤਨਾ ਨਾ ਅੱਗੇ ਪਿੱਛੇ ਰਹਿੰਦੀ ਹੈ ਸਰੀਰ ਦੇ ਵਿੱਚ, ਥੱਲੇ ਉੱਤੇ ਚੱਲ ਜਾਂਦੀ ਹੈ, ਪਰ ਆਪਾਂ ਸਰੀਰ ਚੋਂ ਨਿਕਲ ਨਹੀਂ ਸਕਦੇ। ਇਹ ਕਿਉਂਕਿ ਇਹ ਲੋਕਾਂ ਨੇ ਨਾ ਕਈ ਵਾਰੀ ਆਪਣੇ ਮਨ ਚ ਆਉਂਦਾ ਵਾ ਕਿ ਅਸੀਂ ਨਿਕਲ ਚੱਲੇ ਸਰੀਰ। ਇੱਕ ਆਪਣੇ ਗਰੁੱਪ ਚ ਹੋਰ ਵੀ ਹੈਗੇ ਨੇ, ਸਕੂਲ ਦੇ ਟੀਚਰ ਨੇ, ਕਹਿੰਦੇ ਉਹਨਾਂ ਦਾ ਆਪਣਾ ਸਕੂਲ ਹੈ, ਤੇ ਉਹ ਵੀ ਕਹਿੰਦੇ ਸੀ ਕਿ ਮੈਂ ਸਰੀਰ ਚੋਂ ਬਾਹਰ ਨਿਕਲਦੀ ਹਾਂ, ਮੈਂ ਇੱਥੇ ਚੱਲ ਜਾਂਦੀ ਉੱਥੇ ਚੱਲ ਜਾਂਦੀ। ਮੈਂ ਦੇਖੋ ਭੈਣ ਜੀ, ਪਤਾ ਕਿ ਸਰੀਰ ਦੇ ਨਾਲ ਸੰਪਰਕ ਹੈ ਤੁਹਾਡਾ। ਸਰੀਰ ਇਹ ਕੁਝ ਸਮੇਂ ਬਾਅਦ ਤੁਹਾਨੂੰ ਪਤਾ ਲੱਗ ਜਾਣਾ, ਹਜੇ ਨਹੀਂ, ਤੁਸੀਂ 2, 2.5, 3 ਮਹੀਨੇ ਹੋਰ ਭਗਤੀ ਕਰੋਗੇ ਤਾਂ ਨਵੇਂ ਪਤਾ ਲੱਗ ਜਾਣਾ। ਤੁਸੀਂ ਮੈਂ ਕਿਹਾ ਸਰੀਰ ਚੋਂ ਬਾਹਰ ਨਹੀਂ ਨਿਕਲ ਸਕਦੇ। ਇੱਕ ਵਾਰੀ ਮੈਂ ਲੇਟ ਕੇ ਕਰ ਰਹੀ ਸੀ, ਲੇਟੀ ਹੋਈ ਸੀ, ਤਾਂ ਮੈਂ ਉੱਤੇ ਜਾਣ ਲੱਗ ਗਿਆ, ਮੇਰਾ ਸਰੀਰ ਉੱਪਰ ਨੂੰ ਚੇਤਨਾ ਹੈ। ਹਾਂ ਉਹ ਤੁਹਾਨੂੰ ਮੈਂ ਦੱਸਿਆ ਸਾਰੇ ਨੇ, ਉਸ ਚੇਤਨਾ ਵਾ ਤੁਹਾਡੀ ਫੀਲਿੰਗ ਆਉਂਦੀ, ਸਰੀਰ ਚੋਂ ਨਹੀਂ ਬਾਹਰ ਨਿਕਲਦਾ। ਸਰੀਰ ਚੋਂ ਬਾਹਰ ਨਿਕਲ ਕੇ ਫਿਰ ਸਰੀਰ ਚ ਵਾਪਸ ਨਹੀਂ ਆ ਸਕਦੇ ਤੇ। ਔਰ ਵੈਸੇ ਵੀ ਤੁਸੀਂ ਜਿਹੜਾ ਅਨੁਭਵ ਕਰਦੇ ਜੋ ਨਾ, ਦੇਖੋ ਸਰੀਰ ਤੋਂ ਬਿਨਾਂ ਤੁਸੀਂ ਅਨੁਭਵ ਨਹੀਂ ਕਰ ਸਕਦੇ। ਆਪ ਪਲੀਜ਼ ਅੰਡਰਸਟੈਂਡ ਕਰੋ ਮੇਰੀ ਗੱਲ। ਜਿਹੜਾ ਅਨੁਭਵ ਹੈ ਨਾ ਉਹ ਗਿਆਨ ਇੰਦਰੀਆਂ ਤੋਂ ਬਿਨਾਂ ਨਹੀਂ ਹੈਗਾ। ਜਿਹੜੀ ਤੁਹਾਡਾ ਜੀਵ ਆ ਉਹ ਬਿਨਾਂ ਇੰਦਰੀਆਂ ਦੇ ਗਿਆਨ ਤੋਂ ਬਿਨਾਂ ਅਨੁਭਵ ਨਹੀਂ ਪ੍ਰਾਪਤ ਕਰ ਸਕਦਾ, ਕਿਉਂਕਿ ਤੁਹਾਨੂੰ ਦੱਸਣ ਵਾਲਾ ਕੌਣ ਆ? ਮਨ ਤੁਹਾਡਾ। ਤੇ ਮਨ ਨੂੰ ਚਾਹੀਦੀ ਹੈ ਸਰੀਰ। ਸਰੀਰ ਤੋਂ ਬਿਨਾਂ ਕਿੱਥੋਂ ਪਤਾ ਲੱਗੂਗਾ ਕਿ ਮੈਂ ਉੱਡ ਰਿਹਾ ਜਾਂ ਬਹਿ ਰਿਹਾ? ਮਤਲਬ ਜਦੋਂ ਸਰੀਰ ਨੂੰ ਕੁਛ ਨੀ ਪਤਾ ਲੱਗਦਾ ਵੀ ਤਾਂ ਉਹ ਦੇਖ ਰਿਹਾ ਜਿਹੜਾ ਨਿਕਲਦਾ ਬਾਹਰ। ਜਦੋਂ ਅਟੈਚ ਹੋ ਜਾਂਦਾ ਫਿਰ ਸਰੀਰ ਦਾ ਪਤਾ ਲੱਗਦਾ ਵੀ ਹਾਂ ਮੇਰਾ ਸਰੀਰ ਹੈਗਾ। ਹਾਂ ਲੱਗਦਾ ਤਾਂ ਹੈਗਾ ਵਾ। ਉਹ ਚੇਤਨਾ ਹੈ ਬਸ। ਚੇਤਨਾ ਜਿਹੜੀ ਹੈ ਨਾ, ਚੇਤਨਾ ਹੀ ਤੇ ਆਪਣੇ ਆਪ ਨੂੰ ਅਨੁਭਵ ਕਰਦੀ ਹੈ, ਪਰ ਉਹਦੇ ਨਾਲ ਸਰੀਰ ਜੁੜਿਆ ਹੈ। ਪਰ ਸਰੀਰ ਕੀ ਹੁੰਦਾ ਕਿ ਸਰੀਰ ਉਦੋਂ ਨਾ ਵਿਸ਼ਰਾਮ ਅਵਸਥਾ ਚ ਚੱਲ ਜਾਂਦਾ ਹੈ। ਜਿੱਦਾਂ ਤੁਸੀਂ ਸੁਖਾਪਤੀ ਚ ਹੁੰਦੇ ਹੈ ਨਾ, ਸੁਖਾਪਤੀ ਦੇ ਵਿੱਚ ਕੀ ਹੁੰਦਾ ਕਿ ਤੁਹਾਡਾ ਸਰੀਰ ਉੱਥੇ ਹੈਗਾ ਪਰ ਤੁਸੀਂ ਬ੍ਰਹਮ ਵਿੱਚ ਲੀਨ ਹੋ ਗਏ। ਤੇ ਇਹ ਜਿਹੜੀ ਅਵਸਥਾ ਹੈ ਇਹ ਵੀ ਇੱਕ ਅਵਸਥਾ ਹੈ। ਤੁਸੀਂ ਇਸ ਤੋਂ ਅੱਗੇ ਨਿਕਲ ਜਾਣਾ, ਤੁਹਾਨੂੰ ਆਪੇ ਪਤਾ ਲੱਗ ਜਾਣਾ ਮੈਂ ਜੋ ਗੱਲਾਂ ਕਹਿ ਰਿਹਾ। ਗੋਰਖੀ ਸਾਹਿਬ, ਆਪਾਂ ਸੁਪਨੇ ਵੀ ਤਾਂ ਲੈਨੇ ਆ, ਤਾਂ ਵੀ ਤਾਂ ਆਪਾਂ ਨੂੰ ਲੱਗਦਾ ਹੈ ਨਿਕਲ ਕੇ ਬਾਹਰ ਘੁੰਮ ਰਹੇ ਆ। ਉਹੀ ਜੀ ਚੀਜ਼ ਤਾਂ ਹੈਗੀ ਆ। ਹਾਂ ਉਹ ਨਿਜੇ ਸਾਹਿਬ ਇਹ ਪਤਾ ਕੀ ਹੁੰਦਾ ਕਿ ਜਦੋਂ ਆਪਾਂ ਭਗਤੀ ਕਰਦੇ ਆ ਨਾ ਤੇ ਇੰਝ ਲੱਗਦਾ ਹੈ ਕਿ ਮੇਰੇ ਲਾਗੇ ਕੋਈ ਆ ਕੇ ਬਹਿ ਗਿਆ ਜਾਂ ਮੇਰੇ ਪਿੱਛੇ ਕੋਈ ਲੱਕ ਤੇ ਚੜ ਗਈ ਚੀਜ਼। ਇਹ ਸਭ ਤੁਹਾਨੂੰ ਅਨੁਭਵ ਹੁੰਦੇ ਆ, ਕਿਉਂਕਿ ਚੇਤਨਾ ਦੇ ਵਿੱਚ ਨਾ ਬੜੇ ਅਨੁਭਵ ਹੁੰਦੇ ਆ। ਜਦੋਂ ਜਿਵੇਂ ਤੁਸੀਂ ਆਪਣੇ ਅੰਦਰ ਜਾਂਦੇ ਹੋ ਨਾ, ਪਹਿਲਾਂ ਬੜੀ ਸਪੀਡ ਨਾਲ ਤੁਹਾਨੂੰ ਲੱਗੇਗਾ ਕਿ ਮੈਂ ਗੁਫਾ 'ਚ ਜਾ ਰਹੀ ਹਾਂ ਤੇ ਗੁਫਾ ਖਤਮ ਨਹੀਂ ਹੋ ਰਹੀ। ਉਹ ਗੁਫਾ ਮੇਰੀ ਅੱਧ ਵਿਚਾਲੇ ਰੁਕ ਗਈ ਜੀ। ਕੋਈ ਨਹੀਂ ਠੀਕ, ਕੋਈ ਗੱਲ ਨਹੀਂ, ਕੋਈ ਗੱਲ, ਉਹ ਸਭ ਕੁਝ ਠੀਕ ਹੋ ਜਾਏਗਾ। ਠੀਕ ਹੈ, ਭਗਤੀ ਜਾਰੀ ਰੱਖਿਓ, ਬੰਦ ਨਾ ਕਰਿਓ, ਬਸ ਇੰਨੀ ਕੀ ਬੇਨਤੀ ਹੈਗੀ। अब तुरे जाओ, फिक्र ना करो। हाँ। एक ओमकार सतनाम करता पुरख निर्भव निर्वैर अकाल मूरत अजूनी सहभंग गुर प्रसाद। मेरे पिता गरीब नवाज बाणी पढ़दे हां, विचार करदे हां, बाणी सरवण करदे अनेक प्रकार दी भुल्लां ते गलतियां हो गईयां। निदान बच्चे समझ के माफ करो। अगे तो शोध देश स्पष्ट बाणी पढ़न दी आज्ञा बख्शनी। आई संगत की हाजरी अपने दर से प्रवान करनी। देन रोग बख्शनी, तंदुरुस्ती बख्शनी। वाहेगुरु जी का खालसा, वाहेगुरु जी की फतेह। वाहेगुरु 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 वाहेगुरु
ਵਾਹਿਗੁਰੂ 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 ਸਾਧ ਸੰਗਤ ਜੀ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ